अपना कैमरा बंद कर दो भैन जी, तुहाडा कैमरा खुला है। भाई वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। ਅੱਜ ਆਪਾਂ ਪੈਰੋ ਰਾਗ ਦੇ ਵਿੱਚ ਨਾਮਦੇਵ ਜੀ ਦਾ ਚੌਥਾ ਸ਼ਬਦ ਲੈ ਰਹੇ ਹਾਂ, ਲੜੀ ਦਾ ਚੌਥਾ ਸੁਨਹਿਰਾ ਮੋਤੀ। ਇਸ ਤੋਂ ਪਹਿਲਾਂ ਆਪਾਂ ਨੇ ਕੱਲ ਦੱਸਿਆ ਸੀਗਾ ਕਿਵੇਂ ਨਾਮਦੇਵ ਜੀ ਨੇ ਜਿਹੜਾ ਹੈਗਾ ਭਗਤੀ ਕੱਢੀ ਹੈ ਭਾਈ, ਭਗਤੀ ਰੂਪੀ ਗਾਂ ਚੋ ਕੇ ਤੇ ਮਾਲਕ ਦੇ ਅੱਗੇ ਰੱਖਤਾ ਦੁੱਧ, ਤੇ ਮਾਲਕ ਨੇ ਅੰਮ੍ਰਿਤ ਦੀ ਕਟੋਰੀ ਭਰ ਕੇ ਨਾਮਦੇਵ ਜੀ ਨੂੰ ਦੇ ਦਿੱਤੀ। ਇਸ ਤਰੀਕੇ ਦੇ ਨਾਲ ਦਰਸ਼ਨ ਹੋ ਗਏ। ਹੁਣ ਉਹ ਦੱਸ ਰਹੇ ਭਾਈ ਇਹ ਕਿਵੇਂ ਹੋਇਆ ਸਾਰਾ ਕੁਛ। ਮੈਂ ਬੌਰੀ ਮੇਰਾ ਰਾਮ ਪਤਾਰ, ਕਹਿੰਦੇ ਮੈਂ ਤਾਂ ਬਸ ਬੌਰੀ ਹੋ ਗਈ ਹਾਂ। ਬੌਰਾ ਕਹਿੰਦੇ ਜਿਹਨੂੰ ਕੋਈ ਹੋਰ ਦੂਸਰਾ ਇੱਕੋ ਹੀ ਲੱਤ ਹੋਏ, ਇੱਕ ਹੀ ਖਿਆਲ ਉਹਦੇ ਇੱਕ ਚੀਜ਼ ਹੀ ਉਹਦੇ ਦਿਮਾਗ 'ਚ ਹੋਏ, ਬਸ ਇੱਕ ਦੀ ਲਗਨ ਲੱਗ ਜਾਏ, ਉਹਨੂੰ ਕਹਿੰਦੇ ਬੌਰਾ। ਵੀ ਬੌਰਾ ਹੋ ਗਿਆ ਭਾਈ, ਇਹ ਤਾਂ ਪਾਗਲ ਹੋ ਗਿਆ, ਇਹ ਕਿਸੇ ਦੇ ਪਿੱਛੇ ਪਾਗਲ ਹੋ ਗਿਆ। ਕਹਿੰਦੇ ਮੈਂ ਉਸ ਰਾਮ ਦੇ ਪਿੱਛੇ, ਉਸ ਮਾਲਕ ਪਰਮਾਤਮਾ ਦੇ ਪਿੱਛੇ, ਉਸ ਆਪਣੇ ਪਤੀ ਪਰਮਾਤਮਾ ਦੇ ਪਿੱਛੇ, ਮੇਰੇ ਪਤਾਰ ਦੇ ਪਿੱਛੇ ਮੈਂ ਬੌਰੀ ਹੋ ਗਈ। ਮੈਨੂੰ ਕੋਈ ਦੁਨੀਆ ਦੀ ਪਰਵਾਹ ਨਹੀਂ ਹੈਗੀ। ਮੈਂ ਬੌਰੀ ਮੇਰਾ ਰਾਮ ਪਤਾਰ, ਮੇਰਾ ਉਹ ਮਾਲਕ ਪਰਮਾਤਮਾ ਉਹੀ ਮੇਰਾ ਪਤੀ ਹੈ, ਮੈਂ ਉਹਦੇ ਵਾਸਤੇ ਬੌਰੀ ਹੋ ਗਈ ਹਾਂ। ਤੇ ਕੀ ਕਰ ਰਹੀ ਹਾਂ ਹੁਣ? ਜਿਹੜਾ ਬੰਦਾ ਕਿਸੇ ਦੇ ਵਾਸਤੇ ਬੌਰਾ ਹੋ ਜਾਏ ਤੇ ਕੀ ਕਰਦਾ ਹੈ ਉਹ ਭਾਈ, ਫਿਰ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਹੈ ਮਾਲਕ ਨੂੰ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਜਿਹੜਾ ਹੈਗਾ ਸ਼ਿੰਗਾਰ ਵੀ ਕਰਨਾ ਪੈਂਦਾ ਹੈ। ਹਾਂ ਭਾਈ ਸ਼ਿੰਗਾਰ ਕਰਨਾ ਪੈਂਦਾ ਹੈ। ਗੁਣ ਜਿਹੜੇ ਹੈਗੇ, ਇਹ ਗੁਣ ਜਿਹੜੇ ਹੈਗੇ ਗਹਿਣੇ ਪਾਉਣੇ ਪੈਂਦੇ ਆ ਗੁਣਾਂ ਵਾਲੇ, ਤੇ ਔਗੁਣਾਂ ਵਾਲੇ ਨਕਲੀ ਜਿਹੜੇ ਹੈਗੇ ਉਹ ਛੱਡਣੇ ਪੈਂਦੇ ਆ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਬਸ ਹੁਣ ਮੈਂ ਤਾਂ ਰਚ ਰਚ ਕੇ ਸਿੰਗਾਰ ਕਰ ਰਹੀ ਹਾਂ ਵੀ ਮਾਲਕ ਪਰਮਾਤਮਾ ਜਿਹੜੀ ਚੀਜ਼ 'ਤੇ ਖੁਸ਼ ਹੁੰਦਾ ਹੈ ਉਹ ਗੁਣਾਂ 'ਤੇ ਖੁਸ਼ ਹੁੰਦਾ ਹੈ। ਮੈਂ ਗੁਣਵੰਦ ਗੁਣਾਂ ਦੇ ਨਾਲ ਬੰਨਿਆ ਪਿਆ ਆ, ਮਾਲਕ ਕਹਿੰਦਾ। ਇਹ ਨਾਮਦੇਵ ਜੀ ਮੇਰੇ ਖਿਆਲ ਇਹਨਾਂ ਦੀ ਬਾਣੀ 'ਚ ਮਾਲਕ ਬੋਲਿਆ ਸੀ। ਕਹਿੰਦੇ ਮੈਂ ਤਾਂ ਰਚ ਰਚ ਕੇ ਉਸ ਮਾਲਕ ਪਰਮਾਤਮਾ ਦਾ ਸ਼ਿੰਗਾਰ ਕਰਦਾ ਹੈ, ਉਹਦੇ ਗੁਣ ਲੈਣਾ ਆ। ਆਪਣੇ ਆਪ ਨੂੰ ਜਿਹੜਾ ਹੈਗਾ ਆਵਗੁਣ ਛੱਡਦਾ ਹੈ, ਗੁਣ ਲੈਣਾ ਹੈ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਆਇਆ ਭਗਤੀ ਭਾਈ, ਆਇਆ ਸਿੰਘ ਮਾਲਕ ਪਰਮਾਤਮਾ ਨੂੰ ਖੁਸ਼ ਕਰਨ ਦੇ ਵਾਸਤੇ ਆਪਾਂ ਨੂੰ ਵੀ ਇਹ ਸਿੰਗਾਰ ਕਰਨਾ ਪਊਗਾ। ਇਹਨੂੰ ਭਗਤੀ ਕਹਿੰਦੇ ਆ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ। 3 ਵਾਰੀ ਕਹਿ ਰਹੇ ਆ ਨਾਮਦੇਵ ਜੀ। ਕਹਿੰਦੇ ਦੁਨੀਆ ਵਾਲਿਓ ਮੈਨੂੰ ਭਾਵੇਂ ਜੋ ਮਰਜ਼ੀ ਕਹੋ, ਜਿੰਨੀ ਮਰਜ਼ੀ ਨਿੰਦਾ ਕਰਨੀ ਹੈ ਕਰੇ ਜਾਓ, ਭਲੇ ਨਿੰਦੋ। ਭਾਵੇਂ ਭਲੇ ਮਤਲਬ ਭਾਵੇਂ ਨਿੰਦੀ ਜਾਓ ਭਾਈ, ਨਿੰਦੀ ਜਾਓ। ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਮੇਰਾ ਇਹ ਤਨ ਔਰ ਮੇਰਾ ਇਹ ਮਨ ਦੋਨੋਂ ਦੇ ਦੋਨੋਂ ਮਾਲਕ ਪਰਮਾਤਮਾ ਦੇ ਜੋੜ ਵਾਸਤੇ ਹੈਗੇ ਆ। ਮਾਲਕ ਨਾਲ ਜਿਹੜਾ ਹੈਗਾ ਉਸ ਰਾਮ ਦੇ ਪਤਾਰ ਦੇ ਵਾਸਤੇ ਹੈਗੇ ਆ, ਉਸ ਮਾਲਕ ਨੂੰ ਮਿਲਣ ਦੇ ਵਾਸਤੇ ਹੈਗੇ, ਉਹਦੇ ਨਾਲ ਜੋਗ ਕਰਨ ਦੇ ਵਾਸਤੇ ਹੈਗਾ। ਇਹ ਤਨ ਔਰ ਮਨ ਦੋਨੋਂ ਦੇ ਦੋਨੋਂ ਕਲੀਅਰ ਕੱਟ ਮੇਰੀ ਗੱਲ ਸੁਣ ਲਓ। ਮੈਨੂੰ ਭਾਵੇਂ ਨਿੰਦੋ ਭਾਵੇਂ ਜੋ ਮਰਜ਼ੀ ਕਹੋ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਕਰੋ ਲਿਖਿਆ ਆ, ਊੜੇ ਬੰਦ ਉੜਾਇਆ। ਕਰੋ ਨਹੀਂ, ਕਰੋ ਤਾਂ ਫਿਰ ਹੁਕਮ ਹੋ ਜਾਏਗਾ। ਮੈਂ ਬੌਰੀ, ਇਹ ਗੁਰਬਾਣੀ ਦੀਆਂ ਉਚਾਈਆਂ ਫੜਨੀਆਂ ਆਪਾਂ ਨੇ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਆਪਾਂ ਨੂੰ ਨੁਕਤਾ ਦੇ ਰਹੇ ਆ। ਕਹਿੰਦੇ ਬਾਦ ਵਿਵਾਦ ਨਾ ਕਰ, ਕਿਸੇ ਦੇ ਨਾਲ ਬਹਿਸ ਮੁਬੈਸਾ ਨਾ ਕਰ। ਕੋਈ ਮੰਨਦਾ ਹੈ ਠੀਕ ਹੈ, ਨਹੀਂ ਮੰਨਦਾ
ਤੇ 7 ਬਚਨ ਕਹਿ ਦੇ ਉਹਦੇ ਅੱਗੇ, ਉਹਦੇ ਕਹਿ ਦੇ ਵੀ ਤੂੰ ਠੀਕ ਹੈ ਭਾਈ, ਮੈਂ ਹੀ ਗਲਤ ਹੈਗਾ। ਵਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਇਸ ਤਰੀਕੇ ਦੇ ਨਾਲ ਉਹ ਅੰਮ੍ਰਿਤ ਰਸ ਜਿਹੜਾ ਹੈਗਾ ਪੀਣ ਨੂੰ ਮਿਲੂਗਾ ਭਾਈ। ਰਾਮ ਰਸਾਇਣ ਅੰਮ੍ਰਿਤ ਰਸ 100 ਦਵਾਵਾਂ ਦੀ ਇੱਕ ਦਵਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। वाद विवाद काहू स्यो ना कीजै, रसना राम रसायन पीजै। अब जी जान ऐसी बने आए, मिलो गोपाल निशान बजाई। ਕਹਿੰਦੇ ਹੁਣ ਤਾਂ ਇੰਨੀ ਪਰਬਲ ਹੋ ਗਈ ਹੈ ਇਹ ਪ੍ਰੀਤ ਜਿਹੜੀ ਹੈਗੀ, ਐਸੀ ਮਾਲਕ ਦੇ ਨਾਲ ਖਿੱਚ ਬਣ ਗਈ ਆ। ਅਬ ਜੀ ਜਾਨ ਐਸੀ ਬਣੇ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਕਹਿੰਦੇ ਮੈਂ ਤਾਂ ਉਸ ਮਾਲਕ ਪਰਮਾਤਮਾ ਦੇ ਨਾਲ ਮਿਲ ਪਾਵਾਂ। ਮੇਰੇ ਅੰਦਰ ਅਨਹਦ ਸ਼ਬਦ ਵੱਜਦੇ ਆ, ਮੇਰੇ ਅੰਦਰ ਜਿਹੜਾ ਹੈਗਾ ਕਿਤੇ ਉਹ ਜਿਹੜਾ ਹੈਗਾ ਨਿਸ਼ਾਨ ਪੈ ਜਾਏ ਮੇਰੇ ਅੰਦਰ ਮਾਲਕ ਪਰਮਾਤਮਾ ਦੀ ਐਕਸੈਪਟੈਂਸ ਦਾ। ਕਿਤੇ ਉਹ ਮਾਲਕ ਪਰਮਾਤਮਾ ਦਾ ਮਾਲਕ ਪਰਮਾਤਮਾ ਜਿਹੜਾ ਹੈਗਾ ਮੇਰੇ ਵੀ ਮੱਥੇ ਤੇ ਨਿਸ਼ਾਨ ਆ ਜਾਏ, ਉਹਦੀ ਦਰਗਾਹ ਦਾ ਵੀਜ਼ਾ ਮਿਲ ਜਾਏ ਮੈਨੂੰ ਵੀ ਕਿਤੇ। ਅਬ ਜੀ ਜਾਨ ਐਸੀ ਬਣੇ ਆਈ, ਮਿਲੋ ਗੋਪਾਲ, ਮੈਂ ਵੀ ਉਸ ਗੋਪਾਲ ਦਾ ਦੁਨੀਆ ਦੇ ਪਾਲਣਹਾਰੇ ਨੂੰ ਮਿਲ ਲਵਾਂ। ਨਿਸ਼ਾਨ ਬਜਾਈ ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਪੇਟਲ ਸੋਈ। ਕਹਿੰਦੇ ਕੋਈ ਭਾਵੇਂ ਮੇਰੀ ਉਸਤਤ ਕਰੇ, ਭਾਵੇਂ ਕੋਈ ਮੇਰੀ ਨਿੰਦਾ ਕਰੇ, ਮੈਨੂੰ ਤਾਂ ਉਹ ਮਾਇਆ ਦਾ ਪਤੀ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਭੇਟ ਗਿਆ ਭਾਈ। ਮੇਰੇ ਅੰਦਰ ਤਾਂ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਮੇਰਾ ਪਤੀ ਮੈਨੂੰ ਮਿਲ ਗਿਆ। ਉਸਤਤ ਨਿੰਦਾ ਕਰੈ ਨਰ ਕੋਈ, ਕੋਈ ਮੇਰੀ ਉਸਤਤ ਕਰੇ ਭਾਵੇਂ ਕੋਈ ਨਿੰਦਾ ਕਰੇ, ਮੈਨੂੰ ਉਹ ਮਾਲਕ ਪਰਮਾਤਮਾ ਮਿਲ ਗਿਆ। ਹਾਂਜੀ ਵੀਰ ਜੀ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਠੀਕ ਹੈ ਜੀ ਸਾਧ ਸੰਗਤ ਜੀ। ਇਹ 1164 ਅੰਗ ਤੇ ਹੈਗੇ ਵੀਰ ਜੀ। ਹਾਂਜੀ। ਮੈਂ ਬੋਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਤੇ ਹੁਣ ਉਹ ਕਹਿੰਦੇ ਨੇ ਕਿ ਮੈਂ ਤੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਬੋਰੀ ਹੋ ਗਈ ਹਾਂ, ਪਾਗਲ ਹੋ ਗਈ ਹਾਂ, ਇਹ دیਵਾਨਾ ਹੋ ਗਿਆ ਮੈਂ, ਹਨਾ। ਬਿਲਕੁਲ। ਹਾਂ। ਔਰ ਰਚ ਰਚ ਤਾਂ ਕਾ ਕਰੋ ਸ਼ਿੰਗਾਰ। ਹੁਣ ਸ਼ਿੰਗਾਰ ਤੇ ਚੰਗਿਆਈ ਦਾ ਹੀ ਚੰਗਾ ਲੱਗਦਾ ਪਰਮਾਤਮਾ ਨੂੰ। ਬਿਲਕੁਲ ਗੁਣਾਂ ਦਾ ਹੀ ਚੰਗਾ ਪਰਮਾਤਮਾ। ਹਾਂ। ਪਰਮਾਤਮਾ ਨੂੰ ਕੋਈ ਗਹਿਣੇ ਥੋੜੀ ਪਾ ਕੇ ਦਿਖਾਉਣੇ ਤੁਸੀਂ, ਕੋਈ ਬੰਦਾ ਥੋੜੀ ਹੈਗਾ ਕਿ ਉੱਥੇ ਸ਼ਿੰਗਾਰ ਕਰੋ ਮੇਰੇ ਵਾਂਗੂ, ਉੱਥੇ ਪੱਗ ਬੰਨ ਲਾ, ਜਾਂ ਮੈਂ ਬੂਟ ਪਾ ਲਾ, ਜਾਂ ਮੈਂ ਕੋਟ ਪੈਂਟ ਪਾ ਲਾ, ਜਾਂ ਮੈਂ ਹੱਥ ਤੇ ਘੜੀ ਲਾ ਲਾ, ਜਾਂ ਕੜਾ ਕੁੜਾ ਪਾ ਲਾ। ਇਹ ਸੰਸਾਰ ਦੇ ਲਈ ਇਹ ਸ਼ਿੰਗਾਰ ਠੀਕ ਹੈ, ਪਰ ਪਰਮਾਤਮਾ ਨੂੰ ਸ਼ਿੰਗਾਰ ਤੇ ਲੱਗਦੇ ਨੇ ਚੰਗਿਆਈਆਂ ਦੇ, ਚੰਗੇ ਲੱਗਦੇ ਨੇ। ਹੁਣ ਦੇਖੋ ਸੰਸਾਰ ਦੇ ਵਿੱਚ ਸਾਰੇ ਕਹਿੰਦੇ ਅਸੀਂ ਧਾਰਮਿਕ ਹੈਗੇ ਆ, ਸਭ ਕਹਿੰਦੇ ਮੈਂ ਧਾਰਮਿਕ, ਕੋਈ ਦਾ ਮੈਂ ਧਾਰਮਿਕ, ਕੋਈ ਦਾ ਮੈਂ ਧਾਰਮਿਕ। ਪਰ ਧਾਰਮਿਕ ਤੇ ਉਹ ਮਨੁੱਖ ਹੈ ਜਿਹੜਾ ਮਨੁੱਖ ਸੱਚਾ ਹੈ, ਤੇ ਜਿਹੜਾ ਮਨੁੱਖ ਸੱਚਾ ਨਹੀਂ ਆ ਉਹ ਧਾਰਮਿਕ ਨਹੀਂ ਹੈ। ਸਿੱਧੀ ਗੱਲ। ਜਿਹੜਾ ਮਨੁੱਖ ਅੰਦਰੋਂ ਝੂਠਾ ਹੈ, ਜਿਹੜਾ ਮਨੁੱਖ ਸੱਚਾਈ ਦੇ ਨਹੀਂ ਨਾਲ ਚੱਲ ਸਕਦਾ, ਉਹ ਬੰਦਾ ਧਾਰਮਿਕ ਨਹੀਂ ਹੈਗਾ, ਉਹ ਬੰਦਾ ਖੁਸ਼ਖੋਰ ਹੈ। ਕਿਉਂਕਿ ਉਹ ਸੱਚ ਦੇ ਲਾਗੇ ਉਦੋਂ ਆਉਂਦਾ ਹੈ ਜਦੋਂ ਉਹਨੂੰ ਫੀਲਿੰਗ ਚਾਹੀਦੀ ਹੈ, ਔਰ ਜਦੋਂ ਸਾਹਮਣੇ ਇਮਤਿਹਾਨ ਆਉਂਦਾ ਹੈ ਤੇ ਫਿਰ ਉਹ ਆਹ ਚੀਜ਼ ਤੋਂ ਫੇਲ ਹੋ ਜਾਂਦਾ। ਰਚ ਰਚ ਤਾਂ ਕਾ ਕਰੋ ਸ਼ਿੰਗਾਰ, ਉਹ ਫਿਰ ਇਹ ਸ਼ਿੰਗਾਰ ਤੋਂ ਭੱਜ ਜਾਂਦਾ। ਉਦੋਂ ਫਿਰ ਸੰਸਾਰ ਦੀ ਕੋਈ ਚੀਜ਼, ਕੋਈ ਵਸਤੂ ਮਿਲ ਜਾਂਦੀ ਹੈ, ਉੱਥੇ ਫਿਰ ਬੇਈਮਾਨ ਹੋ ਜਾਂਦਾ ਹੈ, ਫਿਰ ਸੱਚ ਦਾ ਸਾਥ ਛੱਡ ਜਾਂਦਾ ਹੈ। ਲੋਕ ਵੀ ਏਦਾਂ ਹੀ ਕਰਦੇ ਨੇ ਜ਼ਿਆਦਾਤਰ। ਉਸ ਧਰਮ ਨੂੰ ਇਹ ਨਹੀਂ ਕਹਿੰਦੇ ਕਿ ਉਹ ਸਾਡੇ ਤੋਂ ਦੂਰ ਆ, ਪਰ ਜਦੋਂ ਏਦਾਂ ਦੀ ਕੋਈ ਮਿਲਾਵਟ ਵਾਲੀ ਚੀਜ਼ ਮਿਲਦੀ ਹੈ ਉਹਨੂੰ ਲੈ ਲੈਂਦੇ ਨੇ, ਉਹਨੂੰ ਗ੍ਰਹਿਣ ਕਰ ਲੈਂਦੇ ਨੇ। ਜਦੋਂ ਆਪਾਂ ਗ੍ਰਹਿਣ ਕਰਦੇ ਹਾਂ ਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਪਰਮਾਤਮਾ ਤੋਂ ਆਪੋਜਿਟ ਚੱਲ ਜਾਂਦੇ ਹਾਂ, ਦੂਜੀ ਸਾਈਡ ਤੇ ਚੱਲ ਜਾਂਦੇ ਹਾਂ। ਤੇ ਇਹ ਚੀਜ਼ ਹੈਗੀ ਆ। ਠੀਕ ਹੈ। ਬਾਕੀ ਪਰਮਾਤਮਾ ਨੂੰ ਜਿਹੜਾ ਸ਼ਿੰਗਾਰ ਚੰਗਾ ਲੱਗਦਾ ਹੈ ਉਹ ਤੁਹਾਨੂੰ ਪਤਾ ਹੀ ਹੈ। ਚੰਗਿਆਈ ਦਾ ਸ਼ਿੰਗਾਰ ਤੁਸੀਂ ਕਰੋਗੇ ਤੇ ਪਰਮਾਤਮਾ ਨੂੰ ਬਹੁਤ ਵਧੀਆ ਲੱਗਦਾ, ਲਾਈਕ ਕਰਦਾ ਹੈ ਪਰਮਾਤਮਾ। ਤੇ ਬਾਕੀ ਜੇ ਆਪਾਂ ਨਹੀਂ ਸ਼ਿੰਗਾਰ ਕਰਦੇ, ਚੰਗਿਆਈ ਦਾ, ਸੱਚਾਈ ਦਾ ਨਹੀਂ ਸ਼ਿੰਗਾਰ ਕਰਦੇ, ਫਿਰ ਤੇ ਸੰਸਾਰ ਦਾ ਰੰਗ ਤੇ ਸਾਡੇ ਤੇ ਚੜ੍ਹ ਹੀ ਰਿਹਾ। ਉਹਦੇ ਚ ਤੇ ਕੋਈ ਦੋ ਰਾਏ ਨਹੀਂ ਹੈਗੀਆਂ। ਹਾਂਜੀ ਨਿਜਰ ਸਾਹਿਬ, ਅਲੀ ਤੱਕ ਬੋਲੋ। ਇਹਦੇ ਵਿੱਚ ਨਾ ਗੋਰਖੀ ਸਾਹਿਬ ਕਬੀਰ ਜੀ ਦੱਸ ਰਹੇ ਵੀ ਸ਼ਿੰਗਾਰ ਕਿਵੇਂ ਕਰਨਾ ਹੈ ਉਹ ਮਾਲਕ ਪਰਮਾਤਮਾ ਦਾ, ਔਰ ਆਪਾਂ ਕੀ ਕਰ ਰਹੇ ਹਾਂ।
ਔਰ ਕਰਨਾ ਕੀ ਚਾਹੀਦਾ ਆ। ਇਹ ਕਬੀਰ ਜੀ ਜਿਹੜੇ ਹੈਗੇ ਉਹਨਾਂ ਦੇ ਕਬੀਰ ਜੀ ਦੇ ਸ਼ਲੋਕ ਹੈਗੇ ਆ, ਉਹਦੇ ਵਿੱਚ ਕਬੀਰ ਜੀ ਦੱਸਦੇ ਆ 144 ਨੰਬਰ ਸ਼ਲੋਕ ਹੈਗਾ, 1372 ਅੰਗ ਅਖੀਰ ਦੇ ਵਿੱਚ ਜਿਹੜੇ ਹੈਗੇ ਕਬੀਰ ਜੀ ਦੇ ਜਿੱਥੇ ਸ਼ਲੋਕ ਆਉਂਦੇ ਆ, ਕਬੀਰ ਜੀ ਕਹਿੰਦੇ ਕੌਡੀ ਕਬੀਰ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕਹਿੰਦੇ ਕੌਡੀ ਕੌਡੀ ਜੋੜ ਕੇ ਲੱਖਾਂ ਕਰੋੜਾਂ ਕਰ ਲਏ ਔਰ ਚਲਦੀ ਵੇਰੇ ਮੈਨੂੰ ਕੁਛ ਵੀ ਨਾਲ ਨਹੀਂ ਲਿਜਾਣ ਨੂੰ ਮਿਲਿਆ। ਔਰ ਪਹਿਲਾਂ ਜਿਹੜੇ ਸੀਗੇ ਇਹ ਸਿੱਕੇ ਚੱਲਦੇ ਸੀਗੇ, ਚਾਂਦੀ ਦੇ ਸਿੱਕੇ ਹੁੰਦੇ ਸੀ ਪਹਿਲਾਂ। ਉਹ ਚਾਂਦੀ ਦੇ ਸਿੱਕੇ ਜਿਹੜੇ ਹੈਗੇ ਬੁੱਢੇ ਵਿਚਾਰੇ ਜਿਹੜੇ ਉਹਨਾਂ ਨੂੰ ਮਿਲਦੇ ਸੀ, ਉਹ ਲੰਗੋਟੀ ਹੁੰਦੀ ਸੀ ਵੱਡੀ ਸਾਰੀ ਉਹਨਾਂ ਦੀ, ਉਹਦੇ ਵਿੱਚ ਕਿਤੇ ਗੱਠ-ਗੁੱਠ ਮਾਰ ਕੇ ਧਰ ਲੈਂਦੇ ਸੀ। ਜਾਣ ਲੱਗੇ ਭਾਈ ਜਦੋਂ ਸਾੜਦੇ ਸੀਗੇ, ਕਹਿੰਦੇ ਇਹਦੀ ਲੰਗੋਟੀ ਵੀ ਖੋਲ ਕੇ ਦੇਖ ਲਓ, ਉਹਦੇ ਚੋਂ ਮਿਲ ਜਾਣੇ ਸਿੱਕੇ। ਕਹਿੰਦੇ ਚਲਤੀ ਬਾਹਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਤੇ ਉਸ ਤੋਂ ਅੱਗੇ ਕਹਿੰਦੇ ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਹਾ ਪੀਤਰ ਭਰੀ ਭੰਗਾਰ। ਕਹਿੰਦੇ ਇੱਕ ਮਾਲਾ ਚਾਰ ਮਾਲਾ ਬਾਹਰੋਂ ਜਿਹੜਾ ਹੈਗਾ ਇਹ ਦਿਖਾਵੇ ਵਾਸਤੇ ਜਿਹੜਾ ਹੈਗਾ ਮਾਲਾ ਲੈ ਕੇ ਹੱਥ ਦੇ ਵਿੱਚ ਜਿਹੜਾ ਹੈਗਾ ਮਨ ਫਰੀ ਛੱਡਿਆ ਹੋਇਆ, ਔਰ ਹੱਥ ਦੇ ਵਿੱਚ ਮਾਲਾ ਘੁੰਮ ਰਹੀ ਆ, ਔਰ ਮੂੰਹ ਦੇ ਨਾਲ ਭਾਵੇਂ ਬੋਲਦਾ ਵੀ ਹੋਏ ਪਰ ਮਨ ਕਿਤੇ ਦਾ ਕਿਤੇ ਘੁੰਮ ਰਿਹਾ ਹੈ, ਮਨ ਨੂੰ ਦੇਖਿਆ ਹੀ ਨਹੀਂ। ਕਹਿੰਦੇ ਬਾਹਰ ਕੰਚਨ ਬਾਰਹਾ, ਬਾਹਰੋਂ ਤਾਂ ਬੜਾ ਭਗਤ ਬੜਾ ਸੋਹਣਾ ਸੋਨੇ ਵਰਗਾ ਲੱਗ ਰਿਹਾ ਖਰਾ, ਪਰ ਅੰਦਰ ਕਹਿੰਦੇ ਭੰਗਾਰ ਹੀ ਭੰਗਾਰ ਭਰੀ ਪਈ ਆ, ਅੰਦਰ ਤਾਂ ਉਹਦੇ ਗੰਦਗੀ ਭਰੀ ਪਈ ਹੈ। ਫਿਰ ਕਹਿੰਦੇ ਆ ਕਬੀਰ ਰੋੜਾ ਹੋਏ ਰੋਹ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਰੋੜਾ ਹੋ ਜਾ ਭਾਈ, ਰਸਤੇ ਦਾ ਰੋੜਾ ਹੋ ਜਾ, ਸਾਰੇ ਉੱਤੋਂ ਦੀ ਲੰਘ ਜਾਣ, ਮਨ ਦਾ ਅਭਿਮਾਨ ਹੰਕਾਰ ਛੱਡ ਦੇ। ਇਹੋ ਜਿਹਾ ਕੋਈ ਦਾਸ ਹੋਏ ਤੇ ਕਹਿੰਦੇ ਉਸ ਨੂੰ ਪਰਮਾਤਮਾ ਮਿਲ ਜਾਂਦਾ ਹੈ। ਫਿਰ ਇਸ ਤੋਂ ਅੱਗੇ ਕਹਿੰਦੇ ਆ ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਖੇ। ਕਹਿੰਦੇ ਰੋੜਾ ਹੋ ਗਿਆ ਤੇ ਕੀ ਹੋ ਗਿਆ, ਯਾਤਰੀ ਦੇ ਪੈਰ 'ਚ ਲੱਗੇਗਾ, ਕਿਸੇ ਦੇ ਚੁਭੇਗਾ, ਕਿਸੇ ਦੇ ਜਿਹੜਾ ਹੈਗਾ ਠੋਕਰ ਵੱਜੇਗੀ। ਕਹਿੰਦੇ ਪਰਮਾਤਮਾ ਦਾ ਜਨਤਾ ਦਾਸ ਇਹੋ ਜਿਹਾ ਚਾਹੀਦਾ ਜਿਸ ਤਰ੍ਹਾਂ ਕਿ ਧਰਤੀ ਦੇ ਉੱਤੇ ਮਿੱਟੀ ਹੈਗੀ ਆ, ਖੇ ਹੈਗੀ ਆ। ਫਿਰ ਅੱਗੇ ਕਹਿੰਦੇ ਆ ਕਬੀਰ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਜੇ ਖੇ ਵੀ ਹੋ ਗਿਆ ਤਾਂ ਵੀ ਕੀ ਹੋਇਆ, ਤੇ ਯਾਤਰੀਆਂ ਦੇ ਉੱਡ ਕੇ ਸਿਰ ਤੇ ਮੱਥੇ ਤੇ ਜਾਂ ਕੱਪੜਿਆਂ ਤੇ ਲੱਗੂਗੀ ਭਾਈ। ਪਰਮਾਤਮਾ ਦਾ ਜਨਤਾ ਇਹੋ ਜਿਹਾ ਚਾਹੀਦਾ ਜਿਵੇਂ ਪਾਣੀ ਹੁੰਦਾ ਹੈ ਭਾਈ, ਜਿਹੜੇ ਮਰਜ਼ੀ ਬਰਤਨ 'ਚ ਪਾ ਲਓ, ਜੇ ਮਰਜ਼ੀ ਜਿਹੜਾ ਹੈਗਾ ਉਸੇ ਬਰਤਨ ਦਾ ਹੋ ਜਾਂਦਾ। ਫਿਰ ਇਸ ਤੋਂ ਅੱਗੇ ਪਾਣੀ ਦੇ ਨਾਲ ਵੀ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਇਹ ਦੇਖ ਲਓ ਇਸ ਤਰ੍ਹਾਂ ਜਿਹੜੇ ਹੈਗੇ ਬਰੀਕੀ 'ਚ ਜਾ ਰਹੇ ਕਬੀਰ ਜੀ, ਬਰੀਕ ਬਰੀਕ ਅਵਗੁਣ ਸਾਰੇ ਥੋੜੇ ਥੋੜੇ ਅਵਗੁਣ ਵੀ ਛੱਡੀ ਜਾ ਰਹੇ। ਕਬੀਰ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਕਹਿੰਦੇ ਠੰਡਾ ਗਰਮ ਹੁੰਦਾ ਹੈ, ਪਾਣੀ ਹੋ ਜੇ ਤੇ ਗਰਮ ਠੰਡਾ ਹੁੰਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਆਖਰੀ ਦੇ ਵਿੱਚ ਕਹਿੰਦੇ ਆ ਭਾਈ ਪਰਮਾਤਮਾ ਦਾ ਜਨ ਤਾਂ ਇਹੋ ਜਿਹਾ ਚਾਹੀਦਾ ਹੈ, ਇੰਨਾ ਪਿਓਰ ਚਾਹੀਦਾ ਹੈ ਜਿਹੋ ਜਿਹਾ ਉਹ ਮਾਲਕ ਪਰਮਾਤਮਾ ਹੁੰਦਾ ਹੈ। ਤਾਂ ਸੋਨੇ ਦੇ ਵਿੱਚ ਸੋਨਾ ਮਿਲਦਾ ਹੈ ਭਾਈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਦੂਜੀ ਹੈ ਡੁਆਲਿਟੀ ਹੈਗੀ, ਹਾਲੇ ਉਹਦੇ ਵਿੱਚ ਕੋਈ ਖੋਟ ਹੈਗੀ ਤੇ ਨੇੜੇ ਰਹਿ ਸਕਦੀ ਹੈ, ਸਮਾ ਨਹੀਂ ਸਕਦੀ। ਔਰ ਇਹ ਕਾਰਵਾਈ ਕਰਨੀ ਹੈ ਮਾਲਕ ਪਰਮਾਤਮਾ ਨੇ, ਕਾਰਵਾਈ ਕਰਨੀ ਹੈ ਆਪਾਂ ਨੇ। ਜਿਉਂ-ਜਿਉਂ ਭਗਤੀ ਕਰਾਂਗੇ, ਜਿਉਂ-ਜਿਉਂ ਆਪਾਂ ਜਿਹੜੇ ਹੈਗੇ ਵਿਚਾਰ ਛੱਡਾਂਗੇ ਆਪਣੇ ਤੇ ਧਿਆਨ ਦੇ ਵਿੱਚ ਜਾਵਾਂਗੇ, ਤੇ ਆ ਸਾਰੇ ਦੇ ਸਾਰੇ ਅਵਗੁਣ ਵਿਚਾਰਾਂ ਦੇ ਰੂਪ 'ਚ ਜਿਹੜੇ ਹੈਗੇ ਨਿਕਲ ਜਾਣਗੇ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਆ ਜੀ ਸਿੰਗਾਰ ਸੀਗਾ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਗੁਣ ਗ੍ਰਹਿਣ ਕਰਨੇ ਆ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ। ਇਹੀ ਕੰਮ ਕਰਨਾ ਹੈ, ਗੁਣ ਇਕੱਠੇ ਕਰਨੇ ਆ, ਅਵਗੁਣ ਛੱਡਣੇ ਆ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਕਹਿੰਦੇ ਭਾਵੇਂ ਮੇਰੀ ਨਿੰਦਾ ਕਰੋ, ਭਾਵੇਂ ਮੇਰੀ ਨਿੰਦਾ ਕਰੋ। 3 ਵਾਰੀ ਕਹਿ ਰਹੇ ਆ ਭਾਈ ਮੈਨੂੰ ਕੋਈ ਪਰਵਾਹ ਨਹੀਂ ਹੈ। ਮੇਰਾ ਇਹ ਤਨ ਔਰ ਮੇਰਾ ਇਹ ਮਨ ਦੋਨੋਂ ਦੇ ਦੋਨੋਂ, ਮੇਰੀਆਂ ਗਿਆਨ ਇੰਦਰੀਆਂ, ਮੇਰੀਆਂ ਕਰਮ ਇੰਦਰੀਆਂ, ਮੇਰਾ ਮਨ, ਮੇਰੀ ਸੁਰਤ ਚਿੱਤ ਮਤ ਸਭ ਮਾਲਕ ਪਰਮਾਤਮਾ ਦੇ ਵਾਸਤੇ ਆ ਭਾਈ।
ਉਹਦੇ ਨਾਲ ਜੁੜਨ ਵਾਸਤੇ ਹੈਗੀ ਰਾਹੋ। ਹਾਂਜੀ ਵੀਰ ਜੀ। ਹਾਂਜੀ, ਇੱਥੇ ਸਾਧ ਸੰਗਤ ਜੀ ਦੇਖੋ ਕਹਿੰਦੇ ਆ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ। ਉਸ ਟਾਈਮ ਤੇ ਹੋ ਸਕਦਾ ਕਿ ਲੋਕ ਉਹਨਾਂ ਦੀ ਨਿੰਦਿਆ ਕਰਦੇ ਹੋਣ, ਤੇ ਹੁਣ ਉਹ ਕਹਿੰਦੇ ਆ ਕਿ ਤੁਹਾਡੀ ਨਿੰਦਿਆ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ। ਕਿਉਂਕਿ ਉਹ ਕਿਉਂ ਨਹੀਂ ਹੁੰਦਾ? ਫਿਰ ਅਗਲੀ ਤੁਕ ਜੋ ਸਮਝਾ ਰਹੇ ਨੇ, ਤਨ ਮਨ ਰਾਮ ਪਿਆਰੇ ਜੋਗ, ਕਿ ਮੇਰਾ ਤਨ ਤੇ ਮੇਰਾ ਮਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਨਾਲ ਜੋਗ ਦਾ ਮਤਲਬ ਹੁੰਦਾ ਜੁੜ ਚੁੱਕਿਆ। ਹਾਂ, ਜੁੜ ਗਿਆ ਨਾ। ਹੁਣ ਜਿਹੜਾ ਤਨ ਤੇ ਮਨ ਜੁੜ ਗਿਆ ਨਾ, ਦੇਖੋ ਇਹਦੇ ਵਿੱਚ ਇੱਕ ਹੀ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋ। ਆਮ ਜਿਹੜਾ ਬੰਦਾ ਕੀ ਸੋਚਦਾ ਹੈ ਕਿ ਰੱਬ ਕਿਤੇ ਹੋਰ ਬੈਠਾ ਹੈ ਤੇ ਮੈਂ ਕਿਤੇ ਹੋਰ ਬੈਠਾ, ਇਸੇ ਕਰਕੇ ਤੇ ਮਾੜੇ ਕਰਮ ਕਰਦਾ, ਜਨਤ ਵੀ ਔਗਣ ਕਰੇ। ਕਿਉਂਕਿ ਉਹਨੇ ਪਹਿਲੇ ਦਿਨ ਤੋਂ ਹੀ ਪ੍ਰਮਾਤਮਾ ਨੂੰ ਦੂਰ ਬਣਾਇਆ। ਧਾਰਮਿਕ ਸਥਾਨਾਂ ਦੇ ਅੰਦਰ ਉੱਤੋਂ ਜਿਹੜੇ ਗਾਈਡ ਨੂੰ ਹੁੰਦੇ ਨੇ ਉਹ ਵੀ ਵਿਚਾਰੇ ਦੱਸ ਦਿੰਦੇ ਆ ਕਿ ਰੱਬ ਕਿਤੇ ਹੋਰ ਬੈਠਾ ਹੈ, ਤੈਨੂੰ ਉੱਥੇ ਲੈ ਕੇ ਜਾਵਾਂਗੇ, ਤੇਰਾ ਮਿਲਣ ਕਰਾਵਾਂਗੇ। ਇਸ ਕਰਕੇ ਬੰਦਾ ਜਿਹੜਾ ਨਾ ਉਹ ਫਿਰ ਨਾ ਉਹ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ ਨਾ। ਉਹ ਖੁਦ ਵੀ ਮੰਨਣਾ ਨਹੀਂ ਚਾਹੁੰਦਾ ਕਿ ਪ੍ਰਮਾਤਮਾ ਮੇਰੇ ਅੰਦਰ ਹੈਗਾ। ਤੇ ਬ੍ਰਹਮ ਗਿਆਨੀ ਜਿਹੜਾ ਇਹ ਸਮਝਾਉਣਾ ਚਾਹੁੰਦਾ ਵਾ, ਉਹ ਚਾਹੁੰਦਾ ਵਾ ਕਿ ਵੀ ਤੁਹਾਨੂੰ ਇਹ ਪਤਾ ਹੋਵੇ ਕਿ ਪ੍ਰਮਾਤਮਾ ਤੇਰੇ ਅੰਦਰ ਆ, ਤੇਰੇ ਅੰਦਰੋਂ ਤੇਰੀਆਂ ਹਰਕਤਾਂ ਨੂੰ ਦੇਖਦਾ ਹੈ। ਪਰ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ, ਕਿਉਂਕਿ ਪ੍ਰਮਾਤਮਾ ਜਿਹੜਾ ਸਰਵ ਵਿਆਪਕ ਇੱਕ ਤੱਤ ਹੈ, ਆਤਮਾ ਹੈ, ਉਹ ਸਾਡੇ ਅੰਦਰੋਂ ਵੇਖਦਾ ਹੈ। ਹੁਣ ਇਹ ਪਤਾ ਕੀ ਕਹਿ ਰਹੇ ਨੇ, ਉਹ ਕਹਿੰਦੇ ਕਿ ਭਾਵੇਂ ਲੋਕੀ ਮੇਰੀ ਨਿੰਦਿਆ ਕਰੀ ਜਾਣ, ਪਰ ਜਿਹੜਾ ਮੇਰੇ ਅੰਦਰ ਪ੍ਰਮਾਤਮਾ ਵਸਦਾ ਹੈ, ਜਿਹੜਾ ਉਹ ਮੈਨੂੰ ਵੇਖਦਾ ਹੈ, ਉਹਨੂੰ ਪਤਾ ਹੈ ਮੈਂ ਸਹੀ ਹੈ ਜਾਂ ਗਲਤ। ਹੁਣ ਜੇਕਰ ਮੈਂ ਸੱਚਾ ਵਾਂ ਤੇ ਦੇਖੋ ਉਹਦੇ ਵਿੱਚ ਮੈਨੂੰ ਫਿਰ ਬਾਹਰ ਦੇ ਲੋਕਾਂ ਦਾ ਜਿਹੜਾ ਓਪੀਨੀਅਨ ਆ ਉਹ ਇੰਨਾ ਮੇਰੇ ਲਈ ਮੈਟਰ ਨਹੀਂ ਕਰਦਾ। ਹੁਣ ਦੇਖੋ ਆਪਣੇ ਮਨਮੋਹਨ ਸਿੰਘ ਜੀ ਸੀ ਤੇ ਦੁਨੀਆ ਬੜਾ ਬਕਵਾਸ ਕਰਦੀ ਸੀ, ਉਹ ਮਨਮੋਹਨ ਸਿੰਘ ਏਦਾਂ ਹੈ, ਉਹ ਬੋਲਦਾ ਨਹੀਂ ਤੇ ਇੰਜ ਨਹੀਂ ਇੰਜ ਕਰਦਾ। ਹੁਣ ਸਾਰੇ ਕਹਿੰਦੇ ਕਿ ਉਹ ਬੰਦਾ ਬਹੁਤ ਵਧੀਆ। ਕਿਉਂ ਵਧੀਆ ਸੀ? ਉਹ ਬੰਦਾ ਸਹੀ ਹੈ ਹੀ ਵਧੀਆ ਸੀ ਨਿੱਜਰ ਸਾਹਿਬ। ਪਰ ਉਹ ਦੱਸਣ ਦੀ ਲੋੜ ਨਹੀਂ ਉਹਨੂੰ। ਉਹ ਕਹਿੰਦਾ ਮੈਂ ਸਹੀ ਜਾਂ ਮੈਂ ਗਲਤ ਹੈ, ਵਕਤ ਦੱਸੂਗਾ। ਬਿਲਕੁਲ, ਵਕਤ ਦੱਸੂਗਾ, ਮੇਰੇ ਕਰਮ ਦੱਸਣਗੇ। ਹਾਂ, ਤੇ ਉਹਦੇ ਕਰਮ ਦੱਸਿਆ। ਮੁੜ ਕੇ ਉਹ ਕਹਿੰਦਾ ਜੋ ਮੈਂ ਕਰ ਗਿਆ ਬਹੁਤ ਕੁਛ ਕਰ ਗਿਆ, ਪਰ ਤੁਸੀਂ ਮੇਰੀ ਕਦਰ ਨਹੀਂ ਕੀਤੀ, ਤੁਸੀਂ ਕਿਲੋ ਸਵਾਹ ਪਾਈ। ਪਰ ਅੱਜ ਵੇਖੋ ਇਹ ਉਸ ਬੰਦੇ ਦੀ ਜਿਹੜੀ ਜ਼ਿੰਦਗੀ ਆ, ਆਪ ਇਹ ਜਸਟ ਦੇਖੋ, ਕਈ ਲੋਕ ਹੁੰਦੇ ਹੀ ਬ੍ਰਹਮ ਗਿਆਨੀ ਆ। ਉਹ ਬੰਦਾ ਭਾਵੇਂ ਇੱਕ ਸੰਸਾਰੀ ਬੰਦਾ ਸੀ, ਪਰ ਉਹ ਬ੍ਰਹਮ ਗਿਆਨੀ ਅਵਸਥਾ ਸੀ ਉਹਦੀ। ਉਦੋਂ ਵੇਖੋ ਸੈਂਟਰ 'ਚ ਸਰਕਾਰ ਉਹਨਾਂ ਦੀ, ਤੇ ਇੱਥੇ ਆਪਣੇ ਅਕਾਲੀ ਜਿੱਤੇ ਸੀ ਪੰਜਾਬ 'ਚ, ਉਦੋਂ ਕਿੰਨਾ ਪੈਸਾ ਉਹਨੇ ਪੰਜਾਬ ਲਈ ਭੇਜਿਆ। ਇੱਕ ਪੰਜਾਬੀ ਪੰਜਾਬ ਦੀ ਕਿੰਨਾ ਚਾਹੁੰਦਾ ਹੈ ਕਿ ਉਹ ਪੰਜਾਬ ਮੇਰਾ ਜਿਹੜੀ ਸਟੇਟ ਹੈ ਮੇਰੀ ਉੱਪਰ ਆਵੇ। ਬਲੱਡ ਖਿੱਚਦਾ ਨਾ ਬੰਦੇ ਨੂੰ। ਤੇ ਉਦੋਂ ਵੇਖ ਲਓ ਉਸ ਬੰਦੇ ਦੀ ਕੋਈ ਕਦਰ ਨਹੀਂ, ਕੀਮਤ ਨਹੀਂ। ਇਹਨਾਂ ਨੇ ਕਿਲੋ ਗਾਲਾਂ ਕੱਢੀਆਂ ਪਿਓ ਪੁੱਤਾਂ ਨੇ। ਹੁਣ ਵੇਖ ਲਓ ਇਹਨਾਂ ਦੀ ਸੈਂਟਰ 'ਚ ਸਰਕਾਰ ਆ, ਤੇ ਉਹ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਤੇ ਵੇਖ ਲਓ ਇਹਨਾਂ ਦਾ ਬੁਰਾ ਹਾਲ ਸੀ, ਉਹਨਾਂ ਦੁੱਕੀ ਨਹੀਂ ਦਿੱਤੀ। ਅਬ ਜਸਟ ਦੇਖੋ, ਪਰ ਵਕਤ ਨੇ ਉਸ ਚੀਜ਼ ਦਾ ਜਵਾਬ ਦਿੱਤਾ। ਉਸ ਬੰਦੇ ਨੇ ਕਿਹਾ ਵਕਤ ਮੇਰਾ, ਮੈਂ ਨਹੀਂ ਜਵਾਬ ਦੇਵਾਂਗਾ। ਮੈਂ ਕੀ ਆਵਾਜ਼ ਬੰਦ ਹੋ ਗਈ ਗੁਰਕੀ ਸਾਹਿਬ। ਹੁਣ ਦੇਖੋ ਇੱਥੇ ਉਹ ਕਹਿ ਰਹੇ ਨੇ ਕਿ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਮੈਨੂੰ ਤੁਸੀਂ ਨਿੰਦਿਆ ਕਰੋ। 3 ਵਾਰੀ ਕਹਿਤਾ ਕਿ ਤਨ ਮਨ ਰਾਮ ਪਿਆਰੇ ਜੋਗ, ਕਿਉਂਕਿ ਮੇਰਾ ਜਿਹੜਾ ਸੰਬੰਧ ਆ ਉਸ ਪ੍ਰਮਾਤਮਾ ਦੇ ਨਾਲ ਹੋ ਚੁੱਕਿਆ, ਮੇਰਾ ਤਨ ਦਾ ਤੇ ਮੇਰੇ ਮਨ ਦਾ। ਔਰ ਇਸ ਚੀਜ਼ ਦੇ ਲਈ ਉਹਨਾਂ ਨੂੰ ਕੋਈ ਸਟੇਟਮੈਂਟ ਦੇਣ ਦੀ ਲੋੜ ਨਹੀਂ ਆ, ਕਿਉਂਕਿ ਇਹ ਕੋਈ ਬਾਹਰੀ ਲੋਕਾਂ ਨੂੰ ਦੱਸਣ ਦਾ ਵਿਸ਼ਾ ਨਹੀਂ ਹੈ ਨਿੱਜਰ ਸਾਹਿਬ। ਪਰ ਆਪਾਂ ਤੇ ਦੱਸਣਾ ਚਾਹੁੰਦੇ ਨਾ ਕਿ ਮੈਂ ਧਾਰਮਿਕ ਹੋ ਗਿਆ। ਪੰਗਾ ਤੇ ਇਹ ਹੈ ਨਾ। ਬਿਲਕੁਲ, ਆਮ ਸੰਸਾਰਿਕ ਬੰਦਾ ਹੈ, ਉਹਨੂੰ ਚੈਨ ਥੋੜੀ ਮਿਲਦਾ ਕਿ ਮੇਰਾ ਰੱਬ ਨਾਲ ਸੰਬੰਧ ਜੁੜ ਗਿਆ। ਉਹ ਕਹਿੰਦਾ ਜਦ ਤੱਕ 100-200 ਬੰਦੇ ਨੂੰ ਮੈਂ ਦੱਸ ਨਹੀਂ ਦਿੰਦਾ, ਉਹਨੂੰ ਚੈਨ ਨਹੀਂ ਆਉਂਦਾ। ਇਹੋ ਹੀ ਤਾਂ ਪ੍ਰੋਬਲਮ ਹੈ। ਪਰ ਜਿਹੜੇ ਨੂੰ ਪ੍ਰਾਪਤ ਹੋ ਗਿਆ ਉਹ ਦਸਾਉਣ ਦੇ ਚੱਕਰ 'ਚ ਨਹੀਂ ਬਹਿੰਦਾ, ਉਹ ਤੇ ਸ਼ਾਂਤ ਹੋ ਕੇ ਬੈਠਾ। ਹੁਣ ਤਾਂ ਪਤਾ ਮੇਰੇ ਪੱਲੇ ਕੀ ਹੈਗਾ, ਮੇਰੇ ਕੋਲ ਅਸਲੀ ਹੈ ਜਾਂ ਨਕਲੀ। ਸੋ ਇੱਥੇ ਇਸ ਚੀਜ਼ ਨੂੰ ਆਪ ਸਮਝਣਾ ਹੈ ਕਿ ਆਪਾਂ ਨੂੰ ਉਹ ਸਮਝਾ ਰਹੇ ਨੇ ਕਿ ਮੇਰਾ ਜਿਹੜਾ ਜੀਵਨ ਆ ਉਹ ਬਦਲ ਚੁੱਕਿਆ। ਦੇਖੋ 2 ਚੀਜ਼ਾਂ ਨੇ ਤੁਹਾਡੀ ਜ਼ਿੰਦਗੀ 'ਚ, ਇੱਕ ਤੇ ਆ ਤੁਹਾਡੇ ਅੰਦਰ ਸ਼ਾਂਤੀ ਤੇ ਇੱਕ ਅਸ਼ਾਂਤੀ। ਜੇਕਰ ਤੁਸੀਂ ਸ਼ਾਂਤੀ ਦੇ ਵੱਲ ਜਾ ਰਹੇ ਹੋ
ਅਸ਼ਾਂਤੀ ਘਟ ਰਹੀ ਆ, ਭਾਵੇਂ ਤੁਸੀਂ ਜੋ ਮਰਜ਼ੀ ਕਰ ਰਹੇ ਜੋ, ਇਹਦਾ ਮਤਲਬ ਮਾਰਗ ਸਾਹਿਬ ਨਿੱਜਰ ਸਾਹਿਬ ਤੁਹਾਡਾ ਮਾਰਗ ਸਹੀ ਆ। ਬਿਲਕੁਲ। ਤੇ ਜੇ ਤੁਹਾਡੇ ਅੰਦਰ ਅਸ਼ਾਂਤੀ ਵੱਧ ਰਹੀ ਆ, ਸ਼ਾਂਤੀ ਘਟ ਰਹੀ ਹੈ, ਭਾਵੇਂ ਤੁਸੀਂ ਜੋ ਕੁਝ ਮਰਜ਼ੀ ਕਰ ਰਹੇ ਜੋ, ਮੈਂ ਉਹਦੇ ਬਾਰੇ ਕੋਈ ਲੇਬਲ ਨਹੀਂ ਕਰਾਂਗਾ, ਇਹਦਾ ਮਤਲਬ ਕਿ ਤੁਸੀਂ ਗਲਤ ਦਿਸ਼ਾ ਦੇ ਵੱਲ ਜਾ ਰਹੇ। ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਕਰ ਰਹੇ ਜੋ, ਤੁਸੀਂ ਕਿੱਥੇ ਜਾ ਰਹੇ ਜੋ। ਇਹ ਤੁਹਾਡੇ ਜੀਵਨ ਦਾ ਇੱਕ ਪੈਮਾਨਾ ਹੈ। ਤੁਸੀਂ ਆਪਣੇ ਜੀਵਨ ਨੂੰ ਜੇ ਤੋੜਨਾ ਚਾਹੋ, ਇਹ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਤੁਸੀਂ ਇਹਦੇ ਹਿਸਾਬ ਨਾਲ ਵੇਖ ਲਿਓ। ਇੱਕ ਚੀਜ਼ ਹੋਰ ਯਾਦ ਰੱਖਣਾ, ਕਿਉਂਕਿ ਬਾਣੀ ਬੜੀ ਕਲੀਅਰ ਗੱਲ ਕਰਦੀ ਆ, ਜੇ ਤੁਸੀਂ ਸੱਚੇ ਚੱਲੋਗੇ ਤੇ ਮਨ ਸ਼ਾਂਤ ਹੋਣਾ ਜੇ ਤੁਸੀਂ ਸੱਚ ਤੇ ਨਹੀਂ ਚੱਲੋਗੇ ਤੇ ਮਨ ਨੇ ਸ਼ਾਂਤ ਨਹੀਂ ਹੋਣਾ। ਬਿਲਕੁਲ ਸਹੀ ਗੱਲ ਹੈ। ਜੇ ਸ਼ਾਂਤ ਨਹੀਂ ਹੈ ਮਨ ਤੇ ਫਿਰ ਆਪਾਂ ਗਲਤ ਰਸਤੇ ਤੇ ਚੱਲ ਰਹੇ, ਸੱਚ ਤੇ ਨਹੀਂ ਚੱਲ ਰਹੇ ਭਾਈ, ਹੋਰ ਕੁਛ ਤੇ ਚੱਲ ਰਹੇ ਆਪਾਂ ਫਿਰ। ਕਿਉਂਕਿ ਉਹ ਬਿਲਕੁਲ ਹੀ ਉਹ ਮਨ ਨੇ ਸ਼ਾਂਤ ਮਨ ਪੈਦਾ ਕਿੱਥੋਂ ਹੁੰਦਾ ਹੈ? ਤੁਹਾਡੇ ਝੂਠ ਤੋਂ। ਬਿਲਕੁਲ ਸਹੀ ਗੱਲ ਹੈ। ਸੱਚ ਤੇ ਮਨ ਹੈਗਾ ਹੀ ਨਹੀਂ। ਸੱਚ ਤੇ ਕਿੱਥੇ ਮਨ ਆ? ਉਹ ਤੇ ਬੋਲਤਾ, ਗੱਲ ਖਤਮ ਹੋ ਗਈ। ਨਿੱਜਰ ਸਾਹਿਬ ਨੇ ਕਿਹਾ ਤੇਰੇ ਬੁੱਝ ਕਿੰਨੇ ਆ? ਮੈਂ ਕਹੂੰਗਾ ਜੀ 100 ਰੁਪਇਆ। ਹੈ ਹੀ 100 ਆ, ਤੇ ਮਨ ਨੂੰ ਬਹਾਨਾ ਥੋੜੀ ਮਿਲਣਾ। ਪਰ ਪੰਗਾ ਤੇ ਤਾਂ ਪੈ ਜਾਣਾ, ਮੇਰੇ ਬੁੱਝ ਹੋ ਸਕਦਾ 5000 ਹੋਵੇ, ਮੇਰੇ ਬੁੱਝ ਹੋਵੇ 2 ਰੁਪਏ, ਨਾਲ ਤੇ ਮਨ ਨੇ ਤੁਰ ਪੈਣਾ ਉਸੇ ਟਾਈਮ ਹੀ। ਸਹੀ ਹੈ। ਸੱਚ ਬੋਲਿਆ ਥੋੜੀ ਕੋਈ ਪ੍ਰੋਬਲਮ ਹੁੰਦੀ ਆ। ਸੱਚ ਕਿਤੇ ਵੀ ਤੁਹਾਨੂੰ ਸੱਟ ਨਹੀਂ ਮਾਰਨਾ ਚਾਹੁੰਦਾ। ਲੋਕੀ ਕਹਿੰਦੇ ਨੇ ਕਿ ਸੱਚ ਬੜਾ ਜੀ ਪੱਥਰ ਨੂੰ ਵੱਜਦਾ। ਨਹੀਂ ਸੱਚ ਵੱਜਦਾ। ਸੱਚ ਤੇ ਤੁਹਾਨੂੰ ਜਿੰਦਾ ਰੱਖਣਾ ਚਾਹੁੰਦਾ ਹੈ, ਤੁਹਾਨੂੰ ਬਚਾਉਣਾ ਚਾਹੁੰਦਾ ਹੈ। ਬਿਲਕੁਲ ਸੱਚ ਹੀ ਹੈਗੇ ਆਪਾਂ, ਆਤਮਾ ਹੀ ਹੈਗੇ ਆ, ਬਾਕੀ ਸਾਰਾ ਝੂਠ ਆ। ਸੱਚ ਆਪਾਂ ਸਿਰਫ ਆਤਮਾ ਹੈਗੇ ਆ, ਸੱਚ ਹੀ ਹੈਗੇ ਆ ਆਪਾਂ, ਬਸ ਇੱਥੇ ਹੀ ਪਹੁੰਚਣਾ ਹੈ ਆਪਾਂ ਨੇ। ਹਾਂਜੀ ਵੀਰ ਜੀ। ਸੱਚ ਨਿੱਜਰ ਸਾਹਿਬ, ਸੱਚ ਜਿਹੜਾ ਹੈ ਨਾ, ਸੱਚ ਕਿਤੇ ਸਾਨੂੰ ਚੋਟ ਮਾਰਨਾ ਹੀ ਨਹੀਂ ਚਾਹੁੰਦਾ। ਸੱਚ ਸਾਨੂੰ ਇਹ ਦਿਖਾਉਂਦਾ ਹੈ ਕਿ ਬਈ ਤੂੰ ਆਪਣੇ ਤੇ ਕੁਛ ਲੇਬਲ ਲਾ ਕੇ ਬੈਠਾ ਹੈ, ਇਹਨੂੰ ਉਤਾਰ। ਤੈਨੂੰ ਆਪਣਾ ਚਿਹਰਾ ਦਿਖਾਈ ਦੇਵੇ, ਤੈਨੂੰ ਪਤਾ ਲੱਗੇ ਕਿ ਤੇਰੇ ਪੇਟ 'ਚ ਕਿਹੜੀ ਬਿਮਾਰੀ ਹੈ, ਤੂੰ ਤਾਂ ਇਲਾਜ ਵੀ ਕਰਾ ਲੇਗਾ। ਪਰ ਜੇ ਤੂੰ ਉਹ ਚਸ਼ਮਾ ਨਹੀਂ ਉਤਾਰਨਾ ਚਾਹੁੰਦਾ, ਹੁਣ ਦੇਖੋ ਕਈ ਬੰਦੇ ਹੁੰਦੇ ਨੇ, ਉਹ ਏਦਾਂ ਦੇ ਮੂਡ ਪੈਦਾ ਹੁੰਦੇ ਨੇ, ਸਾਡੇ ਖਾਨਦਾਨ 'ਚ ਵੀ ਹੈਗੇ ਨੇ, ਉਹ ਜਿਵੇਂ ਦੇ ਜੰਮੇ ਮੂਡ ਆਖਰ ਤੱਕ ਉਹਨਾਂ ਨੇ ਮੂਡਾਂ ਦੇ ਵਾਂਗੂ ਜੀਵਨ ਬਤੀਤ ਕਰਨਾ। ਨਹੀਂ ਬਦਲੇ ਉਹ ਲੋਕ, ਉਹਨਾਂ ਆਪਣੇ ਸੁਭਾਅ ਦਾ ਤਿਆਗ ਨਹੀਂ ਕੀਤਾ, ਉਹ ਏਦਾਂ ਦਾ ਜੀਵਨ ਬਤੀਤ ਕੀਤਾ, ਉਹ ਏਦਾਂ ਦਾ ਲੈਂਜ ਲਾ ਕੇ ਉਹ ਸੰਸਾਰ ਤੇ ਆਏ। ਉਹਨਾਂ ਨੇ ਉਸੇ ਲੈਂਜ ਦੇ ਵਿੱਚ ਹੀ ਦੁਨੀਆ ਨੂੰ ਦੇਖਿਆ। ਬਈ ਛੱਡਣਾ ਹੀ ਨਹੀਂ ਚਾਹੁੰਦੇ, ਉਹਨਾਂ ਦੇ ਰੰਗ ਚੜਿਆ ਹੀ ਨਹੀਂ। ਨਾ ਉਹ ਛੱਡਣਾ ਵੀ ਨਹੀਂ ਚਾਹੁੰਦੇ ਗੋਰਖੀ ਸਾਹਿਬ, ਛੱਡਣਾ ਵੀ ਨਹੀਂ ਚਾਹੁੰਦੇ, ਗੁਰੂ ਦੀ ਮੱਤ ਲੈਣਾ ਹੀ ਨਹੀਂ ਚਾਹੁੰਦੇ, ਦੂਸਰੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ, ਆਪਣੀ ਗੱਲ ਦੇ ਅੱਗੇ ਦੂਸਰੇ ਨੂੰ ਬਿਲਕੁਲ ਜਿਹੜਾ ਹੈਗਾ ਉਹ ਤਾਂ ਧੱਕੇ ਮਾਰ ਕੇ ਪਾਸੇ ਸੁੱਟ ਦਿੰਦੇ। ਹਾਂਜੀ ਵੀਰ, ਨਹੀਂ ਸੁਣਨਾ ਚਾਹੁੰਦੇ। ਹੁਣ ਕਰ ਰਿਹਾ ਕੋਈ, ਹਾਂਜੀ ਉਹ ਨਹੀਂ ਸੁਣਨਾ ਚਾਹੁੰਦੇ। ਉਹਨਾਂ ਨੂੰ ਤੁਸੀਂ ਕੁਝ ਵੀ ਸਮਝਾਉਣ ਦੀ ਗੱਲ ਕਰਦੇ ਜੋ, ਉਹ ਬੰਦਾ ਮੰਨਦਾ ਹੀ ਨਹੀਂ ਮੰਨਦਾ। ਬਿਲਕੁਲ। ਔਰ ਉਹ ਬੰਦਾ ਉਹ ਇੱਕ ਛੋਟੇ ਜਿਹੇ ਸੰਸਾਰ 'ਚ ਆਪਣਾ ਜੀਵਨ ਬਤੀਤ ਕਰਦਾ ਹੈ। ਐਡਾ ਮੂੜ ਹੀ ਹੁੰਦਾ ਵਾ, ਉਹਨੂੰ ਇੰਨੀ ਅਕਲ ਨਹੀਂ ਆਉਂਦੀ। ਇੱਕ ਬੰਦਾ ਗਲਤ ਆ, 2 ਬੰਦੇ ਗਲਤ ਆ, 3 ਬੰਦੇ ਗਲਤ ਆ, ਤੂੰ ਨਹੀਂ ਵੇਂਦਾ ਪਿਆ ਸਾਰੀ ਦੁਨੀਆ ਤੈਨੂੰ ਲਾਈਕ ਨਹੀਂ ਕਰਨ ਦੀ। ਬਿਲਕੁਲ। ਤੂੰ ਐਸੀ ਚੀਜ਼ ਖਵਾਉਂਦੇ ਨਹੀਂ ਖਾਂਦੇ ਹੈਗੇ, ਤੈਨੂੰ ਛੱਡ ਕੇ ਭੱਜਣ ਦੇ ਆ, ਤੇਰਾ ਦਿਮਾਗ ਨਹੀਂ ਕੰਮ ਕਰਨ ਦਿਆ। ਤੂੰ ਕੀ ਕਰਨੇ ਆ, ਸਾਬਤ ਕਰਨੇ ਆ ਤੂੰ ਕੱਲਾ ਹੀ ਸੱਚਾ ਵਾ। ਪਰ ਨਹੀਂ ਉਹ ਮੰਨਦਾ ਵੀਰ ਨਾ। ਬਿਲਕੁਲ। ਕਹਿੰਦਾ ਮੈਂ ਸੱਚਾ ਵਾ, ਉਹ ਕਹਿੰਦਾ ਸਾਰੇ ਗਲਤ ਆ। ਉਹ ਫਿਰ ਤੁਰਿਆ ਜਾਂਦਾ, ਫਿਰ ਕੱਲਾ ਹੀ ਰਹਿ ਜਾਂਦਾ ਜੰਗਲ 'ਚ। ਉਹ ਹਿਸਾਬ ਆ ਕਿ ਕਈ ਬੰਦੇ ਏਦਾਂ ਦੇ ਮੂਡ ਹੁੰਦੇ ਨੇ, ਉਹ ਕਿਤੇ ਨਹੀਂ ਵਿਚਾਰ ਕਰਦੇ। ਆਪਣੇ ਜੀਵਨ ਤੇ ਨਜ਼ਰ ਮਾਰਿਆ ਕਰੋ, ਦੇਖੋ ਮੈਂ ਕੀ ਪਾ ਰਿਹਾ, ਮੈਂ ਕੀ ਖੋ ਰਿਹਾ, ਮੈਂ ਅੱਗੇ ਤੋਂ ਪ੍ਰੋਗਰੈਸ ਕਰ ਰਿਹਾ ਜਾਂ ਮੈਂ ਡਾਊਨਫਾਲ ਜਾ ਰਿਹਾ। ਹੁਣ ਦੇਖੋ ਆਪਾਂ ਬੱਚੇ ਦੇ ਸਾਲ ਬਾਅਦ ਪੇਪਰ ਹੁੰਦੇ ਆ ਤੇ ਆਪਾਂ ਵਹਿੰਦੇ ਨਾ, ਉਹ ਸਾਨੂੰ ਸੱਦਦੇ ਨੇ ਉਹਨਾਂ ਦੇ ਟੀਚਰ, ਕਹਿੰਦੇ ਆਓ ਜੀ, ਆਹ ਤੁਹਾਡੇ ਬੱਚੇ ਦੀ ਜੋ ਵੀ ਤੁਸੀਂ ਕਾਰਗੁਜ਼ਾਰੀ ਕੀਤੀ ਆ ਸਾਲ ਦੀ, ਚੱਕੋ ਦੇਖੋ ਇੱਥੇ ਨਜ਼ਰ ਮਾਰੋ। ਫਿਰ ਆਪਾਂ ਕੀ ਕਰਦੇ ਆ, ਆਪਾਂ ਕਹਿੰਦੇ ਆ ਕਿ ਪਿਛਲੇ ਸਾਲ 'ਚ ਬਈ ਇਹਦੇ 70 ਨੰਬਰ ਆਏ ਸੀ। ਆਪਾਂ ਵਰਟੀਕਲ ਕੰਪੀਟੀਸ਼ਨ ਕਰਨਾ, ਨਾ ਕਿ ਲੋਕਾਂ ਦੇ ਬੱਚਿਆਂ ਨਾਲ ਨਹੀਂ ਕਿਤੇ ਕੰਪੇਅਰ ਕਰਦੇ। ਅਸੀਂ ਕਹਿੰਦੇ ਯਾਰ ਕਮਲ ਪਿਛਲੀ ਵਾਰੀ ਤੇਰੇ 70 ਆਏ ਸੀ, ਯਾਰ ਕੀ 75% ਆਏ, ਬੱਚੇ ਬਹੁਤ ਵਧੀਆ। ਤੇ ਇਹੋ ਸਾਡਾ ਜੀਵਨ ਆ। ਹੁਣ ਇੱਥੇ ਉਹ ਗੱਲ ਕਰਦੇ ਨੇ, ਆਹ ਦੇਖੋ ਉੱਪਰਲੀ ਤੁਕ ਦੇ ਉੱਤੇ ਇਹਨਾਂ ਨੇ ਇਹੋ ਗੱਲ ਸਮਝਾਈ ਆ, ਇਹ ਚੀਜ਼ ਨੂੰ ਆਪ ਸਮਝੋ। ਕਹਿੰਦੇ ਰਚ ਰਚ ਤਾਂ ਕਾ ਕਰੋ ਸ਼ਿੰਗਾਰ, ਮੈਂ ਬੋਰੀ ਮੇਰਾ ਰਾਮ
ਪਤਾਰ। ਉਹ ਦੇਖੋ ਕਿ ਹਾਂ ਹੁਣ ਉਹਨੇ ਕਹਿੰਦੇ ਆ ਕਿ ਮੈਂ ਉਹ ਗਹਿਣਿਆਂ ਦਾ ਸ਼ਿੰਗਾਰ ਕਰ ਰਿਹਾ, ਔਰ ਮੇਰੇ ਜੇ ਪਹਿਲਾਂ 3 ਗਹਿਣੇ ਲੱਗੇ ਸੀ ਹੁਣ ਮੇਰੇ 4 ਹੋ ਗਏ। ਪਹਿਲਾਂ ਮੈਂ ਹੋਰ ਤਰ੍ਹਾਂ ਦਾ ਸੋਚਦਾ ਸੀ, ਅੱਜ ਮੇਰੀ ਜ਼ਿੰਦਗੀ ਸੱਚ ਆ ਗਿਆ, ਕੁਝ % ਮੈਂ ਸੱਚ ਦਾ ਇਸਤੇਮਾਲ ਕਰਦਾ। ਤੇ ਉਹ ਸਾਡਾ ਉਚਾਈ ਦੇ ਵੱਲ ਜੀਵਨ ਹੈ। ਤੇ ਜੇ ਮੈਂ ਹੋਰ ਝੂਠਾ ਹੋ ਗਿਆ, ਜੇ ਮੈਂ ਹੋਰ ਕਰਪਟ ਹੋ ਗਿਆ, ਜੇ ਮੈਂ ਹੋਰ ਬੇਈਮਾਨੀ ਹੋ ਗਿਆ, ਜੇ ਮੈਂ ਹੋਰ ਲਾਲਚੀ ਹੋ ਗਿਆ, ਇਹਦਾ ਮਤਲਬ ਕਿ ਨੰਬਰ ਘਟ ਰਹੇ ਨੇ, ਨੰਬਰ ਵੱਧ ਨਹੀਂ ਰਹੇ। ਹਾਂ, ਪਰ ਬਾਹਰ ਪ੍ਰਾਪਰਟੀ ਵੱਧ ਰਹੀ ਹੈ। ਪੰਗਾ ਤੇ ਇਹ ਹੈ, ਪਰ ਅੰਦਰ ਪ੍ਰਾਪਰਟੀ ਘਟ ਰਹੀ ਹੈ। ਹੁਣ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਚਾਹੀਦੀ ਹੈ, ਪਰ ਜਾਣੀ ਅੰਦਰ ਵਾਲੀ ਹੈ, ਬਾਹਰ ਵਾਲੀ ਤੇ ਜਾਣੀ ਨਹੀਂ, ਉਹ ਇੱਥੇ ਰਹਿ ਜਾਣੀ ਹੈ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਕਹਿੰਦੇ ਕਿ ਤੁਸੀਂ ਇਹ ਨਾ ਸੋਚੋ ਕਿ ਮੇਰੇ ਕੋਲ ਬਾਹਰੀ ਸੰਸਾਰ ਤੇ ਉਨੇ ਪਦਾਰਥ ਨਹੀਂ ਹੈਗੇ, ਪਰ ਮੈਂ ਅੰਦਰੋਂ ਕਾਫੀ ਜ਼ਿਆਦਾ ਅਮੀਰ ਹੋ ਚੁੱਕੇ ਹਾਂ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਰਹਾਓ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ। ਕਹਿੰਦੇ ਦੇਖ ਲਾ ਪਿਆਰਿਆ, ਜੇ ਕੋਈ ਮੰਨਦਾ ਹੈ ਠੀਕ ਹੈ, ਨਹੀਂ ਮੰਨਦਾ ਤਾਂ ਵੀ ਠੀਕ ਹੈ ਭਾਈ, ਤਾਂ ਵੀ ਠੀਕ ਹੈ। ਕਿਸੇ ਦੇ ਨਾਲ ਵੀ ਬਹਿਸ ਮੁਬੈਸਾ ਨਾ ਕਰ, ਕਿਸੇ ਦੇ ਨਾਲ ਵੀ ਬਹਿਸ ਮੁਬੈਸਾ ਨਾ ਕਰ। ਅਗਲਾ ਮੰਨਦਾ ਹੈ ਤੇ ਠੀਕ ਹੈ, ਨਹੀਂ ਮੰਨਦਾ ਤੇ ਚੁੱਪ ਹੋ ਜਾ, ਬਸ ਅਗਲੇ ਨੂੰ ਸਲੂਟ ਮਾਰ ਦੇ, ਬਸ ਯੈਸ ਕਹਿ ਦੇ। ਬਸ ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਹਿੰਦੇ ਤਾਂ ਜਿਹੜਾ ਹੈਗਾ ਉਹ ਅੰਮ੍ਰਿਤ ਤੱਕ ਪਹੁੰਚ ਸਕਦਾ ਹੈ ਪਿਆਰਿਆ, ਤਾਂ ਅਮਰ ਹੋ ਸਕਦਾ ਹੈ। ਨਹੀਂ ਤਾਂ ਫਿਰ ਜਿਹੜਾ ਹੈਗਾ ਫਿਰ ਫਸ ਜਾਏਗਾ ਇੱਥੇ। ਫਿਰ ਜਿਹੜਾ ਹੈਗਾ ਤੇਰੇ ਜਿਹੜੇ ਹੈਗੇ ਸਵਾਸ ਜਿਹੜੇ ਹੈਗੇ, ਤੇਰੀ ਯਾਤਰਾ ਜਿਹੜੀ ਹੈਗੀ ਫਿਰ ਰੁਕਾਵਟ ਪੈ ਜਾਏਗੀ। ਹਾਂਜੀ ਵੀਰ ਜੀ। ਹੁਣ ਉਹ ਕਹਿੰਦੇ ਕਿ ਬਾਦ ਵਿਵਾਦ ਨਾ ਕਰੋ ਨਾ। ਬਿਲਕੁਲ, ਕਿਸੇ ਦੇ ਨਾਲ ਵੀ ਨਾ ਕਰੋ, ਕਿਸੇ ਦੇ ਨਾਲ ਵੀ, ਕਿਸੇ ਦੇ ਨਾਲ ਨਾ ਕਰੋ। ਹੁਣ ਤੁਸੀਂ ਦੇਖੋ ਕਿ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਜੋ ਅਗਲਾ ਨਹੀਂ ਸਮਝਦਾ ਕੀ ਕਰ ਲੋਗੇ? ਕਿੱਦਾਂ ਸਮਝਾਓਗੇ? ਹੁਣ ਸੁਣਨੀ ਤੁਹਾਡੀ ਗੱਲ ਨਹੀਂ ਸੁਣਨੀ ਬਹੁਤ ਮੁਸ਼ਕਿਲ ਹੈ। ਪਰ ਸਾਡਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਆਪਾਂ ਸਮਝਾਉਂਦੇ ਹਾਂ, ਪੁੱਤ ਨਾ ਏਦਾਂ ਕਰੋ, ਜਿਹੜੀ ਗਲਤੀ ਮੈਂ ਨਹੀਂ ਕੀਤੀ ਕਮ ਸੇ ਕਮ ਤੂੰ ਨਾ ਕਰ, ਉਹਨੂੰ ਆਪਾਂ ਸਮਝਾਉਂਦੇ ਹਾਂ। ਪਰ ਬਾਕੀ ਕਈ ਵਾਰੀ ਕੀ ਲੱਖ ਵਾਰੀ ਤੁਸੀਂ ਸਮਝਾਓਗੇ, ਕਈ ਵਾਰੀ ਬੱਚੇ ਨਹੀਂ ਮੰਨਦੇ, ਕੀ ਕਰ ਲਈਏ? ਬਸ ਆਪਾਂ ਤੇ ਆਪਣਾ ਫਰਜ਼ ਤੇ ਨਿਭਾਇਆ ਨਾ, ਅਗਲਾ ਮੰਨੇ ਨਾ ਮੰਨੇ ਉਹਦੀ ਗੱਲ ਮਰਜ਼ੀ। ਪਰ ਕੁਝ ਜਗ੍ਹਾ ਤੇ ਆਪਣੇ ਘਰ ਦੇ ਪਰਿਵਾਰ ਨੇ ਜਿਹਨਾਂ ਨੂੰ ਆਪਾਂ ਪਿਆਰ ਕਰਦੇ ਹਾਂ, ਉਹਨਾਂ ਨੂੰ ਆਪਾਂ ਸਮਝਾਉਣਾ ਹੈ। ਇਹ ਜਨਰਲ ਗੱਲ ਕਰ ਰਹੇ ਨੇ ਨਿੱਜਰ ਸਾਹਿਬ, ਬਿਲਕੁਲ ਜਨਰਲ ਗੱਲ ਕਰ ਰਹੇ। ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਜਨਰਲ ਗੱਲ ਵੀ ਹੈ ਔਰ ਜਿਹੜੇ ਸਪਿਰਿਚੁਅਲ ਗੱਲ ਵੀ ਹੈਗਾ ਗੋਰਖੀ ਸਾਹਿਬ, ਕਿਉਂਕਿ ਅੰਮ੍ਰਿਤ ਪੀਣਾ ਹੈ ਤੇ ਭਾਈ ਬਾਦ ਵਿਵਾਦ ਤੋਂ ਬਚਣਾ ਪੈਣਾ ਹੈ। ਤੇ ਆਓ ਤਾਂ ਉਹ ਜਿਹੜਾ ਹੈਗੇ ਉਹ ਤਾਂ ਆਪਾਂ ਜਿਹੜੇ ਬੱਚਿਆਂ ਨੂੰ ਸਮਝਾ ਰਹੇ ਹਾਂ, ਤੇ ਉਹ ਤਾਂ ਜਿਹੜਾ ਹੈਗਾ ਦੇਖੋ ਬੱਚੇ ਹੈਗੇ, ਬੱਚਿਆਂ ਦਾ ਹਾਲੇ ਕਾਰਜਸ਼ੀਲ ਪ੍ਰਗਟ ਨਹੀਂ ਹੋਇਆ ਬੱਚਿਆਂ ਦਾ, ਤੇ ਇਸ ਕਰਕੇ ਜਿਹੜਾ ਹੈਗਾ ਉਹ ਉਸ ਟਾਈਮ ਜਿਹੜਾ ਹੈਗਾ ਆਪਾਂ ਉਹਨਾਂ ਨੂੰ ਬਿਲਟ ਕਰ ਸਕਦੇ ਹਾਂ। ਉਹਨਾਂ ਨੂੰ ਕਾਰਜਸ਼ੀਲ ਪ੍ਰਗਟ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਰੈਮੀਡੀਜ਼ ਕਹਿ ਲਓ, ਜਿਹੜੇ ਆਪਾਂ ਨੇ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਆਪਾਂ ਪਹਿਲਾਂ ਹੀ ਉਹਨਾਂ ਨੂੰ ਉਹ ਕਰ ਸਕਦੇ ਹਾਂ ਵੀ ਇਸ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਮਾਲਕ ਵਾਲੀ ਯਾਤਰਾ ਕਰ ਸਕਾਂਗੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਹਾਂਜੀ ਬਿਲकुल ठीक है निजर साहब, आगे चलिए। अब जी जान ऐसी बने आई, मिलो गोपाल निशान बजाई। ਕਹਿੰਦੇ ਬਸ ਅਬ ਜੀ ਜਾਨ ਐਸੀ ਬਣ ਆਈ, ਕਹਿੰਦੇ ਹੁਣ ਤਾਂ ਬਸ ਇਹੀ ਜੀ ਮੇਰੇ ਅੰਦਰ ਜਿਹੜੀ ਹੈਗੀ ਆ ਇੰਨੀ ਪ੍ਰੀਤ ਮੇਰੇ ਅੰਦਰ ਪੈਦਾ ਹੋ ਗਈ ਆ ਮਾਲਕ ਪਰਮਾਤਮਾ ਦੀ ਕਿ ਮਿਲੋ ਗੋਪਾਲ ਨਿਸ਼ਾਨ ਬਜਾਈ। ਮੇਰੇ ਅੰਦਰ ਜਿਹੜਾ ਹੈਗਾ ਮੇਰੇ ਅੰਦਰ ਉਹ ਨਿਸ਼ਾਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਦਰ ਦਾ ਕਿਤੇ ਨਿਸ਼ਾਨ ਪੈਦਾ ਹੋ ਜਾਏ। ਆਨੰਦ ਸ਼ਬਦ ਤਾਂ ਬਚ ਰਹੇ, ਮਿਲੋ ਗੋਪਾਲ ਨਿਸ਼ਾਨ ਬਜਾਈ। ਉਹ ਨਿਸ਼ਾਨ ਮੇਰੇ ਅੰਦਰ ਮਾਲਕ ਪਰਮਾਤਮਾ ਦਾ ਮਿਲਾਪ ਦਾ ਜਿਹੜਾ ਹੈਗਾ ਮੇਰੇ ਵੀ ਜਿਹੜਾ ਹੈਗਾ ਮੱਥੇ ਤੇ ਨਿਸ਼ਾਨ ਪੈ ਜਾਏ ਮਾਲਕ ਪਰਮਾਤਮਾ ਦੇ ਮਿਲਾਪ ਦਾ। ਹਾਂਜੀ ਵੀਰ ਜੀ, ਠੀਕ ਹੈ ਜੀ। ਅਬ ਜੀ ਜਾਨ ਐਸੀ ਬਨੇ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਹੁਣ ਉਹ ਕਹਿੰਦੇ ਆ ਕਿ ਮੇਰੇ ਅੰਦਰ ਦੀ ਜਿਹੜੀ ਅਵਸਥਾ ਏਦਾਂ ਦੀ ਬਣ ਗਈ ਆ ਕਿ ਬਈ ਹੁਣ ਮਿਲਾਪ ਦਾ ਜਿਹੜਾ ਮਿਲੋ ਗੋਪਾਲ ਨਿਸ਼ਾਨ, ਹਾਂ ਮਿਲਾਪ ਦਾ ਜਿਹੜਾ ਸਮਾਂ ਦੂਰ ਨਹੀਂ ਹੈਗਾ, ਮੈਨੂੰ ਹੁਣ ਲੱਗਦਾ ਹੈ ਵੀ ਮਿਲਾਪ ਹੋ ਜਾਏਗਾ, ਇਹ ਕਹਿ ਰਹੇ। ਹਾਂਜੀ ਹੁਣ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਹੈ ਕਿ ਮੇਰੇ ਪੱਲੇ ਕੁਝ ਹੈਗਾ, ਕਿਸੇ ਦੀ ਸਟੇਟਮੈਂਟ ਥੋੜੀ ਲੋੜ। ਕਬੀਰ ਜੀ ਤੇ ਖੁਦ ਕਹਿੰਦੇ ਨੇ, ਖੁਦ
ਰਾਮ ਕਬੀਰਾ ਏਕ ਬੇ ਕੋਈ ਨਾ ਸਕੇ ਕੁਛ। ਇਹਦੀ ਸਟੇਟਮੈਂਟ ਜ਼ਰੂਰੀ ਲੋੜ ਪਈ ਨਾ, ਬਿਲਕੁਲ ਉਹਨਾਂ ਖੁਦ ਹੀ ਡਿਕਲੇਅਰ ਕਰਤਾ। ਹੁਣ ਮੈਂ ਪੇਪਰ ਦੀ ਤਿਆਰੀ ਕੀਤੀ ਆ, ਹੁਣ ਮੇਰਾ ਗੁਆਂਢੀ ਡਿਕਲੇਅਰ ਕਰੂਗਾ, ਮੈਂ ਕਰੂੰਗਾ। ਕਿਤਾਬ ਜਿਹੜੀ ਹੈਗੀ ਸੀ ਮੈਂ ਪੜ੍ਹ ਲਈ ਆ, ਮੈਂ ਸਾਰੇ ਚੈਪਟਰ ਸਾਰੇ ਜਿਹੜੇ ਮੋਡਿਊਲ ਮੈਂ ਪੜ੍ਹ ਲਏ ਆ, ਮੈਨੂੰ ਆਉਂਦਾ ਹੈ। ਆਪਣੇ ਅੰਦਰ ਆਪਣੇ ਆਪ ਹੀ ਦੱਸ ਦੇਣਾ ਗੋਰਖੀ ਸਾਹਿਬ, ਆਪਣੇ ਆਪ ਹੀ ਆਪਣੇ ਅੰਦਰੋਂ ਦੱਸ ਦੇਣਾ ਕਿ ਆਪਾਂ ਐਗਜ਼ਾਮ ਦੇ ਵਾਸਤੇ ਕਿੰਨੇ ਕੁ ਪ੍ਰਿਪੇਅਰ ਹੋਏ ਆ, ਔਰ ਆਪਾਂ ਨੂੰ ਆਪਣੇ ਆਪ ਹੀ ਆਪਣੀ ਅਵਸਥਾ ਤਾਂ ਆਪਣੇ ਆਪ ਨੂੰ ਆਪਾਂ ਨੂੰ ਪਤਾ ਹੈ ਪੂਰੀ। ਨਿੱਜਰ ਸਾਹਿਬ, ਇੱਕ ਤੁਹਾਨੂੰ ਮੈਂ ਹੋਰ ਕੰਮ ਦੀ ਗੱਲ ਕਰਦਾ। ਅੱਜ ਦੇਖਿਆ ਤੁਸੀਂ ਸ਼ਿਵ ਜੀ ਤੇ ਪਾਰਵਤੀ ਹੁੰਦੀ ਆ, ਇਕੱਠੇ ਆ, ਅੱਧਾ ਸ਼ਿਵ ਹੈ ਤੇ ਅੱਧੀ ਪਾਰਵਤੀ ਆ। ਹੁਣ ਸਾਡੇ ਅੰਦਰ ਦੋ ਤੱਤ ਨੇ, ਪ੍ਰਕਿਰਤੀ ਵੀ ਹੈਗੀ ਤੇ ਪੁਰਸ਼ ਵੀ ਹੈਗਾ, ਦੋਨੋਂ 50-50 ਹੋਣਗੇ ਤੇ ਨਿੱਜਰ ਸਾਹਿਬ ਆਟੋਮੈਟਿਕਲੀ ਸਾਰਾ ਕੁਝ ਸਹੀ ਹੋ ਜਾਣਾ ਵਾ। ਜਿਹੜਾ ਪੁਰਸ਼ ਜੇਕਰ ਜ਼ਿਆਦਾ ਹੈ ਤੇ ਪ੍ਰਕਿਰਤੀ ਘੱਟ ਹੈ ਤੇ ਸਾਡੀ ਸੰਸਾਰ ਦੇ ਵਿੱਚ ਅਟਰੈਕਸ਼ਨ। ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂਜੀ, ਜਿਸ ਤੱਕ ਪਤਾ ਨਹੀਂ ਕਿੰਨੇ ਫੋਨ ਆਈ ਜਾਂਦੇ। ਹਾਂਜੀ ਹਾਂ, ਤੇ ਹੁਣ ਜਦੋਂ ਆਪਾਂ ਇਹ ਚੀਜ਼ ਨੂੰ ਸਮਝਦੇ ਹਾਂ ਕਿ ਪੁਰਸ਼ ਦਾ ਸਾਡੇ ਅੰਦਰ, ਇਸਤਰੀ ਤੱਤ ਦਾ ਸਾਡੇ ਅੰਦਰ ਬੈਲੈਂਸ ਹੋਣਾ ਬੜਾ ਜ਼ਰੂਰੀ। ਜਦੋਂ ਬੈਲੈਂਸ ਨਹੀਂ ਹੁੰਦਾ ਤੇ ਅਸੀਂ ਕੀ ਕਰਦੇ ਹਾਂ, ਆਪਣੇ ਆਪ ਤੋਂ ਟੁੱਟ ਜਾਂਦੇ ਹਾਂ। ਸਾਡੇ ਅੰਦਰ ਕੋਈ ਵੀ ਚੀਜ਼ ਦੇਖੋ, ਦੋ ਤੱਕੜੀਆਂ ਤੇ ਛਾਬੇ ਬਰਾਬਰ ਹੋਣ ਨਾ, ਤੇ ਕੋਈ ਨਾ ਤੇ ਵੱਡਾ ਤੇ ਨਾ ਕੋਈ ਛੋਟਾ। ਜਦੋਂ ਛਾਬਾ ਉੱਪਰ ਥੱਲੇ ਹੁੰਦਾ ਹੈ ਤੇ ਸਮਝ ਲਓ ਕਿ ਬੈਲੈਂਸ ਵਿਗੜ ਗਿਆ। ਭਗਤੀ ਸਭ ਤੋਂ ਪਹਿਲਾਂ ਤੁਹਾਨੂੰ ਬੈਲੈਂਸ ਕਰਦੀ ਹੈ। ਜੇ ਕੋਈ ਔਰਤ ਆ, ਉਹ ਬਾਹਰ ਮਰਦ ਵੱਲ ਅਟਰੈਕਟ ਹੁੰਦੀ ਆ। ਜੇ ਕੋਈ ਮਰਦ ਆ ਤੇ ਉਹ ਬਾਹਰ ਔਰਤ ਵੱਲ ਅਟਰੈਕਟ ਹੁੰਦਾ ਹੈ, ਉਹਦੇ ਤੋਂ ਪ੍ਰਭਾਵਿਤ ਹੁੰਦਾ। ਜਿਵੇਂ ਭਗਤੀ ਨੇ ਤੁਹਾਡੇ ਅੰਦਰ ਬੈਲੈਂਸ ਕੀਤਾ ਨਾ, ਤੁਹਾਡਾ ਜਿਹੜਾ ਖਿਚਾਓ ਹੈਗਾ ਨਾ ਸੰਸਾਰ ਦੇ ਵੱਲ, ਨਿੱਜਰ ਸਾਹਿਬ, ਉਹ ਸਟਾਪ ਹੋ ਜਾਣਾ। ਕਿਉਂਕਿ ਬੈਲੈਂਸ ਹੋ ਗਿਆ ਨਾ। ਹੁਣ ਅੰਦਰ ਪੁਰਸ਼ ਤੇ ਇਸਤਰੀ ਤੱਤ ਬਰਾਬਰ ਹੋ ਗਏ। ਜੇਕਰ ਹਾਈ ਲੋ ਚੱਲਦਾ ਪਿਆ, ਉਹਦੇ ਕਰਕੇ ਉਹ ਸੰਸਾਰ ਦਾ ਜਿਹੜਾ ਨਾ ਤੁਹਾਡੇ ਅੰਦਰ ਇਫੈਕਟ ਹੁੰਦਾ। ਕਿਉਂਕਿ ਬਾਹਰ ਪਾਵਰਫੁਲ ਚੀਜ਼ਾਂ ਹੈਗੀਆਂ ਨੇ, ਉਹ ਤੁਹਾਨੂੰ ਬਾਹਰ ਖਿੱਚਦੀਆਂ ਨੇ। ਔਰ ਜਦੋਂ ਤੁਸੀਂ ਅੰਦਰੋਂ ਬੈਲੈਂਸ ਹੋ ਗਏ, ਅੰਦਰੋਂ ਤੁਸੀਂ ਸੈੱਟ ਹੋ ਗਏ ਨਾ, ਤੇ ਸੰਸਾਰ, ਇਹ ਜਿਹੜੇ ਦੋ ਤੱਤ ਹੈਗੇ, ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਇਹ ਵੀ ਇੱਕ ਥਰਮਾਮੀਟਰ ਹੈ, ਇਸ ਦੇ ਉੱਤੇ ਵੀ ਆਪਨੇ ਵਾਚ ਕਰਨੀ ਹੈ। ਹੁਣ ਉਹ ਕਹਿੰਦੇ ਨੇ ਨਿੱਜਰ ਸਾਹਿਬ, ਅਗਲੀ ਤੁਕ ਵੱਲੋਂ ਕੀ ਕਹਿ ਰਹੇ ਸੀ ਆਪ? ਹਾਂ, ਅਬ ਜੀ ਜਾਨ ਐਸੀ ਬਣਾਈ, ਮਿਲੋਂ ਗੋਪਾਲ ਨਿਸ਼ਾਨ ਬਜਾਈ। ਕਹਿੰਦੇ ਹੁਣ ਇਸ ਤਰ੍ਹਾਂ ਮਤਲਬ ਮੇਰੇ ਅੰਦਰ ਜਿਹੜੀ ਹੈਗੀ ਆ, ਆ ਅਵਸਥਾ ਹੋ ਗਈ ਹੈ, ਇੰਨੀ ਖਿੱਚ ਪੈਦਾ ਹੋ ਗਈ ਹੈ ਮਾਲਕ ਪਰਮਾਤਮਾ ਦੀ ਕਿ ਹੁਣ ਰਿਹਾ ਨਹੀਂ ਜਾਂਦਾ ਕਿਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਨਾਲ ਮੇਰਾ ਮਿਲਾਪ ਹੋ ਜਾਏ। ਹਾਂਜੀ ਵੀਰ ਜੀ। ਇੱਕ ਨਾ ਸ਼ਾਰਦਾ ਕਟੌਚ ਜਿਹੜੇ ਹੈਗੇ ਨਾ, ਉਹ ਉਹਨਾਂ ਦਾ ਪੰਜੇ ਦਾ ਨਿਸ਼ਾਨ ਆ ਰਿਹਾ, ਉਹ ਕਾਹਦੇ ਵਾਸਤੇ? ਜੇ ਬੋਲਣਾ ਚਾਹੁੰਦੇ ਨਹੀਂ ਤਾਂ ਉਹਨੂੰ ਹਟਾ ਦਿਓ ਪਲੀਜ਼। ਸ਼ਾਰਦਾ ਕਟੌਚ। ਹਾਂਜੀ ਵੀਰ ਜੀ। ਉਹ ਫੋਨ ਦੇ ਵਿੱਚ ਕਰੀ ਜਾਣਾ ਹੈ, ਮੈਂ ਫਿਰ ਉਹਨੂੰ ਸਮਝਾ। ਠੀਕ ਹੈ ਜੀ। ਹਾਂਜੀ, ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਹਾਂ, ਉਸਤਤ ਨਿੰਦਾ ਫਿਰ ਆ ਗਿਆ ਉਹਨਾਂ ਦਾ, ਬਾਰ-ਬਾਰ ਦੱਬ ਦਿੰਦੇ ਫਿਰ ਛੱਡ ਦਿੰਦੇ। ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਕਹਿੰਦੇ ਹੁਣ ਤਾਂ ਉਹ ਮਾਲਕ ਪਰਮਾਤਮਾ ਭੇਟ ਗਿਆ ਮੈਨੂੰ। ਹੁਣ ਮੇਰੀ ਕੋਈ ਉਸਤਤ ਕਰੇ ਭਾਵੇਂ ਨਿੰਦਾ ਕਰੇ, ਕਹਿੰਦੇ ਕੋਈ ਵੀ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਉਸਤਤ ਨਿੰਦਾ ਕਰੇ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਕਹਿੰਦੇ ਉਹ ਮੈਨੂੰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਮਾਇਆ ਦਾ ਪਤੀ, ਉਹ ਮਾਲਕ ਪਰਮਾਤਮਾ ਮਿਲ ਗਿਆ ਭਾਈ। ਉਹ ਰੰਗ ਰੰਗੀਲਾ ਮੇਰਾ ਪਿਆਰਾ ਪਰਮਾਤਮਾ ਮੈਨੂੰ ਭੇਟ ਗਿਆ। ਹਾਂਜੀ ਵੀਰ ਜੀ। ਦੇਖੋ, ਫਿਰ ਉਹ ਕਹਿੰਦੇ ਨੇ, ਉਹ ਸਮਾਜ ਦੀ ਕਮੈਂਟ ਦੀ ਗੱਲ ਕਰਦੇ ਨੇ। ਸਮਾਜ ਲੋਕੀ ਕੀ ਕਹਿੰਦੇ ਨੇ, ਹੋ ਸਕਦਾ ਕਿ ਏਦਾਂ ਦੀ ਫਰੇਜ਼ ਲੋਕਾਂ ਨੇ ਉਹਨਾਂ ਲਈ ਬਣਾਈ ਹੋਵੇ। ਫਿਰ ਉਹ ਕਹਿੰਦੇ ਮੇਰੀ ਕੋਈ ਉਸਤਤ ਕਰਦਾ ਹੈ ਜਾਂ ਕੋਈ ਨਿੰਦਿਆ ਕੋਈ ਕਰਦਾ ਹੈ, ਨਾਮੇ ਤੇਰੀ ਰੰਗ ਭੇਟਲ ਸੋਈ। ਭੇਟ ਗਏ ਮੈਨੂੰ ਤਾਂ ਉਹ ਮਾਲਕ ਪਰਮਾਤਮਾ ਭੇਟ ਗਿਆ, ਨਾਮਦੇਵ ਜੀ ਕਹਿੰਦੇ। ਹੁਣ ਦੇਖੋ, ਆਪਣੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇੱਕ ਬਾਣੀ ਚ ਮੇਰੇ ਹਿਸਾਬ ਨਾਲ ਕਿਹਾ, ਕੋਈ ਭਲਾ ਕਹੇ ਕੋਈ ਬੁਰਾ ਕਹੇ,
ਹਮ ਨਹੀਂ, ਤੋਂ ਤਨ ਇਹੀ ਹੈ ਦਿਓ ਬਾਣੀ। ਹੈ ਡਾਰ, ਹਮ ਤੋਂ ਤਨ ਦਿਓ ਹੈ ਡਾਰ। ਕਹਿੰਦੇ ਮੈਂ ਤਾਂ ਸਰੀਰ ਦੀ ਗੱਲ ਹੀ ਨਹੀਂ ਕਰਦਾ, ਸਰੀਰ ਨੂੰ ਭਾਵੇਂ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਮੈਂ ਤਾਂ ਸਰੀਰ ਦੇ ਬਿਲਕੁਲ ਸਰੀਰ ਦਾ ਖਿਆਲ ਹੀ ਛੱਡ ਦਿੱਤਾ ਹੈ। ਹਾਂਜੀ ਵੀਰ ਜੀ। ਹਾਂ, ਤੇ ਉਹ ਕਹਿੰਦੇ ਆ ਕਿ ਮਤਲਬ ਇਹ ਕਹਿਣਾ ਚਾਹੁੰਦੇ ਕਿ ਕੋਈ ਮੈਨੂੰ ਭਲਾ ਕਹਿ ਦਿੰਦਾ ਹੈ ਜਾਂ ਕਿ ਮੈਨੂੰ ਕੋਈ ਬੁਰਾ ਕਹਿੰਦੇ ਆ। ਭਲਾ ਕਹਿਣ ਦੇ ਨਾਲ ਮੈਂ ਭਲਾ ਨਹੀਂ ਹੋ ਜਾਣਾ ਤੇ ਬੁਰਾ ਕਹਿਣ ਦੇ ਨਾਲ ਮੈਂ ਬੁਰਾ ਨਹੀਂ ਹੋ ਜਾਣਾ। ਹੁਣ ਕਈ ਬੰਦੇ ਆ, ਹੁਣ ਮੰਨ ਲਓ ਕਿਸੇ ਬੰਦੇ ਦੀ ਤਾਰੀਫ ਕਰੀ ਜਾਣ ਕਿ ਬੰਦਾ ਬਹੁਤ ਵਧੀਆ, ਬੰਦਾ ਬੜਾ ਨੇਕ ਆ, ਉਹ ਬੜਾ ਪਵਿੱਤਰ ਰੂਹ ਹੈਗੀ ਆ, ਪਰ ਜੇ ਸੱਚੀ ਉਹ ਪਵਿੱਤਰ ਨਹੀਂ ਆ ਤੇ ਕਿਸੇ ਦੇ ਕਹਿਣ ਦੇ ਨਾਲ ਪਵਿੱਤਰ ਹੋ ਜਾਊਗਾ? ਨਾ, ਦੱਸੋ ਆਪ। ਨਹੀਂ ਹੋਏਗਾ। ਹੁਣ ਅਗਲੇ ਬੰਨੇ ਇੱਕ ਖਰਬੂਜਾ ਬੜਾ ਮਿੱਠਾ ਵਾ, ਮੈਂ ਕਹੀ ਜਾਵਾਂ ਇਹ ਖੱਟਾ ਹੈ, ਇਹ ਕੰਬਦਾ ਨਹੀਂ, ਇਹ ਕੱਚਾ ਵਾ, ਕੀ ਮੇਰੇ ਕਹਿਣ ਦੇ ਨਾਲ ਖਰਬੂਜਾ ਕੱਚਾ ਹੋ ਜੂ? ਉਹ ਤਾਂ ਮਿੱਠਾਪਨ ਖਤਮ ਹੋ ਜੂ? ਨਹੀਂ ਹੋਣਾ। ਇਹੋ ਚੀਜ਼ ਆਪਾਂ ਨੂੰ ਇਹ ਜੀ ਸਮਝਾ ਰਹੇ ਨੇ ਕਿ ਮਤਲਬ ਲੋਕੀ ਕਿੱਦਾਂ ਦੀ ਸਟੇਟਮੈਂਟ ਕਰਨ, ਭਾਵੇਂ ਜਿੱਦਾਂ ਦੀ ਮਰਜ਼ੀ ਕਰਨ, ਉਹਦੇ ਨਾਲ ਮੇਰੇ ਅੰਤਰ ਦੀ ਅਵਸਥਾ 'ਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਸਟੇਟਮੈਂਟ ਦੇ ਉੱਪਰ ਡਿਪੈਂਡ ਨਹੀਂ ਹੈ ਮੇਰੀ ਅਵਸਥਾ। ਮੇਰੀ ਜਿਹੜੀ ਅੰਦਰ ਦੀ ਜੋ ਵੀ ਸਥਿਤੀ ਬਣੀ ਆ, ਮੇਰੇ ਅੰਦਰ ਦੀ ਜੋ ਸ਼ਾਂਤੀ ਹੈ, ਜੋ ਆਤਮਾ ਤੱਤ ਦਾ ਅਨੁਭਵ ਆ, ਉਹ ਖੇੜਾ ਇਹਨਾਂ ਦੇ ਕਹਿਣ ਦੇ ਨਾਲ ਨਾ ਤੇ ਘਟਣਾ ਹੈ ਤੇ ਨਾ ਇਹ ਵਧਣਾ ਹੈ। ਇਹ ਕੋਈ ਸੰਸਾਰ ਦੀ ਕੋਈ ਚੀਜ਼ ਨਹੀਂ ਹੈ। ਜਿੱਦਾਂ ਆਪਾਂ ਕਿਸੇ ਮਕਾਨ ਦੀ ਵੈਲਿਊ ਵਧਾਈਏ ਤੇ ਕਹੀਏ ਮਕਾਨ ਬੜਾ ਵਧੀਆ, 200-400 ਬੰਦਾ ਕਹਦੇ ਬਹੁਤ ਵਧੀਆ, ਹੋ ਸਕਦਾ ਕਿ ਉਹਦੀ ਵੈਲਿਊ ਵੱਧ ਜੇ, ਪਰ ਤੁਹਾਡੇ ਅੰਦਰ ਦੀ ਅਵਸਥਾ ਦੇ ਉੱਤੇ ਬਾਹਰੀ ਲੋਕਾਂ ਦੀ ਭੀੜ ਦਾ ਕੋਈ ਕੰਟਰੋਲ ਨਹੀਂ ਹੁੰਦਾ। ਇਹ ਖਾਸ ਕਰਕੇ ਧਾਰਮਿਕ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ ਨਾ ਜੱਜ ਸਾਹਿਬ? ਬਿਲਕੁਲ। ਇਸ ਕਰਕੇ ਉਹ ਯਥਾਰਥ ਸੱਚ ਆ। ਕਬੀਰ ਜੀ ਇਹ ਵੀ ਨਹੀਂ ਡਿਕਲੇਅਰ ਕਰਦੇ ਕਿ ਹੁਣ ਜਿਹੜਾ ਕੰਮ ਮੈਂ ਕਰਨਾ ਸੀ ਉਹ ਮੈਂ ਕਰ ਲਿਆ ਵਾ। ਇਹੋ ਚੀਜ਼ ਉਹ ਕਹਿ ਰਹੇ ਨੇ। ਨਾਮਦੇਵ ਜੀ ਕਹਿ ਰਹੇ, ਗੋਰਖੀ ਸਾਹਿਬ ਨਾਮਦੇਵ ਜੀ ਕਹਿ ਰਹੇ, ਨਾਮਦੇਵ ਜੀ। ਨਹੀਂ, ਉਹ ਮੰਨਣਾ ਮੈਂ, ਇਹ ਤੇ ਨਾਮਦੇਵ ਜੀ ਕਹਿੰਦੇ ਆ, ਕਬੀਰ ਸਾਹਿਬ ਜੀ ਵੀ ਇਸ ਗੱਲ ਨੂੰ ਕਹਿੰਦੇ ਆ। ਹਾਂਜੀ, ਹਾਂਜੀ, ਮੈਂ ਕੁਝ ਵੀ ਕਰਦਾ ਨਾ, ਉਹ ਚੀਜ਼ ਨੂੰ ਬਾਰ-ਬਾਰ ਵੇਖੋ ਇਹਨਾਂ ਦੀ ਬਾਣੀ 'ਚ, ਉਹ ਲੋਕਾਂ ਦੀ ਸਟੇਟਮੈਂਟ ਦੀ ਪਰਵਾਹ ਨਹੀਂ ਕਰਦੇ ਉਹ, ਕਿਉਂਕਿ ਉਹ ਕਹਿੰਦੇ ਨੇ ਕਿ ਤੁਹਾਡੀ ਸਟੇਟਮੈਂਟ, ਤੁਸੀਂ ਇੱਕ ਕਿਸ ਤਰੀਕੇ ਨਾਲ ਸਟੇਟਮੈਂਟ ਦਿੰਦੇ ਜੋ ਤੁਹਾਨੂੰ ਤੇ ਪਤਾ ਹੀ ਨਹੀਂ ਮੇਰੇ ਮਨ ਦੀ ਅਵਸਥਾ ਕੀ ਹੈ। ਉਹ ਫਿਰ ਕਹਿੰਦੇ ਨੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਪਾਈਏ ਪੂਰਨ ਪਰਮਾਨੰਦ। ਉਹ ਕਹਿੰਦਾ ਸੰਸਾਰ ਤੇ ਕਹਿੰਦਾ ਕਿ ਡਰਦਾ ਪਿਆ ਮਰਨ ਤੋਂ, ਪਰ ਮੈਂ ਉਸ ਚੀਜ਼ ਨੂੰ ਦੇਖ ਲਿਆ। ਮੇਰੇ ਔਗਣ ਮੇਰੇ ਮਰ ਗਏ ਨੇ, ਮੇਰੇ ਜਿਹੜੇ ਦੋਸ਼, ਮੈਂ ਮੁਕਤ ਹੋ ਗਿਆ ਤੇ ਮੈਂ ਉਸ ਪਰਮਾਨੰਦ ਨੂੰ ਤੇ ਮਿਲ ਲਿਆ। ਹੁਣ ਮੈਂ ਜਾਣ ਲਿਆ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਅੰਦਰੋਂ ਹਿੱਲੇ ਪਏ ਆ, ਅੰਦਰੋਂ ਸਾਡੇ ਅੰਦਰ ਵਾਈਬ੍ਰੇਸ਼ਨ ਹੈਗੀ ਆ, ਕੰਪਨ ਹੈਗੀ ਆ, ਉਹਨਾਂ ਚਿਰ ਤੱਕ ਸਾਡੇ ਅੰਦਰ ਸ਼ਾਂਤੀ ਨਹੀਂ ਹੈਗੀ। ਬਿਲਕੁਲ। ਔਰ ਜਦੋਂ ਅਸੀਂ ਸਹੀ ਤਰੀਕੇ ਨਾਲ ਸੱਚ ਦੇ ਮਾਰਗ ਤੇ ਚੱਲਦੇ ਹਾਂ ਤੇ ਫਿਰ ਆਟੋਮੈਟਿਕਲੀ ਸ਼ਾਂਤੀ ਆ ਜਾਂਦੀ ਹੈ ਤੇ ਬੰਦਾ ਸਿੱਧਾ ਚੱਲ ਪੈਂਦਾ। ਔਰ ਬੰਦੇ ਦੇ ਜੀਵਨ 'ਚ ਸਭ ਤੋਂ ਵੱਡੀ ਚੀਜ਼ ਹੈ ਸ਼ਾਂਤੀ। ਔਰ ਆਮ ਬੰਦਾ ਕੀ ਸੋਚਦਾ ਹੈ? ਉਹ ਸ਼ਾਂਤੀ ਨੂੰ ਵੇਚ ਦਿੰਦਾ ਹੈ, ਉਹ ਗੰਦਮੰਦ ਖਰੀਦ ਲਿਆਉਂਦਾ। ਹੁਣ ਗੰਦਮੰਦ ਜਿਹੜਾ ਹੈ ਉਹ ਤੁਹਾਡੇ ਤਨ ਦੀ ਜ਼ਰੂਰਤ ਆ, ਉਹ ਤੁਹਾਡੇ ਮਨ ਦੀ ਜ਼ਰੂਰਤ ਨਹੀਂ ਆ। ਦੋ ਹੀ ਚੀਜ਼ਾਂ ਹੈਗੀਆਂ ਗੋਰਖੀ ਸਾਹਿਬ, ਦੋ ਚੀਜ਼ਾਂ ਹੈਗੀਆਂ। ਦੇਖੋ, ਇੱਕ ਹੈਗਾ ਪਰਮਾਤਮਾ, ਇੱਕ ਹੈਗੀ ਉਹਦੀ ਮਾਇਆ। ਮਾਇਆ ਜਿਹੜੀ ਹੈਗੀ, ਆਪਾਂ ਮਾਇਆ ਨੂੰ ਪ੍ਰਾਇਰਟੀ ਦੇ ਦਿੰਦੇ ਆ। ਇੱਥੇ ਵੀ ਆਖਰੀ 'ਚ ਨਾਮਦੇਵ ਜੀ ਕਹਿੰਦੇ ਆ, ਨਾਮੇ ਸ੍ਰੀ ਰੰਗ ਭੇਟਲ ਸੋਈ। ਸ੍ਰੀ ਉਹ ਮਾਲਕ ਪਰਮਾਤਮਾ, ਰੰਗ ਜੋ ਮਾਇਆ ਹੈ ਮਾਲਕ ਪਰਮਾਤਮਾ ਨੇ ਚੋਗਾ ਜੋ ਖਿਲਾਰਿਆ ਹੋਇਆ ਹੈ, ਬਸ ਆਪਾਂ ਉਹਨੂੰ ਪ੍ਰਾਇਰਟੀ ਦੇ ਦਿੰਦੇ ਆ। ਕਹਿੰਦੇ ਮੈਨੂੰ ਤਾਂ ਉਹ ਸ੍ਰੀ ਰੰਗ ਮਾਇਆ ਬਣਾਉਣ ਵਾਲਾ ਜਿਹੜਾ ਹੈਗਾ ਉਹ ਭੇਟ ਗਿਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਹੁਣ ਤੁਸੀਂ ਵੇਖ ਲਓ, ਜਿਹੜਾ ਆਪਾਂ ਪਿਓਰਿਟੀ ਦੇਵਾਂਗੇ ਉਹਦੇ ਨਾਲ ਹੀ ਸਾਡਾ ਸੰਬੰਧ ਬਣਨਾ। ਜੇ ਤੁਸੀਂ ਮਾਇਆ ਦੇ ਨਾਲ ਸੰਬੰਧ ਜੋੜਦੇ ਜੋ, ਇਹਦਾ ਮਤਲਬ ਕਿ ਤੁਸੀਂ ਅਸ਼ਾਂਤੀ ਦੇ ਨਾਲ ਸੰਬੰਧ ਜੋੜ ਲਿਆ। ਹਾਂ, ਆਪਾਂ ਮਾਲਕ ਨੂੰ ਛੱਡ ਦਿੱਤਾ, ਮਾਲਕ ਨੂੰ ਆਪਾਂ ਨੇ ਵਜਨ ਨਹੀਂ ਦਿੱਤਾ। ਹਾਂਜੀ ਗੋਰਖੀ ਸਾਹਿਬ। ਹਾਂ, ਤੇ ਉਹ ਫਿਰ ਮੁਸ਼ਕਲ ਹੋ ਜਾਏਗੀ। ਫਿਰ ਉਹਦੇ 'ਚ ਜੋ ਉਹ ਮਾਇਆ ਦੇ 'ਚ ਹੈਗਾ ਉਹ ਤੁਹਾਨੂੰ ਮਿਲ ਜਾਏਗਾ। ਇਹ 'ਚ ਕੋਈ ਦੋ ਰਹਿ ਨਹੀਂ ਹੈਗੀ। ਹਾਂਜੀ ਨਿੱਜਾ ਸਾਹਿਬ, ਅੱਗੇ ਅਗਲਾ ਸ਼ਬਦ ਆ ਗਿਆ ਜੀ ਨਾਮਦੇਵ ਜੀ ਦਾ। ਨਾਮਦੇਵ ਜੀ ਕਹਿੰਦੇ ਆ ਕਿ ਮਾਲਕ ਪਰਮਾਤਮਾ ਜਿਹੜਾ ਹੈਗਾ ਨਾ, ਜਿਸ ਤਰ੍ਹਾਂ ਉਹ ਮਾਲਕ ਪਰਮਾਤਮਾ ਰੱਖ ਰਿਹਾ ਹੈ ਪਿਆਰਿਆ, ਆਪਣੀ ਕੋਸ਼ਿਸ਼ ਕਰੀ ਜਾ। ਜਿਸ ਤਰ੍ਹਾਂ ਮਾਲਕ ਜਿਹੜੇ ਹਾਲ 'ਚ ਰੱਖ ਰਿਹਾ ਆ, ਮਾਲਕ ਨੂੰ ਨਾ ਭੁੱਲਣੀ ਪਿਆਰਿਆ। ਇਹ ਭਗਤੀ ਜਿਹੜੀ ਹੈਗੀ, ਇਹਨੂੰ ਆਪਣੇ ਜੀਵਨ ਦੇ ਵਿੱਚੋਂ ਨਾ ਹਟਾਈ। ਬਸ ਇਹ ਕੰਮ ਜ਼ਰੂਰ ਕਰਦਾ ਰਹੀਂ। ਇਹ ਧਿਆਨ ਸਿਮਰਨ ਮਾਲਕ ਪਰਮਾਤਮਾ ਨੂੰ ਜ਼ਰੂਰ ਯਾਦ ਰੱਖੀ। ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ। ਕਹਿੰਦੇ ਦੇਖ, ਐਸਾ ਉਹ ਮਾਲਕ ਪਰਮਾਤਮਾ ਹੈ, ਕਦੀ ਜਿਹੜਾ ਹੈਗਾ ਉਹ ਇੰਨਾ ਤੈਨੂੰ ਅਮੀਰ ਕਰ ਦੇਗਾ, ਤੈਨੂੰ ਆ ਖੀਰ ਖੰਡ ਘਿਓ ਇੰਨੇ ਪਦਾਰਥ ਜਿਹੜੇ ਹੈਗੇ ਇਹਨਾਂ ਨੂੰ ਵੀ ਤੈਨੂੰ ਚੰਗੇ ਨਹੀਂ ਲੱਗਣਗੇ, ਤੇ ਕਦੀ ਤੈਨੂੰ ਜਿਹੜਾ ਹੈਗਾ ਉਹ ਘਰ ਘਰ ਟੂਕ ਮੰਗਾਵੈ। ਕਦੀ ਉਹ ਤੈਨੂੰ ਘਰ ਘਰ ਭਿਖਾਰੀ ਬਣਾ ਸਕਦਾ ਹੈ ਮਾਲਕ ਪਰਮਾਤਮਾ। ਤੇਰੇ ਜੀਵਨ 'ਚ ਆ ਵੀ ਆ ਸਕਦਾ ਹੈ। ਦੋਨੋਂ ਚੀਜ਼ਾਂ ਦੇ ਵਿੱਚ, ਦੋਨੋਂ ਅਵਸਥਾ ਦੇ ਵਿੱਚ ਉਹ ਮਾਲਕ ਨੂੰ ਨਾ ਭੁੱਲੀ ਪਾਏ। ਕਬਹੂ ਕੂਰਨ ਚਨੇ ਮਨ ਬਿਨਾਵੈ।
ਕੂਰਨ ਕਹਿੰਦੇ ਆ ਕੂੜਾ। ਕਈ ਵਾਰੀ ਦੇਖੋ ਭਿਖਾਰੀ ਦੇਖਿਆ, ਉਹ ਵਿਚਾਰੇ ਕੀ ਕਰਦੇ ਆ ਨਾ, ਦੇਖੋ ਬੱਚੇ ਛੋਟੇ ਛੋਟੇ, ਭੁੱਖ ਲੱਗੀ ਹੁੰਦੀ ਆ, ਕਿਸੇ ਨੇ ਜਿਹੜਾ ਹੈਗਾ ਆ ਜਿਹੜੇ ਹੈਗੇ ਚਿਪਸ ਵਗੈਰਾ ਜਾਂ ਹੋਰ ਕੋਈ ਚੀਜ਼ ਖਾ ਕੇ ਬੱਚੇ ਸੁੱਟ ਦਿੰਦੇ ਆ ਨਾ, ਉਹਦੇ ਵਿੱਚ ਮਾੜਾ ਮਾੜਾ ਲੱਗਿਆ ਹੁੰਦਾ ਹੈ, ਉਹਦੇ ਵਿੱਚੋਂ ਨਾ ਨਹੀਂ ਮਿਲਦਾ ਨਾ, ਤਾਂ ਵੀ ਉਹਨੂੰ ਉਲਟਾ ਕਰਕੇ ਜਿਹੜਾ ਉਹਨੂੰ ਚੱਟ ਲੈਂਦੇ ਆ ਵਿਚਾਰੇ। ਇਸ ਤਰ੍ਹਾਂ ਕਹਿੰਦੇ ਕੂੜੇ ਤੋਂ ਵੀ ਚਨੇ ਬਣਾ ਦਿੰਦਾ ਹੈ ਉਹ ਮਾਲਕ ਪਰਮਾਤਮਾ। ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ ਟੁੱਕੜ ਘਰ ਘਰ, ਕਬੂ ਕੂਰਨ ਚਨੇ ਬਣਾਵੈ। ਕੂੜੇ ਤੋਂ ਵੀ ਚਨੇ ਬਣਾਉਂਦਾ ਹੈ ਭਾਈ, ਕੂੜੇ ਤੋਂ ਵੀ ਉੱਥੋਂ ਵੀ ਉਹ ਰੱਜ ਲੈਂਦੇ ਆ, ਉਹਦੇ ਨਾਲੋਂ ਕੂੜੇ ਤੋਂ ਖਾ ਕੇ ਵੀ ਵਿਚਾਰੇ ਜਿਹੜੇ ਹੈਗੇ ਉਹ ਕੋਈ ਦੇਖੋ ਕਿਸੇ ਨੇ ਆਈਸਕ੍ਰੀਮ ਖਾਧੀ, ਕਿਸੇ ਨੇ ਸੁੱਟਤੀ, ਕੋਈ ਕੁਛ ਖਾ ਕੇ ਸੁੱਟਤਾ, ਕੋਈ ਪੱਤਲ ਸੁੱਟਤੇ। ਇੱਥੇ ਤਾਂ ਜਿਹੜੇ ਹੈਗੇ ਨਾ, ਮੈਂ ਦੇਖਿਆ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਲੋਕੀ ਰੱਜੇ ਰਜਾਏ ਆ, ਉਹਨਾਂ ਨੂੰ ਲਓ ਭਾਈ ਜੀ, ਲਓ ਪਾਸੀ, ਲਓ ਜੀ, ਲਓ ਜੀ। ਉਹ ਵਿਚਾਰੇ ਜਿਹੜੇ ਜਿੱਥੇ ਪੱਤਲ ਸੁੱਟਦੇ ਡਰਮ ਹੁੰਦਾ, ਉੱਥੋਂ ਦੇਖੋ ਕਿਸ ਤਰ੍ਹਾਂ ਭਿਖਾਰੀ ਉਹਨਾਂ ਨੂੰ ਡੰਡੇ ਮਾਰਦੇ ਆ, ਭੱਜੋ ਇੱਥੋਂ, ਭੱਜੋ ਇੱਥੋਂ। ਉਹ ਵਿਚਾਰੇ ਪੱਤਲ ਚੱਟਦੇ ਆ, ਉਹਨਾਂ ਨੂੰ ਉੱਥੇ ਵੀ ਨਹੀਂ ਚੱਟਣ ਦਿੰਦੇ ਉਹ ਲੋਕ। ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ, ਕਬੂ ਕੂਰਨ ਚਨੇ ਬਿਨਾਵੈ। ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ। ਹੇ ਭਰਾਵਾ, ਦੇਖ ਲਾ ਮਾਲਕ ਪਰਮਾਤਮਾ ਜਿਸ ਹਾਲਤ ਦੇ ਵਿੱਚ ਰੱਖ ਰਿਹਾ ਆ, ਉਸ ਤਰ੍ਹਾਂ ਹੀ ਰਹਿਣਾ ਠੀਕ ਵਾਜਿਬ ਲੱਗਦਾ ਆ। ਹਰ ਕੀ ਮਹਿਮਾ ਕਿਛ ਕਥਨ ਨਾ ਜਾਏ ਰਹਾਓ। ਮਾਲਕ ਦੀ ਮਹਿਮਾ, ਮਾਲਕ ਦੀ ਵਡਿਆਈ, ਮਾਲਕ ਕੀ ਚਾਹੁੰਦਾ ਹੈ, ਮਾਲਕ ਦੇ ਅੰਦਰ ਕੀ ਹੈ, ਨੈਕਸਟ ਮੂਮੈਂਟ ਆਪਣੇ ਨਾਲ ਕੀ ਹੋ ਜਾਣਾ ਹੈ, ਨਹੀਂ ਕੋਈ ਕਹਿ ਸਕਦਾ ਪਿਆਰਿਆ। ਇਸ ਕਰਕੇ ਹਰੇਕ ਹਾਲਤ ਦੇ ਵਿੱਚ ਉਸ ਮਾਲਕ ਪਰਮਾਤਮਾ ਨੂੰ ਯਾਦ ਰੱਖੀ। ਰਹਾਓ ਕਬੂ ਤੁਰੇ ਤੁਰੰਗ ਨਚਾਵੈ। ਤੁਰੇ ਕਹਿੰਦੇ ਆ ਘੋੜੇ, ਆਕਾਰਾਂ। ਤੁਰੰਗ ਕਹਿੰਦੇ ਆ ਇੱਕਦਮ ਜਿਹੜਾ ਹੈਗਾ ਪੂਰੇ ਵੇਗ ਦੇ ਨਾਲ ਤੁਰਨ ਵਾਲੇ ਘੋੜੇ ਜਿਹੜੇ ਹੈਗੇ। ਨਚਾਵੇ ਕਹਿੰਦੇ ਇਸ ਤਰ੍ਹਾਂ ਕਾਰਾਂ, ਇੰਨਾ ਅਮੀਰ ਬਣਾ ਦਿੰਦਾ ਇਨਸਾਨ ਨੂੰ। ਕਬੂ ਪਾਏ ਪਨੀਓ ਨਾ ਪਾਵੈ। ਕਦੀ ਪੈਰ ਦੇ ਵਿੱਚ ਜਿਹੜੀ ਹੈ ਜੁੱਤੀ ਵੀ ਨਹੀਂ ਮਿਲਦੀ, ਚੱਪਲ ਵੀ ਨਹੀਂ ਮਿਲਦੀ ਪੈਰ ਦੇ ਵਿੱਚ। ਕਦੀ ਇਸ ਤਰ੍ਹਾਂ ਵੀ ਹੁੰਦਾ ਹੈ ਭਾਈ। ਕਬੂ ਤੁਰੇ ਤਰੰਗ ਨਚਾਵੈ, ਕਬੂ ਪਾਏ ਪਨੀਓ ਨਾ ਪਾਵੈ, ਕਬੂ ਖਾਟ ਸੁਪੇਦੀ ਸੁਆਵੈ, ਕਬੂ ਭੂਮ ਪਿਆਰ ਨਾ ਪਾਵੈ। ਕਦੀ ਕਹਿੰਦੇ ਇੰਨੀ ਚਿੱਟੀ ਜਿਹੜੇ ਕੱਪੜੇ ਜਿਹੜੇ ਹੈਗੇ ਚਿੱਟੇ, ਜਿਹੜੀ ਹੈਗੀ ਚਾਰਪਾਈ ਮਿਲ ਜਾਂਦੀ ਹੈ, ਪਲੰਘ ਮਿਲ ਜਾਂਦੀ ਹੈ ਸੌਣ ਦੇ ਵਾਸਤੇ। ਔਰ ਕਦੀ ਜਿਹੜੇ ਹੈਗੇ ਧਰਤੀ ਦੇ ਉੱਤੇ ਜਿਹੜੀ ਹੈਗੀ ਪਰਾਲੀ ਵੀ ਨਹੀਂ ਮਿਲਦੀ, ਪਰਾਲੀ ਵੀ ਨਹੀਂ ਮਿਲਦੀ ਭੂਮੀ ਦੇ ਵਿੱਚ, ਰੜੇ ਮੈਦਾਨ ਹੀ ਸੌਣਾ ਪੈਂਦਾ। ਪੰਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਉਂ ਗੁਰ ਮਿਲੈ ਜਿਹ ਗੁਰ ਮਿਲੈ ਤਿਹ ਪਾਰ ਉਤਾਰੇ। ਇੱਕ ਗੱਲ ਨਾਮਦੇਵ ਜੀ ਬੇਨਤੀ ਕਰਦੇ ਆ ਕਿ ਪਿਆਰਿਆ ਯਾਦ ਰੱਖ ਲਾ, ਜਿਹੜੀ ਵੀ ਕੰਡੀਸ਼ਨ 'ਚ ਹੈਗੀ ਇਹ ਨਾਮ ਵਾਲੀ ਚੀਜ਼ ਨੂੰ ਨਾ ਭੁੱਲਣੀ। ਇਹ ਨਾਮ ਨਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਆ। ਇੱਥੇ ਜਿਹੜਾ ਹੈਗਾ ਜੀਵਨ ਜਿਹੜਾ ਹੈਗਾ ਦਿਨ ਲੰਘ ਗਿਆ, ਕਿਸ ਤਰ੍ਹਾਂ ਲੰਘ ਗਿਆ, ਕਿਤੇ ਅਮੀਰੀ 'ਚ ਕਿਤੇ ਗਰੀਬੀ 'ਚ, ਉਹ ਮੈਟਰ ਨਹੀਂ ਕਰਦਾ। ਮੈਟਰ ਕਰਦਾ ਹੈ ਵੀ ਤੇਰੇ ਜੀਵਨ ਦੇ ਵਿੱਚ ਮਾਲਕ ਪਰਮਾਤਮਾ ਦੀ ਯਾਦ ਹੈ ਕਿ ਨਹੀਂ ਹੈਗੀ। ਪੰਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜਿਹ ਗੁਰ ਮਿਲੈ ਤਿਹ ਪਾਰ ਉਤਾਰੇ। ਔਰ ਇਹ ਵੀ ਯਾਦ ਰੱਖ ਲਾ ਪਿਆਰਿਆ, ਬ੍ਰਹਮ ਗਿਆਨੀ, ਬ੍ਰਹਮ ਗਿਆਨ, ਸਹੀ ਰਸਤਾ, ਸਹੀ ਗਾਈਡੈਂਸ ਚਾਹੀਦੀ ਆ, ਜਿਹਨੂੰ ਮਿਲਦੀ ਆ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਹਾਂਜੀ ਵੀਰ ਜੀ। ਕਬੂ ਖੀਰ ਖਾਂਡ, ਠੀਕ ਹੈ ਜੀ, ਉਹ ਕਹਿਣਾ ਚਾਹੁੰਦੇ ਨੇ। ਹਾਂਜੀ ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ, ਕਬੂ ਕੂਰਨ ਚਨੇ ਬਿਨਾਵੈ। ਹਾਂਜੀ ਵੀਰ ਜੀ। ਹਾਂਜੀ, ਸਾਧ ਸੰਗਤ ਜੀ, ਉਹ ਤੁਹਾਡੀ ਅਵਸਥਾ ਦੱਸਦੇ ਆ ਕਿ ਕਈ ਵਾਰੀ ਹੋ ਸਕਦਾ ਤੁਹਾਡੇ ਕੋਲ ਬਹੁਤ ਪੈਸੇ ਆ ਜਾਣ, ਕਈ ਵਾਰੀ ਉਹ ਮਾਇਆ ਘਟ ਵੀ ਜਾਂਦੀ ਹੈ। ਸੋ ਉਸ ਅਵਸਥਾ ਦੇ ਵਿੱਚ ਤੁਸੀਂ ਆਪਣਾ ਸੰਜਮ ਨਹੀਂ ਖੋਣਾ, ਕਿਉਂਕਿ ਉਹ ਵਿੱਚ ਸਾਡੀ ਪ੍ਰਕਿਰਤੀ ਦੇ ਨਾਲ ਆਪਾਂ ਰਹਿੰਦੇ ਹਾਂ। ਪ੍ਰਕਿਰਤੀ ਆਪਣੇ ਗੁਰੂਆਂ ਤੇ ਕਿੱਦਾਂ ਦਾ ਟਾਈਮ ਆਇਆ ਔਰ ਉਹ ਪਾਸ ਹੋਏ ਉਹ ਐਗਜ਼ਾਮ ਤੋਂ। ਇਸੇ ਤਰ੍ਹਾਂ ਸਾਡੇ ਜੀਵਨ 'ਚ ਵੀ ਇਹੀ ਪ੍ਰਕਿਰਤੀ 'ਚ ਆਉਂਦੇ ਆ, ਜੋ ਵੀ ਸਾਡੀ ਪਾਤਰਤਾ ਹੈਗੀ ਉਹਦੇ ਅਨੁਸਾਰ ਸਾਨੂੰ ਫਲ ਵੀ ਮਿਲਦਾ ਵਿੱਚ। ਔਰ ਕਈ ਵਾਰੀ ਚੰਗਾ ਹੁੰਦਾ ਹੈ, ਕਈ ਵਾਰੀ ਫਲ ਠੀਕ ਠਾਕ ਜਿਹਾ ਹੁੰਦਾ ਹੈ, ਕਈ ਵਾਰੀ ਖੱਟਾ ਹੁੰਦਾ ਹੈ। ਪਰ ਇਹ ਨਹੀਂ ਕਿ ਖੱਟਾ ਫਲ ਆ ਗਿਆ ਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਈਏ ਤੇ ਆਪਾਂ ਉਹ ਆਪਣੇ ਮਾਰਗ ਤੋਂ ਭੱਜ ਜਾਈਏ, ਆਪਾਂ ਭਟਕ ਜਾਈਏ। ਔਰ ਇਮਤਿਹਾਨ ਤੇ ਹੁੰਦੇ ਹੀ ਆ, ਕਈ ਵਾਰੀ ਤੁਹਾਡੇ ਇਮਤਿਹਾਨ ਹੋਣੇ ਤੇ ਉਸ ਟਾਈਮ ਤੇ ਧਿਆਨ ਰੱਖੋ। ਠੀਕ ਹੈ ਨਜਰ ਸਾਹਿਬ? ਬਿਲਕੁਲ। ਜੋ ਰਾਮ ਰਾਖੇ। ਅੱਜ ਕੱਲ ਵੀਰ ਜੀ ਉਹ ਦਿਨ ਵੀ ਚੱਲ ਰਹੇ ਨੇ ਜੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ 70 ਚੰਗਾ,
ਭੱਟ ਖੇੜਿਆਂ ਦਾ ਰਹਿਣਾ, ਏਦਾਂ ਕੁਛ ਸਾਰਾ ਪੂਰੀ ਹੈ ਨਾ ਜੀ ਉਹ ਜਿਹੜੀ ਗੁਰੂ ਬਿਲਕੁਲ ਗੋਬਿੰਦ ਸਿੰਘ ਜੀ ਦੀ ਬਿਲਕੁਲ, ਬਾਣੀ। ਹਾਂ ਬਿਲਕੁਲ, ਉਹ ਦੇਖੋ ਤੁਸੀਂ, ਉਹ ਕਿੱਥੇ ਮਤਲਬ ਇਸੇ ਗੱਲ ਨੂੰ ਮਹਿਲਾਂ ਦੱਸਦੇ। ਚ ਵੱਡਿਆਂ ਚ ਕਿੱਥੇ ਦੇਖੋ ਕਿ ਕੀ ਕੁਛ ਹੋਇਆ, ਮਤਲਬ ਉਹ ਅੱਜ ਕੱਲ ਦੇ ਆਹੀ ਪੋਹ ਦੀਆਂ ਰਾਤਾਂ ਸੀ। ਬਿਲਕੁਲ। ਹਾਂਜੀ, ਸਭ ਅਗਲੀ ਤੋਂ ਬੋਲੋ। ਜਿਉ ਰਾਮ ਰਾਖੈ ਤਿਉ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਮਹਿਮਾ, ਮਾਲਕ ਪਰਮਾਤਮਾ ਦੀ ਗੇਮ ਦੇ ਵਿੱਚ ਕੀ ਹੈ ਆਪਣੇ ਲਈ, ਨੈਕਸਟ ਮੂਮੈਂਟ ਕੀ ਹੈਗਾ, ਅਗਲਾ ਦਿਨ ਕਿਸ ਤਰ੍ਹਾਂ ਦਾ ਚੜ੍ਹਨਾ ਹੈ, ਨਹੀਂ ਕਹਿ ਸਕਦੇ ਕੁਛ ਵੀ ਭਾਈ। ਇਸ ਕਰਕੇ ਜਿਵੇਂ ਮਾਲਕ ਪਰਮਾਤਮਾ ਰੱਖ ਰਿਹਾ ਹੈ ਉਵੇਂ ਦਾ ਰਹਿਣਾ ਚਾਹੀਦਾ ਹੈ ਆਪਾਂ ਨੂੰ, ਉਹਦੀ ਭਗਤੀ, ਉਹਦਾ ਰਸਤਾ ਨਹੀਂ ਛੱਡਣਾ ਚਾਹੀਦਾ। ਹਾਂਜੀ ਵੀਰ ਜੀ। ਹਾਂਜੀ, ਉਹਦਾ ਮਤਲਬ ਤੇ ਇਹੋ ਹੀ ਹੈ ਜੀ, ਹੁਕਮ ਦੇ ਵਿੱਚ ਚੱਲਣਾ। ਹਾਂ, ਉਹ ਜਦੋਂ ਹੁਕਮ ਚ ਸਾਨੂੰ ਕੋਈ ਚੀਜ਼ ਦਿੰਦਾ ਹੈ, ਉਹਦਾ ਹੁਕਮ ਹੈ, ਤੇ ਉਸ ਦੇ ਹੁਕਮ ਨੂੰ ਸਵੀਕਾਰ ਕਰਨਾ ਹੀ ਸਾਡੇ ਜੀਵਨ ਦੀ ਸੱਚਾਈ ਹੈ। ਹੁਕਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੜ੍ਹਾਈ ਨਹੀਂ ਕਰਨੀ, ਕਿ ਜੋ ਵੀ ਹੋਊਗਾ ਠੀਕ ਹੋਊਗਾ, ਤੁਸੀਂ ਪੜ੍ਹਾਈ ਨਹੀਂ ਕਰਨੀ, ਕੰਮ ਨਹੀਂ ਕਰਨਾ, ਘਰੇ ਬੈਠੇ ਰਹਿਣਾ, ਇਹਦਾ ਮਤਲਬ ਇਹ ਨਹੀਂ। ਹੁਕਮ ਦੇ ਵਿੱਚ ਚੱਲਣਾ ਮਤਲਬ ਇਹੋ ਹੀ ਹੈ ਕਿ ਤੁਸੀਂ ਮਿਹਨਤ ਕਰੋ, ਕੰਮ ਕਰੋ, ਕੋਸ਼ਿਸ਼ ਕਰੋ, ਹੋਵੇ ਜਾਂ ਨਾ ਹੋਵੇ ਉਹਦਾ ਹੁਕਮ ਹੈ। ਹੋ ਜੇ ਤੇ ਬਹੁਤ ਵਧੀਆ, ਨਹੀਂ ਵੀ ਹੋਵੇ ਤੇ ਕੋਈ ਪ੍ਰੋਬਲਮ ਨਹੀਂ ਹੈ, ਘਾਟਾ ਨਹੀਂ ਪਵੇਗਾ। ਇਹ ਹੈ ਆਪਾਂ ਚੀਜ਼ ਨੂੰ ਗ੍ਰਹਿਣ ਕਰਨਾ ਹੈ। ਔਰ ਜਦੋਂ ਆਪਾਂ ਚੀਜ਼ ਨੂੰ ਗ੍ਰਹਿਣ ਕਰਦੇ ਹਾਂ ਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਅੰਦਰੋਂ ਸ਼ਾਂਤ ਰਹਿੰਦੇ ਹਾਂ। ਤੇ ਜਦੋਂ ਆਪਾਂ ਸਵੀਕਾਰ ਨਹੀਂ ਕਰਦੇ ਫਿਰ ਸਾਡੇ ਅੰਦਰ ਅਸ਼ਾਂਤੀ ਪੈਦਾ ਹੁੰਦੀ ਹੈ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਰਹਾਓ ਕਬੂ ਤੁਰੇ ਤੁਰੰਗ ਨਚਾਵੇ। ਕਹਿੰਦੇ ਕਦੀ ਜਿਹੜਾ ਹੈਗਾ ਐਸੇ ਘੋੜੇ, ਐਸੀਆਂ ਕਾਰਾਂ ਦੇ ਦਿੰਦਾ ਬਹੁਤ ਤੇਜ਼ ਚੱਲਣ ਵਾਲੀਆਂ, ਤੇ ਬੰਦਾ ਬੜਾ ਖੁਸ਼ ਹੁੰਦਾ। ਕਬੂ ਪਾਏ ਪਨਿਓ ਨਾ ਪਾਵੇ। ਕਦੀ ਕਹਿੰਦੇ ਆ ਪੈਰਾਂ ਦੇ ਵਿੱਚ ਕਹਿੰਦੇ ਜੁੱਤੀ ਵੀ ਨਹੀਂ ਮਿਲਦੀ ਪਾਉਣ ਦੇ ਵਾਸਤੇ ਭਾਈ। ਮੈਂ ਦੇਖਿਆ ਇੱਕ ਵਾਰੀ, ਅਸੀਂ ਮੈਂ ਬਿਦਰ ਤੋਂ ਜਿਹੜਾ ਹੈਗਾ ਹਜੂਰ ਸਾਹਿਬ ਅਸੀਂ ਜਾ ਰਹੇ ਸੀ, ਮੋਟਰਸਾਈਕਲ 'ਤੇ ਸੀਗਾ, ਅਤੇ ਮੈਂ ਸੀ, ਮੇਰਾ ਭਾਣਜਾ ਸੀਗਾ ਅਤੇ ਮਿਸਿਸ ਸੀਗੇ। ਹੀਰੋ ਹੋਂਡਾ ਸੀਗਾ ਸਾਡੇ ਕੋਲ, 400 ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਹੈਗਾ ਸਫ਼ਰ, ਅਤੇ 400 ਨਹੀਂ ਘੱਟ ਆ। ਅਤੇ ਅਸੀਂ ਜਿਹੜੇ ਆ ਨਾ ਉਹ ਦੇਖਿਆ ਇੱਕ ਬੰਦਾ ਮੁੰਡਾ ਜਿਹੜਾ ਹੈਗਾ ਮੱਝਾਂ ਚਾਰ ਰਿਹਾ ਵਿਚਾਰਾ, ਇੰਨੀ ਧੁੱਪ ਔਰ ਇੰਨੀ ਪੈਰ ਸੜੇ, ਔਰ ਉਹਦੇ ਪੈਰ ਦੇ ਵਿੱਚ ਜਿਹੜੀ ਹੈ ਜੁੱਤੀ ਵੀ ਨਹੀਂ ਸੀ ਵਿਚਾਰੇ ਦੇ। ਅਤੇ ਮੈਂ ਉਹਨੂੰ ਮੁੰਡੇ ਨੂੰ ਮੈਂ ਕਿਹਾ ਇੰਦਰਪਾਲ ਇਹਨੂੰ ਨਾ ਆਪਣੀ ਚੱਪਲ ਲਾ ਕੇ ਦੇ ਦੇ, ਆਪਾਂ ਗਾਹਾਂ ਜਾ ਕੇ ਲੈ ਲਾਂਗੇ। ਅਤੇ ਇਸ ਤਰ੍ਹਾਂ ਵੀ ਦੇਖੋ ਮਾਲਕ ਪਰਮਾਤਮਾ ਦਾ ਆ ਵੀ ਰੰਗ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਇਸੇ ਤਰ੍ਹਾਂ ਪ੍ਰਕਿਰਤੀ ਹੈ। ਪ੍ਰਕਿਰਤੀ 'ਚ ਆਪਾਂ ਜਦੋਂ ਜੀਵਨ ਬਤੀਤ ਕਰਦੇ ਹਾਂ ਤੇ ਪ੍ਰਕਿਰਤੀ ਸਾਨੂੰ ਚੈੱਕ ਕਰਦੀ ਹੈ। ਪ੍ਰਕਿਰਤੀ ਲਈ ਆਪਣਾ ਤਰੀਕਾ ਹੈਗਾ ਬਰਤਨ ਦੀ ਮਜ਼ਬੂਤੀ ਜਿੱਦਾਂ ਦੇਖਦੇ ਨਾ ਆਪਾਂ, ਟਕਾਉਂਦੇ ਆ ਉਹਨੂੰ, ਚੈੱਕ ਕਰਦੇ ਮਾਰ ਕੇ, ਵਿੱਚ ਪਾਣੀ ਭਰਦੇ ਆ, ਇਹ ਲੀਕ ਲੁਕ ਤੇ ਨਹੀਂ ਹੈ। ਇਸੇ ਤਰ੍ਹਾਂ ਪ੍ਰਕਿਰਤੀ ਦੇ ਵਿੱਚ ਇਨਸਾਨ ਦੀ ਪ੍ਰੀਖਿਆ ਹੁੰਦੀ ਹੈ, ਔਰ ਉਸ ਪ੍ਰੀਖਿਆ 'ਚ ਹਮੇਸ਼ਾ ਕੋਸ਼ਿਸ਼ ਕਰੋ ਤੁਸੀਂ ਪਾਸ ਹੋਵੋ। ਹਾਂ ਥੋੜਾ ਜ਼ੋਰ ਜ਼ਰੂਰ ਲੱਗਦਾ ਕਿਉਂਕਿ ਕਾਫੀ ਵੱਡਾ ਕੰਮ ਹੈ। ਸਵਾਲ ਪਿਆ, ਸਵਾਲ ਤੇ ਇੱਕਦਮ ਤੇ ਹੱਲ ਨਹੀਂ ਹੁੰਦਾ ਨਾ। ਜਦੋਂ ਵੀ ਸਵਾਲ ਆਉਂਦਾ ਤੇ ਵੱਡੇ ਵੱਡਿਆਂ ਦੇ ਕੰਨ ਖੜੇ ਹੋ ਜਾਂਦੇ ਆ। ਇਸੇ ਤਰ੍ਹਾਂ ਜ਼ਿੰਦਗੀ 'ਚ ਜਦੋਂ ਕੋਈ ਏਦਾਂ ਦਾ ਫੈਸਲਾ ਆ ਜਾਂਦਾ ਹੈ ਤੇ ਜਿੱਥੇ ਤੁਹਾਡਾ ਇਮਤਿਹਾਨ ਹੈ ਉੱਥੇ ਆਪਣੇ ਆਪ 'ਚ ਸਹੀ ਤਰ੍ਹਾਂ ਤੁਹਾਨੂੰ ਅੱਗੇ ਉਤਰਨਾ ਚਾਹੀਦਾ ਸਹੀ ਤਰੀਕੇ ਨਾਲ, ਔਰ ਪ੍ਰਮਾਤਮਾ ਨੂੰ ਸਾਹਮਣੇ ਹਾਜ਼ਰ ਨਾਜ਼ਰ ਸਮਝ ਕੇ ਤੇ ਉਹ ਫੈਸਲਾ ਤੁਸੀਂ ਕਰੋ। ਉੱਥੋਂ ਭੱਜੋ ਨਾ, ਕਿਉਂਕਿ ਉੱਥੇ ਤੁਸੀਂ ਇੱਕ ਛੋਟੇ ਜਿਹੇ ਫੈਸਲੇ ਤੋਂ ਨਹੀਂ ਭੱਜ ਰਹੇ, ਤੁਸੀਂ ਪ੍ਰਮਾਤਮਾ ਤੋਂ ਭੱਜ ਰਹੇ, ਸੱਚ ਤੋਂ। ਔਰ ਸੱਚ ਨੂੰ ਲੈ ਕੇ ਆਉਣਾ। ਔਰ ਸੱਚ ਕਿੱਥੋਂ ਆਊਗਾ? ਮੇਰੇ ਵਰਗੇ ਤਾਂ ਗੱਲਾਂ ਕਰਕੇ ਸਵਾਦ ਲਈ ਜਾਂਦਾ ਵਾ, ਬਾਣੀ ਦਾ ਵਿਆਖਿਆ ਕਰੀ ਜਾਂਦਾ ਵਾ, ਪਰ ਜਦੋਂ ਘਰੋਂ ਮੈਂ ਬਾਹਰ ਜਾਵਾਂਗਾ, ਮੇਰੇ ਤੇ ਘਰੇ ਮੇਰੇ ਪਰਿਵਾਰ, ਮੇਰੇ ਬੱਚੇ, ਆਂਢ ਗੁਆਂਢ ਜਿੱਥੇ ਮੈਂ ਕਾਰੋਬਾਰ ਕਰਦਾ, ਉੱਥੇ ਮੈਂ ਕਿੱਦਾਂ ਦਾ ਉਤਰਦਾ, ਮਜ਼ਾ ਤੇ ਉੱਥੇ ਆਉਣਾ। ਪਤਾ ਤੇ ਮੇਰਾ ਉੱਥੇ ਲੱਗਣਾ ਹੈ। ਇੱਥੇ ਤੇ ਕਥਾ ਕਰਨੀ ਤੇ ਬਹੁਤ ਆਸਾਨ ਹੈ। ਇੱਥੇ ਤੁਸੀਂ ਵੀ ਸੁਣੀ ਜਾਂਦੇ ਤੇ ਮੈਂ ਵੀ ਸੁਣਾਈ ਜਾਂਦਾ, ਨਿਜਰ ਸਾਹਿਬ ਵੀ ਸੁਣੀ ਜਾਂਦੇ, ਸੁਣਾਈ ਜਾਂਦੇ। ਜੇ ਤੁਸੀਂ ਘਰੋਂ ਜਦੋਂ ਵਿਚਰਾਂਗੇ ਉਦੋਂ ਤੇ ਪਤਾ ਲੱਗਣਾ ਕਿ ਮੇਰੇ ਪੱਲੇ ਕੀ ਹੈ, ਕਿਉਂਕਿ ਇਮਤਿਹਾਨ ਤੁਹਾਡਾ ਉੱਥੇ ਸ਼ੁਰੂ ਹੁੰਦਾ ਵਾ। ਇੱਥੇ ਤੇ ਕੇਵਲ ਤਿਆਰੀ ਚੱਲਣ ਦੀ ਹੈ। ਉੱਥੇ ਤੁਸੀਂ ਪਾਸ ਹੋ ਗਏ ਤੇ ਪਾਸ ਹੋ ਗਏ, ਬਸ ਉਹੀ ਚੀਜ਼ ਹੈ। ਸੱਚ ਦਾ ਇਮਤਿਹਾਨ ਹੋਣਾ, ਔਰ ਉਹਦਾ ਇਮਤਿਹਾਨ ਤੁਹਾਡਾ ਰੋਜ਼ ਰੂਟੀਨ ਜੀਵਨ ਹੈ। ਤੁਸੀਂ ਸ਼ੁਰੂ ਕਰੋ ਆਪਣੇ ਆਪ ਨੂੰ। ਤੁਸੀਂ ਦੇਖੋ ਦੇਣ ਕੀ ਦੇ ਜੋ, ਤੁਹਾਡੇ ਤੋਂ ਫਾਇਦਾ ਕੀ ਹੈ ਲੋਕਾਂ ਨੂੰ? ਤੁਹਾਡਾ ਕੇਵਲ ਫਾਇਦਾ ਤੁਹਾਨੂੰ ਹੀ ਹੋ ਰਿਹਾ ਤੇ ਫਿਰ ਤੇ ਠੀਕ ਹੀ ਠੀਕ ਹੈ। ਫਿਰ ਤੇ ਜਾਨਵਰ ਲੈਵਲ ਦਾ ਜੀਵਨ ਹੈਗਾ। ਜਾਨਵਰ ਵੀ ਤੇ ਆਪਣੇ ਜੋਗਾ ਹੀ ਸੋਚਦਾ, ਖਾ ਲਿਆ, ਢਿੱਡ ਭਰ ਲਿਆ ਤੇ ਸੌਂ ਲਿਆ, ਫਿਰ ਭੁੱਖ ਲੱਗੀ ਫਿਰ ਭੱਜ ਪਿਆ, ਫਿਰ ਤੇ ਉਹ ਸਿਸਟਮ ਚੱਲਣ ਦਿਆ। ਤੇ ਜੀਵਨ ਦੇ ਵਿੱਚ ਜੇ ਜੋ ਹੀ ਕਮਾ ਰਹੇ ਹਾਂ ਉਹ ਚੋਂ ਸਾਡਾ ਹਿੱਸਾ ਦੂਜਿਆਂ ਨੂੰ ਵੀ ਮਿਲ ਰਿਹਾ ਤੇ ਜੀਵਨ ਬਿਲਕੁਲ ਸਹੀ ਹੈ। ਇਹ ਤੇ ਫਾਇਦਾ ਹੀ ਹੈ।
ਇਹੋ ਜੀਵਨ ਹੈ। ਜੀਵਨ ਤੁਹਾਡੀ ਸੱਚਾਈ ਆ, ਤੁਸੀਂ ਕਿੱਦਾਂ ਚੱਲਦੇ ਜੋ, ਕਿੱਦਾਂ ਦੇ ਸੋਚਦੇ ਜੋ। ਔਰ ਉਹ ਇਹ ਨਹੀਂ ਆ ਕਿ ਆਪਾਂ ਹੁਣ ਆਪਣਾ ਔਖੇ ਹੋ ਕੇ ਤੇ ਆਪਣਾ ਘਰ ਹੀ ਵੇਚ ਦੇਣਾ, ਲੋਕਾਂ ਨੂੰ ਦੇ ਦੇਣਾ। ਉਹ ਨਹੀਂ ਮੈਂ ਕਹਿੰਦਾ। ਮੈਂ ਇਹ ਕਹਿੰਦਾ ਕਿ ਤੁਸੀਂ ਕੇਵਲ ਆਪਣਾ ਹੱਕ ਹੀ ਲੈ ਆਓ ਨਾ ਆਪਣੇ ਘਰ, ਤੇ ਉਹ ਵੀ ਸਹੀ ਜੇ, ਕਿਸੇ ਦਾ ਨਾ ਲਿਆਓ। ਨਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਠੀਕ ਹੈ। ਜ਼ਿਆਦਾ ਔਖੇ ਨਹੀਂ ਹੋਣ ਦੀ ਲੋੜ। ਅਸੀਂ ਨਹੀਂ ਕਹਿੰਦੇ ਕਿ ਉੱਥੇ ਤੁਸੀਂ ਲੰਗਰ ਲਾਓ, ਅਸੀਂ ਕਹਿੰਦੇ ਕਿ ਜਿੰਨਾ ਤੁਹਾਡਾ ਹੱਕ ਬਣਦਾ ਕੇਵਲ ਤੁਸੀਂ ਉਹਨਾਂ ਬਹੁਤ ਵੱਡਾ ਕੰਮ ਹੋ। ਹਾਂਜੀ ਨਜਰ ਸਾਹਿਬ। ਹਾਂਜੀ ਅੱਗੇ ਕਭੂ ਖਾਟ ਸੁਪੇਦੀ ਸੁਆਵੇ, ਕਭੂ ਭੂਮ ਪਿਆਰ ਨਾ ਪਾਵੇ, ਪੰਤ ਨਾਮ ਦਿਓ ਇੱਕ ਨਾਮ ਨਿਸਤਾਰੇ। ਆਖਰੀ ਦੇ ਵਿੱਚ ਨੁਕਤਾ ਦੇ ਰਿਹਾ ਨਾਮਦੇਵ ਜੀ। ਕਹਿੰਦੇ ਭਾਈ ਜੇ ਸੰਸਾਰ ਸਮੁੰਦਰ ਤੋਂ ਪਾਰ ਨਿਕਲਣਾ ਹੈ ਪਿਆਰਿਆ, ਤੇ ਧਿਆਨ ਸਿਮਰਨ ਕਰਨਾ ਪਊਗਾ। ਔਰ ਸੈਕੰਡ ਨੁਕਤਾ ਅਗਲੀ ਲਾਈਨ 'ਚ ਦੇ ਰਹੇ ਆ, ਜਿਹੇ ਗੁਰ ਮਿਲੈ ਤੇ ਪਾਰ ਉਤਾਰੇ। ਤੇ ਗਿਆਨ ਲੈਣਾ ਪਊਗਾ, ਬ੍ਰਹਮ ਗਿਆਨ ਲੈਣਾ ਪਊਗਾ, ਗੁਰੂ ਤੋਂ ਗਿਆਨ ਲੈਣਾ ਪਊਗਾ। ਉਹਦੇ ਬਗੈਰ ਗੱਲ ਨਹੀਂ ਬਣਨੀ, ਕਿਉਂਕਿ ਦੀਪਕ ਜਗੇਗਾ ਤੇ ਰਸਤਾ ਤੈਨੂੰ ਤਾਂ ਪਤਾ ਲੱਗਣਾ ਹੈ ਕਿਹੜੇ ਰਾਹ ਤੇ ਤੁਰਨਾ ਹੈ। ਤੇ ਤੁਰੇਗਾ ਤਾਂ ਜਿਹੜਾ ਹੈਗਾ ਪਾਰ ਨਿਕਲੇਗਾ ਪਿਆਰਿਆ। ਰਸਤਾ ਵੀ ਪਤਾ ਹੋਏ, ਦੀਪਕ ਵੀ ਹੋਏ, ਤੇ ਤੁਰਨਾ ਵੀ ਪੈਣਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਆਖਰ ਦੇ ਵਿੱਚ ਉਹ ਕਹਿ ਰਹੇ ਨੇ, ਤੋਂ ਫਿਰ ਦੁਬਾਰਾ ਬੋਲਿਓ। ਪੰਤ ਨਾਮ ਦਿਓ ਇੱਕ ਨਾਮ ਨਿਸਤਾਰੇ। ਪੰਤ ਮਤਲਬ ਪਣ ਰਹੇ ਆ, ਬੋਲ ਰਹੇ ਆ, ਬੇਨਤੀ ਕਰ ਰਹੇ ਆ ਬਈ ਸੰਗਤ ਦੇ ਅੱਗੇ ਕਿ ਜੇ ਸੰਸਾਰ ਸਮੁੰਦਰ ਤੋਂ ਨਿਸਤਾਰਾ ਕਰਨਾ ਹੈ ਪਿਆਰਿਆ, ਤੇ ਨਾਮ ਜਿਹੜਾ ਹੈਗਾ ਉਹਦੇ ਨਾਲ, ਇੱਕ ਨਾਮ ਦੇ ਨਾਲ ਹੀ ਨਿਸਤਾਰਾ ਹੋ ਸਕਦਾ ਹੈ। ਔਰ ਨਾਮ ਜਿਹੜਾ ਹੈਗਾ ਇਹ ਗੁਰੂ ਗਾਈਡ ਜਿਹੜੇ ਹੈਗੇ ਉਹਨਾਂ ਤੋਂ ਮਿਲਣਾ ਹੈ, ਸਹੀ ਰਸਤਾ, ਸਹੀ ਦੀਪਕ। ਤੇ ਜਿਹੜਾ ਲੈ ਲੂਗਾ ਉਹ ਪਾਰ ਉਤਰ ਜਾਏਗਾ। ਜੇ ਗੁਰ ਮਿਲੇ ਤੇ ਪਾਰ ਉਤਾਰੇ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਹੈ ਨਾ ਗੱਲ ਨਹੀਂ ਜੀ ਬਣਨੀ। ਨਾਮ ਚਾਹੀਦਾ ਹੈ, ਨਾਮ ਤੋਂ ਬਿਨਾਂ ਜਿਹੜਾ ਨਿਸਤਾਰਾ ਨਹੀਂ ਹੋਣਾ। ਨਾਮ ਜਿਹੜਾ ਹੈਗਾ ਉਹ ਧਿਆਨ ਆ, ਪਰਮੇਸ਼ਰ ਦੀ ਯਾਦ ਆ, ਆਪਣੀ ਆਤਮਾ ਦੇ ਨਾਲ ਬੈਠਣਾ ਆ। ਇਹ ਨਾਮ ਆ, ਨਾਮ ਕੋਈ ਅੱਖਰ ਨਹੀਂ ਹੈਗਾ ਪਿਆਰਿਓ। ਫਿਰ ਫਸ ਜਾਵਾਂਗੇ ਆਪਾਂ ਇੱਥੇ। ਆ ਚੀਜ਼ ਬਹੁਤ ਜ਼ਰੂਰੀ ਹੈਗੀ। ਹਾਂਜੀ ਗੋਰਖ ਸਾਹਿਬ। ਹਾਂ, ਜਦੋਂ ਤੁਹਾਡੇ ਕੋਲ ਨਾਮ ਆ ਗਿਆ ਜੀ, ਨਾਮ ਦਾ ਮਤਲਬ ਹੀ ਹੋ ਗਿਆ ਤੁਹਾਡਾ ਜੀ, ਜਦੋਂ ਤੁਸੀਂ ਆਤਮਾ ਦਾ ਸਪਰਸ਼ ਕਰ ਲਿਆ ਸਭ ਕੁਝ ਰੁਕ ਜਾਣਾ। ਸਮੇਂ ਦਾ ਜਿਹੜਾ ਚੱਕਰ ਚੱਲਦਾ ਬੰਦ ਹੋ ਗਿਆ। ਫਿਰ ਜਦੋਂ ਤੁਹਾਡਾ ਮਨ ਹੀ ਸ਼ਾਂਤ ਹੋ ਗਿਆ, ਚਿੱਤ ਸ਼ਾਂਤ ਹੋ ਗਿਆ, ਤੇ ਫਿਰ ਉੱਥੇ ਤੇ ਹੁਣ ਆਪਾਂ ਕੋਈ ਵੀ ਫੈਸਲਾ ਕਰਦੇ ਹਾਂ, ਇਹ ਸਾਡਾ, ਇਹਨਾਂ ਦੇ ਉੱਤੇ ਸਾਡਾ ਜੀਵਨ ਡਿਪੈਂਡ ਹੈ। ਜਦੋਂ ਅਸੀਂ ਸਹੀ ਫੈਸਲਾ ਕਰਦੇ ਹਾਂ ਜੀਵਨ 'ਚ ਸੁੱਖ ਆ ਜਾਂਦਾ। ਜਦੋਂ ਅਸੀਂ ਗਲਤ ਫੈਸਲਾ ਕਰਦੇ ਹਾਂ ਤੇ ਜੀਵਨ 'ਚ ਦੁੱਖ ਆ ਜਾਂਦਾ। ਤੇ ਜਦੋਂ ਚਿੱਤ ਸ਼ਾਂਤ ਹੋ ਗਿਆ, ਮਨ ਸ਼ਾਂਤ ਹੋ ਗਿਆ, ਤੇ ਫਿਰ ਤੇ ਸਹੀ ਆ। ਸੱਚ ਹੈਗਾ, ਸੱਚ ਨੇ ਬਾਹਰ ਆਉਣਾ, ਝੂਠ ਤੇ ਹੈ ਨਹੀਂ। ਤੇ ਫਿਰ ਜਦੋਂ ਤੁਸੀਂ ਸੱਚ ਦੇ ਉੱਤੇ ਚੱਲੇ ਤੇ ਜੀਵਨ ਆਪੇ ਹੀ ਤੁਹਾਡਾ ਸਹੀ ਹੋ ਜਾਣਾ। ਕੁਛ ਕਰਨ ਦੀ ਲੋੜ ਹੀ ਨਹੀਂ। ਪਰਮਾਤਮਾ ਤੇ ਕਹਿੰਦਾ ਹੀ ਨਹੀਂ ਤੂੰ ਔਖਾ ਹੋ ਤੇ ਕੁਝ ਉਲਟੇ ਪੁਲਟੇ ਕੰਮ ਕਰ। ਉਹ ਕਹਿੰਦਾ ਕਮ ਸੇ ਕਮ ਤੂੰ ਜਿਹੜਾ ਜਿੰਨੇ ਕੁ ਜੋਗਾ ਤੂੰ ਹੈਗਾ, ਆਪਣੇ ਜੋਗਾ ਸੱਚ ਨਾਲ ਜੀਵਨ ਚਲਾ ਕੇ ਦਿਖਾ ਦੇਣਾ। ਬਸ ਇੰਨਾ ਹੀ ਕੰਮ ਹੈ। ਬਸ ਉਹ ਪਰਮਾਤਮਾ ਤੇ ਕਿਤੇ ਨਹੀਂ ਕਿਹਾ, ਤੇ ਨਾ ਹੀ ਗੁਰੂਆਂ ਨੇ ਕਿਤੇ ਲਿਖਿਆ ਕਿਤੇ ਕਿ ਮੈਂ ਦੁਨੀਆ ਬਦਲਣਾ ਚਾਹੁੰਦਾ, ਮੈਂ ਸਾਰੀ ਦੁਨੀਆ ਚੰਗੀ ਬਣਾਦਾ, ਮੈਂ ਸਾਰੇ ਬ੍ਰਹਮ ਗਿਆਨੀ ਬਣਾਦਾ। ਕਿਤੇ ਲਿਖਿਆ ਦੱਸੋ ਨਿੱਜਰ ਸਾਹਿਬ? ਲਿਖੀ ਉਹਨਾਂ ਨੇ? ਨਹੀਂ। ਕਿਤੇ ਕਲੇਮ ਕੀਤਾ ਕਿ ਮੈਂ ਚਾਹੁੰਦਾ ਕਿ ਮੇਰੇ ਜੀਵਨ ਦਾ ਮਕਸਦ ਹੈ ਇੱਥੇ ਇੰਨੇ ਲੱਖ ਬੰਦਿਆਂ ਨੂੰ ਮੈਂ ਇੰਝ ਕਰ ਦੂੰਗਾ, ਇੱਥੇ ਧਾਰਮਿਕ ਬਣਾ ਦੂੰਗਾ? ਉਹ ਕਿਤੇ ਨਹੀਂ ਕਹਿੰਦੇ। ਬਹੁਤ ਛੋਟਾ ਜਿਹਾ ਟਾਰਗੇਟ ਹੁੰਦਾ ਉਹਨਾਂ ਦਾ, ਥੋੜੇ ਜਿਹੇ ਲੋਕਾਂ ਲਈ। ਤੇ ਇਸ ਕਰਕੇ ਬਸ ਇਹੋ ਹੀ ਹੈ ਜੀ, ਧਿਆਨ ਰੱਖਿਆ ਕਰੋ ਔਰ ਸੱਚ ਤੇ ਚੱਲੀ ਜੋ, ਆਪਣੇ ਆਪ ਹੀ ਜੀਵਨ ਸਹੀ ਹੋ ਜਾਣਾ। ਕੁਛ ਕਰਨ ਦੀ ਲੋੜ ਹੀ ਨਹੀਂ। ਨਿੱਜਰ ਸਾਹਿਬ? ਹਾਂਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਹੈ। ਅੱਜ ਦੀ ਵਿਚਾਰ ਇੱਥੇ? ਹਾਂਜੀ ਇੱਕ ਹੋਰ ਲੈ ਜਾਓ ਜੀ ਅੱਗੇ, ਇੱਕੋ ਹੀ ਰਹਿ ਗਿਆ ਬੰਦਾ। ਵੀਰ ਜੀ ਇੱਕ ਹੋਰ ਸ਼ਬਦ ਸੀਗਾ, ਜੇ ਤੁਸੀਂ ਕਹੋ ਤਾਂ ਮੈਂ ਇੱਕ ਤੁਕ ਦੱਸ ਦਿਆਂ ਉਹਦੀ। ਹਾਂਜੀ। ਨਾਮ ਹਮਾਰੇ ਵੇਦ ਅਰ ਅਨਾਦ, ਨਾਮ ਹਮਾਰੇ ਪੂਰੇ ਕਾਜ, ਨਾਮ ਹਮਾਰੇ ਪੂਜਾ ਦੇਵ। ਇਹਦੀ ਜੇ ਕਿਤੇ ਮੌਕਾ ਲੱਗੇ, ਅੱਜ ਜੇ ਟਾਈਮ ਨਹੀਂ ਤਾਂ ਫਿਰ ਕਿਸੇ ਦਿਨ ਕਰ ਲਿਓ ਵਿਚਾਰ। ਜ਼ਰੂਰ ਕਰ ਲਾਂਗੇ ਜੀ, ਜ਼ਰੂਰ ਕਰ ਲਾਂਗੇ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਅੱਜ ਅੱਗੇ ਸ਼ਬਦ ਹੈਗੇ ਨਾਮਦੇਵ ਜੀ ਦੇ ਨਾ, ਫਿਰ ਆਪਾਂ ਲੈ ਲਾਂਗੇ। ਅੱਗੇ ਫਿਰ ਸਭ ਚੇਂਜ ਹੋ ਜਾਊਗਾ। ਨਹੀਂ ਹੁਣ ਸ਼ਬਦ ਚਲੋ ਇੱਕ ਲੈ ਲੈਨੇ ਆ। ਵੈਸੇ ਨਾਮਦੇਵ ਜੀ ਦੇ ਹਾਲੇ ਸ਼ਬਦ ਹੈਗੇ ਆ।
ਤੇ ਪੈਰੋ ਨਾਮਦੇਵ ਜੀ ਉਹ ਕਰ ਦੂਜਾ ਆਹੀ ਸ਼ਬਦ ਹੈ ਜੀ। ਨਹੀਂ, ਇੱਕ ਰਹਿ ਗਿਆ ਜੀ, ਆ ਜਿਹੜਾ ਹੈਗਾ ਹਸਤ ਖੇਲਤ ਤੇਰੇ ਦੌਰੇ ਆਇਆ ਜੀ ਇੱਥੋਂ। ਹਾਂਜੀ ਹਾਂਜੀ, ਲਓ ਜੀ, ਹਾਂ। ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿਪ ਕੇ ਜਨਮ ਕਾਹੇ ਕੋ ਆਇਆ। ਰਹਾਓ। ਇੱਥੇ ਦੱਸ ਰਹੇ ਨਾਮਦੇਵ ਜੀ ਕਹਿੰਦੇ ਆ ਮਾਲਕ ਪਰਮਾਤਮਾ ਆਪਾਂ ਨੂੰ ਗਿਆਨ ਦੇ ਰਿਹਾ ਭਾਈ ਕਿ ਮੇਰੀ ਜਾਤ ਨੀਵੀਂ ਕਰਕੇ ਜਿਹੜਾ ਹੈਗਾ ਮੈਂ ਦਿਉਰੇ ਦੇ ਵਿੱਚ ਆ ਗਿਆ, ਖੁਸ਼ੀ ਦੇ ਨਾਲ ਆ ਗਿਆ ਮੈਂ ਦਿਉਰੇ ਦੇ ਵਿੱਚ ਭਗਤੀ ਕਰਨ ਦੇ ਵਾਸਤੇ, ਬਈ ਗਿਆਨ ਲੈਣ ਦੇ ਵਾਸਤੇ। ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਕਹਿੰਦੇ ਮੈਨੂੰ ਭਗਤੀ ਕਰਨ ਦੇ ਨੂੰ ਮੈਨੂੰ ਫੜ ਕੇ ਉਹਨੇ ਬਾਹਰ ਕੱਢਤਾ ਇਹਨਾਂ ਨੇ, ਪੰਡਤਾਂ ਨੇ। ਕਿਉਂ? ਹੀਨੜੀ ਜਾਤ ਮੇਰੀ ਜਾਦਮ ਰਾਇਆ। हे ਮੇਰੇ ਮਾਲਕਾ, हे ਜਾਦਮ, हे ਕ੍ਰਿਸ਼ਨ, ਜਾਦਮ ਜਾਦਵ ਜਾਤ ਦੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਕਹਿ ਰਹੇ ਆ ਜਾਦਮ ਰਾਇਆ, ਸ਼੍ਰੀ ਕ੍ਰਿਸ਼ਨ ਜੀ ਨੂੰ ਨਹੀਂ। ਹੀਨੜੀ ਜਾਤ ਕਹਿੰਦੇ ਮੇਰੀ ਨੀਵੀਂ ਜਾਤ ਆ, ਤਾਂ ਮੈਨੂੰ ਜਿਹੜਾ ਹੈਗਾ ਇਹਨਾਂ ਨੇ ਫੜ ਕੇ ਮੈਨੂੰ ਬਾਹਰ ਕੱਢਤਾ। ਛਿਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਮੈਨੂੰ ਕਹਿੰਦੇ ਤੂੰ ਛਿੰਬਾ ਹੈਗਾ, ਤੂੰ ਨਹੀਂ ਜਿਹੜਾ ਹੈਗਾ ਮੰਦਿਰ ਦੇ ਵਿੱਚ ਭਗਤੀ ਕਰ ਸਕਦਾ, ਤੂੰ ਨੀਵੀਂ ਜਾਤ ਦਾ ਹੈਗਾ। ਛਿਪੇ ਕੇ ਜਨਮੇ ਕਾਹੇ ਕੋ ਆਇਆ। ਰਹਾਓ। ਲੈ ਕਮਲੀ ਚਲਿਓ ਪਲਟਾਏ, ਦਿਉਰੇ ਪਾਛੇ ਬੈਠਾ ਜਾਏ। ਕਹਿੰਦੇ ਮੈਂ ਆਪਣਾ ਟੀਨ ਟੱਪਰ ਚੱਕਿਆ, ਜਾ ਕੇ ਦਿਉਰੇ ਦੇ ਪਿੱਛੇ ਜਾ ਕੇ ਬੈਠ ਗਿਆ। ਚੱਲ ਬਈ ਅਟੰਕ ਜਗ੍ਹਾ ਹੈ, ਮੈਂ ਉੱਥੇ ਧਿਆਨ ਸਿਮਰਨ ਕਰਨ ਲੱਗ ਪਿਆ। ਲੈ ਕਮਲੀ ਚਲਿਓ ਪਲਟਾਏ, ਮੈਂ ਪਲਟ ਕੇ ਚਲਾ ਗਿਆ। ਮੈਂ ਕੋਈ ਉਹਨਾਂ ਦੇ ਨਾਲ ਆਰਗੂਮੈਂਟ ਨਹੀਂ ਕੀਤੀ, ਉਧਰ ਨੂੰ ਤੁਰ ਪਿਆ। ਲੈ ਕਮਲੀ ਚਲਿਓ ਪਲਟਾਏ, ਦਿਉਰਾ ਪਾਛੇ ਬੈਠਾ ਜਾਏ। ਮੈਂ ਕਹਿੰਦੇ ਉੱਥੇ ਜਾ ਕੇ ਬਹਿ ਗਿਆ ਭਾਈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਕਹਿੰਦੇ ਜਿਉਂ ਮੈਂ ਪਰਮੇਸ਼ਰ ਦੀ ਭਗਤੀ ਧਿਆਨ ਸਿਮਰਨ ਕਰਦਾ ਸੀ, ਮੇਰੇ ਅੰਦਰ ਮੇਰਾ ਦਸਮ ਦੁਆਰ ਕਹਿੰਦੇ ਆ, ਮੇਰਾ ਦਸਮ ਦੁਆਰ ਜਿਹੜਾ ਹੈਗਾ, ਮੇਰਾ ਦਸਮ ਦੁਆਰ ਉਹ ਮਾਲਕ ਦਾ ਦਰ ਜਿਹੜਾ ਹੈਗਾ, ਮਾਲਕ ਦਾ ਦਰ ਉਹ ਭਗਤ ਜਨਾਂ ਵੱਲ ਫਿਰਦਾ ਹੈ ਭਾਈ। ਜਿੱਥੇ ਕੋਈ ਭਗਤੀ ਕਰਦਾ ਹੈ, ਭਾਵੇਂ ਉੱਚੀ ਜਾਤ ਦਾ ਭਾਵੇਂ ਨੀਵੀਂ ਜਾਤ ਦਾ ਹੈ, ਉਹਦੇ ਵੱਲ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਦਿਉਰਾ, ਉਹਦਾ ਦਸਮ ਦੁਆਰ ਉਹਦੇ ਅੰਦਰ ਖੁੱਲ੍ਹਦਾ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਮਾਲਕ ਪਰਮਾਤਮਾ ਦਾ ਦਰ ਭਗਤਾਂ ਵੱਲ ਨੂੰ ਫਿਰ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ, ਚਲੋ ਚੰਗਾ ਕੀਤਾ। ਇਹ ਥੋੜੀਆਂ ਦੋ ਤੁਕਾਂ ਨਾਲ ਲੈ ਲਈਆਂ, ਇਹ ਸ਼ਬਦ ਪੂਰਾ ਹੋ ਗਿਆ। ਹਾਂਜੀ ਹਾਂਜੀ। ਹੁਣ ਉਹ ਕਹਿ ਰਹੇ ਨੇ ਕਿ ਦੇਖੋ ਇਹ ਚੀਜ਼ ਨਾ ਸਮਝੋ, ਇੱਥੇ ਨਾ ਇਹ ਕੋਈ ਉਸ ਸਮੇਂ ਦੀ ਗੱਲ ਨਹੀਂ ਹੈਗੀ, ਇਹ ਗੱਲ ਹੈਗੀ ਸਰਵ ਵਿਆਪਕ ਗੱਲ, ਬਿਲਕੁਲ ਸਰਵ ਵਿਆਪਕ ਹੈ। ਅੱਜ ਦੇ ਸਮੇਂ ਨਾਲ ਵੀ ਇਹ ਢਲਦੀ ਹੈ ਗੱਲ। ਜਿੱਦਾਂ ਕੋਈ ਵੀ ਬੰਦਾ ਜਾ ਸਕਦਾ ਧਾਰਮਿਕ ਸਥਾਨ ਤੇ ਉੱਥੇ ਉਹ ਮਸਤ ਬੰਦਾ ਹੈਗਾ, ਮੌਲਾ ਬੰਦਾ ਹੈਗਾ, ਠੀਕ ਹੈ। ਉਹ ਕਹਿੰਦੇ ਹਸਤ ਖੇਲ ਤੇਰੇ ਦਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੈਂ ਤੇ ਕਹਿੰਦਾ ਸੀ ਕਿ ਤੇਰੇ ਮੰਦਿਰ ਆਇਆ ਸਭ ਬੜਾ ਚਾਅ ਦੇ ਨਾਲ, ਬੜੀ ਖੁਸ਼ੀ ਦੇ ਨਾਲ, ਪਰ ਲੋਕਾਂ ਨੇ ਹੁਣ ਲੋਕਾਂ ਦੀ ਨਜ਼ਰ ਕਿੱਦਾਂ ਦੀ ਹੈ। ਬੰਦਾ ਜਿੱਦਾਂ ਮੇਰੇ ਵਰਗੀ ਦੀ ਨਜ਼ਰ ਹੀ ਉਨੀ ਕੁ ਹੈ ਤੇ ਮੈਂ ਉਹਨਾਂ ਕੇ ਵੇਖਾਂਗਾ। ਬਿਲਕੁਲ, ਮੈਂ ਵੇਖਾਂਗੇ ਤੇ ਕੱਪੜੇ ਕਿੱਦਾਂ ਦੇ ਆ, ਇਹ ਹਿੰਦੂ ਹੈ, ਮੁਸਲਮਾਨ ਹੈ ਕਿ ਈਸਾਈ ਹੈ, ਫਿਰ ਉਸ ਹਿਸਾਬ ਨਾਲ ਮੈਂ ਰਿਐਕਸ਼ਨ ਕਰੂੰਗਾ। ਹਾਂ, ਜੇ ਮੇਰੀ ਜਾਤ ਦੇ ਮੇਰੀ ਕੌਮ ਦੇ ਕੱਪੜੇ ਪਾਏ ਨੇ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਹਾਂ, ਦੂਜੇ ਕੱਪੜੇ ਪਾਏ ਨੇ ਤੇ ਹੋ ਸਕਦਾ ਮੈਨੂੰ ਪ੍ਰੋਬਲਮ ਹੋ ਜੇ। ਉਹ ਹਿਸਾਬ ਇੱਥੇ ਇਹਨਾਂ ਨਾਲ ਹੋਇਆ ਵਾ। ਤੇ ਵੇਖੋ ਉਹਨਾਂ ਨੇ ਉਹਨੂੰ ਪਕੜਿਆ, ਫਿਰ ਉਠਾਇਆ, ਉਸ ਜਗ੍ਹਾ ਤੋਂ ਉਹਨਾਂ ਨੂੰ ਬਾਹਰ ਕੱਢਤਾ। ਲੋਕ ਏਦਾਂ ਕਰਦੇ ਆ, ਹੀਨ ਭਾਵਨਾ ਕਰਦੇ ਆ, ਈਰਖਾ। ਉਹ ਤੇ ਕਹਿੰਦੇ ਕਿ ਬਈ ਉਹ ਕਹਿੰਦੇ ਮੇਰੀ ਜਾਤੀ ਦੇ ਕਰਕੇ ਮੈਨੂੰ ਉਹਨੂੰ ਮੈਨੂੰ ਨੀਵਾਂ ਸਮਝਦੇ ਨੇ ਲੋਕ। ਔਰ ਹੈ ਗੱਲਾਂ, ਹੁਣ ਹੀ ਥੋੜੀ ਦੁਨੀਆ ਸੁਧਰੀ ਹੈ। 35 ਕੁ ਸਾਲ ਪਹਿਲਾਂ ਲੋਕੀ ਆਪਣੇ ਪੰਜਾਬ 'ਚ ਬਥੇਰੇ ਸ਼ਦਾਈ ਇਕੱਠੇ ਹੋਏ ਸੀ। ਇਹ ਏਦਾਂ ਦੀ ਆਪਾਂ ਨੀ ਸ਼ਦਾਈ, ਗੋਰੇ ਬੜੇ ਵੱਡੇ ਸ਼ਦਾਈ ਆ। ਗੋਰੇ ਵੀ ਇਹਨਾਂ ਚੀਜ਼ਾਂ ਤੋਂ ਪੀੜਤ ਨੇ, ਮਾਨਸਿਕ ਬਿਮਾਰ ਆ। ਕਾਲਿਆਂ ਦਾ ਵੇਖੋ ਜੀਣਾ ਆਰਾਮ ਕੀਤਾ ਉਹਨਾਂ ਨੇ। ਬਿਲਕੁਲ, ਕਾਲਿਆਂ ਦਾ ਕੀ, ਹੋਰ ਬਾਕੀ ਸਾਰਿਆਂ ਦਾ ਜਿਹੜਾ ਹੈਗਾ ਉਹ ਤਾਂ ਸਾਰਿਆਂ ਨੂੰ ਕਹਿੰਦੇ ਤੁਸੀਂ ਆ ਕੇ ਸਾਡੇ ਜਿਹੜੇ ਖੋਲ੍ਹੇ ਆ ਸਾਡੇ ਇੱਥੇ ਤੇ ਸਾਡੀ ਸਾਰੀਆਂ ਨੌਕਰੀਆਂ ਖੋਲ੍ਹੀਆਂ ਤੁਸੀਂ, ਸਾਨੂੰ ਜਿਹੜਾ ਹੈਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪੈਂਦਾ। ਉਹ ਪਾਸੇ ਹੋਈ ਜਾਂਦੇ, ਜਿੱਤੇ ਵੀ ਆਪਣੇ ਦੂਜੇ ਪਾਸੇ ਆ ਕੇ ਉੱਥੋਂ ਨਿਕਲ ਕੇ ਹੋਰ ਪਾਸੇ ਚਲੇ ਜਾਂਦੇ। ਹੁਣ ਉਧਰ ਨਾ ਮੈਨੂੰ ਇੱਥੇ ਕੋਈ ਮਿਲਿਆ, ਪਤਾ ਨੀ ਕੀ ਗੱਲ ਚੱਲੀ, ਤੇ ਉਹ ਕਹਿੰਦਾ ਕਿ ਅਸੀਂ ਯੂਪੀ 'ਚ ਰਹਿੰਦੇ ਆ
ਹੁਣ ਉਹ ਯੂਪੀਆਂ 'ਚ ਪੈਲੀਆਂ ਨਾ ਕੋ ਵਾਵਾ ਨੇ, ਉਹ ਜਿਹੜੇ ਯੂਪੀ ਦੇ ਮਾਲਕ ਨੇ ਉਹਨੂੰ ਹੁਣ ਜਿਹਨੇ ਕੰਮ ਨਹੀਂ ਕੀਤਾ ਉਹਦੇ ਕੋਲ ਪੈਲੀ ਕਿੱਥੇ ਰਹਿ ਜਾਣੀ ਆ? ਉਹ ਤਾਂ ਭਾਵੇਂ ਪੰਜਾਬੀ ਹੈ ਤੇ ਭਾਵੇਂ ਕੋਈ ਗੋਰਾ, ਜੋ ਮਰਜ਼ੀ ਹੈ। ਹੁਣ ਉੱਥੇ ਬੜੀ ਪ੍ਰੋਬਲਮ ਆ, ਉਹ ਲੋਕ ਨਫ਼ਰਤ ਕਰਦੇ ਆ ਕਿ ਸਾਡੀ ਧਰਤੀ ਤੇ ਆ ਕੇ ਨਾ ਲੋਕਾਂ ਨੇ ਕਬਜ਼ਾ ਕਰ ਲਿਆ। ਇਹ ਤੇ ਨੇਚਰ ਸਾਹਿਬ, ਹਿਊਮਨ ਨੇਚਰ ਹੈ ਨਾ ਨੇਚਰ ਸਾਹਿਬ, ਹਨਾ। ਸੁਖੀ ਤੇ ਉਹਨੇ ਹੋਣਾ ਜਿਹੜਾ ਕੰਮ ਕਰਦਾ, ਜਿਹੜਾ ਵਿਹਲੜ ਕੰਮ ਨਹੀਂ ਕਰਦਾ ਉਹਨੇ ਸੁਖੀ ਕਿੱਥੋਂ ਹੋਣਾ? ਤੋ ਇਹ ਗੱਲਾਂ ਹੁੰਦੀਆਂ ਨੇ। ਤੇ ਹਾਂਜੀ ਅਗਲੀ ਤੋਂ ਕੋਲ ਨੇਚਰ ਸਾਹਿਬ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮੇ ਕਾਹੇ ਕੋ ਆਇਆ। ਕਹਿੰਦੇ ਮੇਰੀ ਨੀਵੀਂ ਜਾਤ ਆ, ਇਹ ਮੇਰੇ ਮਾਲਕਾ, ਮੈਂ ਜਿਹੜਾ ਹੈਗਾ ਇਹ ਕਹਿੰਦੇ ਆ ਛਿਪੇ ਦੇ ਜਨਮ। ਕਹਿੰਦੇ ਜਪਮਨ ਜੀ ਆਪ ਮਾਈਕ ਬੰਦ ਕਰ ਦਿਓ ਪਲੀਜ਼। ਮਾਈਕ ਕੋਈ ਨਹੀਂ। ਛਿਪੇ ਕੇ ਜਨਮ ਕਾਹੇ ਕੋ ਆਇਆ, ਕਹਿੰਦੇ ਛਿਪੇ ਦੇ ਜਨਮ ਚ ਕਿਉਂ ਆ ਗਿਆ ਮੈਂ ਕਿਉਂ ਨੀਵੀਂ ਜਾਤ ਚ ਆ ਗਿਆ। ਰਹਾਓ ਲੈ ਕਮਲੀ ਚੱਲਿਓ ਪਲਟਾਏ, ਦੇਵਰੇ ਪਾਛੇ ਬੈਠਾ ਜਾਏ। ਕਹਿੰਦੇ ਮੈਂ ਤਾਂ ਚੱਕਿਆ ਆਪਣਾ ਟੀਨ ਟੱਪਰ, ਬਸ ਮੈਂ ਜਾ ਕੇ ਪਿੱਛੇ ਜਾ ਕੇ ਬਹਿ ਗਿਆ। ਭਾਈ ਲਓ ਤੁਹਾਡਾ ਮੰਦਰ ਤੁਹਾਨੂੰ ਮੁਬਾਰਕ ਆ, ਆਪਾਂ ਪਿੱਛੇ ਬਹਿ ਜਾਂਦੇ ਹਾਂ। ਮਾਲਕ ਤਾਂ ਸਰਵਵਿਆਪੀ ਹੈਗਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਉਰਾ ਫਿਰੈ। ਕਹਿੰਦੇ ਜਿਸ ਤਰ੍ਹਾਂ ਨਾਮਦੇਵ ਜੀ ਭਗਤੀ ਕਰਦੇ ਸੀਗੇ, ਉਹਨਾਂ ਦੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਉਹਨਾਂ ਦਾ ਦਸਮ ਦੁਆਰ ਖੁੱਲ੍ਹਦਾ ਹੈ। ਪਾਏ ਦਿਉਰਾ ਭਗਤ ਜਨਾਂ ਵੱਲ ਨੂੰ ਫਿਰਦਾ ਹੈ। ਜਿੱਥੇ ਵੀ ਕੋਈ ਭਗਤੀ ਕਰਦਾ ਹੈ ਮਾਲਕ ਦਾ ਦਰ ਉੱਧਰ ਹੀ ਖੁੱਲ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਕੋਈ ਉਹ ਜਿੱਦਾਂ ਦੀ ਪਹਿਲਾਂ ਦੀ ਰੀਤ ਬਣਾਈ ਸੀ, ਹੁਣ ਵੀ ਤੁਸੀਂ ਵੇਖੋ ਇੰਡੀਆ ਦੇ ਵਿੱਚ ਕਈ ਮੰਦਿਰ ਹੈਗੇ ਨੇ, ਉੱਥੇ ਆਮ ਬੰਦਾ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਸਪੈਸ਼ਲ ਉਹਨਾਂ ਦੇ ਬੰਦੇ ਹੀ ਜਾ ਸਕਦੇ। ਬਿਲਕੁਲ ਹਾਂ ਬਿਲਕੁਲ। ਕਈਆਂ 'ਚ ਔਰਤਾਂ ਨੂੰ ਜਾਣ ਦਿੰਦੇ, ਕਈਆਂ 'ਚ ਜਿਹੜਾ ਹੈਗੇ ਜਿਹੜੀਆਂ ਜਵਾਨ ਔਰਤਾਂ ਉਹਨਾਂ ਨੂੰ ਨਹੀਂ ਜਾਣ ਦਿੰਦੇ। ਬਹੁਤ 12-13 ਸਾਲ ਦੇ ਬੱਚੀਆਂ ਨੂੰ ਜਾਣ ਦਿੰਦੇ ਆ, ਫਿਰ ਜਿਹੜੀਆਂ 45-50 ਸਾਲ ਤੋਂ ਬਾਅਦ ਦੇ ਜਾਣ ਦਿੰਦੇ, ਉਹ ਇਹਨਾਂ ਨੂੰ ਜਾਣ ਹੀ ਨਹੀਂ ਦਿੰਦੇ। ਕਹਿੰਦੇ ਅਪਵਿੱਤਰ ਹੁੰਦੀਆਂ ਜਿਨ੍ਹਾਂ ਨੂੰ ਮੈਂਸਟਰੂਏਸ਼ਨ ਹੁੰਦਾ। ਇਹੋ ਜਿਹੇ ਵੀ ਮੰਦਿਰ ਹੈ। ਉਹਨੂੰ ਤਾਂ ਛੱਡੋ ਨੱਜਰ ਸਾਹਿਬ, ਕਹਿੰਦੇ ਕਿ ਇੰਦਰਾ ਗਾਂਧੀ ਜਦੋਂ ਉਹਨੇ ਫਿਰੋਜ਼ ਗਾਂਧੀ ਨਾਲ ਵਿਆਹ ਕਰ ਲਿਆ, ਫਿਰ ਉਹ ਮੰਦਿਰ ਦੇ ਵਿੱਚ ਗਈ ਆ ਤੇ ਉੱਥੋਂ ਵੇਖੋ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਆ, ਉਹਨੂੰ ਨਹੀਂ ਵੰਡ ਦਿੱਤਾ। ਤੇ ਮੈਂ ਇਹ ਗੱਲ ਸਮਝਾਉਣਾ ਚਾਹੁੰਦਾ ਕਿ ਉਹ ਕਥਾ ਜਿਹੜੀ ਆ ਚੱਲ ਰਹੀ ਸੀ, ਉਹਦੇ ਵਿੱਚ ਵੇਖੋ ਉਹਨੂੰ ਨਹੀਂ ਜਾਣ ਦਿੱਤਾ। ਤੇ ਉਹ ਹਾਂ ਇੱਕ ਮਿੰਟ ਜੈਸਾ ਮੈਂ ਇਹ ਗੱਲ ਕਰ ਲਾਂ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਜਿਵੇਂ ਜਿਵੇਂ ਭਗਤੀ ਕਰਦੇ ਆ ਭਾਈ, ਜਿਵੇਂ ਜਿਵੇਂ ਭਗਤੀ ਕਰਦਾ ਇਨਸਾਨ, ਮਾਲਕ ਪਰਮਾਤਮਾ ਦੀ ਨੇੜਤਾ ਜਿਹੜੀ ਹੋਈ ਜਾਂਦੀ ਹੈ। ਬਾਬਾ ਜੀ ਕਹਿੰਦੇ ਮੱਕੇ ਵੀ ਲੇਡੀਜ਼ ਨੂੰ ਜਾਣ ਨਹੀਂ ਦਿੰਦੇ। ਹਾਂ ਬਿਲਕੁਲ, ਲੇਡੀਜ਼ ਨੂੰ ਮੱਕੇ ਵੀ ਨਹੀਂ ਜਾਣ ਦਿੰਦੇ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਹੈ। ਤੁਸੀਂ ਦੇਖੋ ਮੱਕਾ ਤਾਂ ਛੱਡੋ, ਮੱਕਾ ਛੱਡੋ, ਸਾਡੇ ਆਪਣੇ ਪੰਜਾਬ ਦੇ ਵਿੱਚ ਦੇਖੋ ਗੁਰਦੁਆਰੇ ਪਿੰਡ ਦੇ ਅੰਦਰ, ਆ ਜੀ ਹਰੀਜਨਾਂ ਦਾ ਗੁਰਦੁਆਰਾ, ਆ ਰਾਮਗੜੀਆਂ ਦਾ ਗੁਰਦੁਆਰਾ, ਆ ਉਹਨਾਂ ਦਾ ਸ਼ਮਸ਼ਾਨ ਘਾਟ, ਆ ਉਹਨਾਂ ਦਾ ਸ਼ਮਸ਼ਾਨ ਘਾਟ। ਅਸੀਂ ਉਹ ਜੇ ਗੁਰੂਆਂ ਨੇ ਸਾਨੂੰ ਇੱਕ ਜਾਤ ਇੱਕ ਜਾਤ ਮਾਨਸ ਜਾਤ ਦੇ ਵਿੱਚ ਪਰੋਇਆ ਸੀ, ਅਸੀਂ ਵੀ ਕੀ ਕੁਛ ਕਰਕੇ ਬੈਠ ਗਏ ਆ। ਦੇਖੋ ਬਿਲਕੁਲ ਕੁਐਸਚਨ ਹੈ ਮੇਰਾ, ਸੋਚ ਮਤਲਬ ਇਹ ਇੱਕ ਵਿਚਾਰਨਯੋਗ। ਬਿਲਕੁਲ ਸਹੀ ਗੱਲ ਹੈ। ਹਾਂ ਠੀਕ ਹੈ, ਗੱਲ ਤੇ ਇਹਦੇ ਵਿਚਾਰਨਯੋਗ ਹੈ ਇਹ। ਬਿਲਕੁਲ ਕੀ ਕਿੱਧਰ ਜਾ ਰਹੇ ਹਾਂ ਅਸੀਂ? ਸੰਸਕਾਰ ਸਾਡੇ ਅਲੱਗ-ਅਲੱਗ ਹੋ ਗਏ ਆ ਤੇ ਉਹ ਫਿਰ ਅਸੀਂ ਗਾਲਾਂ ਕੱਢਦੇ ਜੀ। ਉਹ ਦੇਖੋ ਜੀ ਸਾਡੇ ਧਰਮ ਚੋਂ ਜੀ ਲੋਕ ਕ੍ਰਿਸਚੀਅਨਿਟੀ ਵੱਲ ਜਾ ਰਹੇ ਨੇ। ਜਾਣਗੇ ਲੋਕ, ਜੇ ਤੁਸੀਂ ਇਹ ਜਿਹਾ ਤਮਾਸ਼ਾ ਕਰੋਗੇ ਕਿੱਥੇ ਤੱਕ ਤੁਸੀਂ ਇਹਨੂੰ ਰੋਕੋਗੇ? ਇਹ ਸੋਚਣਾ ਚਾਹੀਦਾ ਸਾਰੇ ਪਿੰਡਾਂ ਦੇ ਵਿੱਚ, ਸਾਰੇ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਹੈ, ਇਹ ਇੱਕ ਵਰਤਾਰਾ, ਬਹੁਤ ਗਲਤ ਵਰਤਾਰਾ ਚੱਲ ਰਿਹਾ। ਬਿਲਕੁਲ ਸਹੀ ਗੱਲ ਹੈ। ਤੇ ਨਾਲੇ ਹਾਂਜੀ ਫਿਰ ਇਹਦੇ ਚ ਜਿਹੜੇ ਨਾਮਦੇਵ ਦਾ ਜਿਹੜਾ ਮੈਂਸ਼ਨ ਕੀਤਾ, ਫਿਰ ਫਿਜ਼ੀਕਲ ਬਿਲਡਿੰਗ ਦਾ ਕੋਈ ਮਤਲਬ ਨਹੀਂ ਸੀਗਾ, ਹਨਾ? ਜਿਵੇਂ ਮੈਂ ਤਾਂ ਹੀ ਸੋਚਦੀ ਵੀ ਉਹ ਬਿਲਡਿੰਗ ਦਾ ਹੀ ਟਰਨ ਹੋ ਗਈ ਮੰਦਿਰ ਦੀ। ਨਹੀਂ ਉਹ ਤਾਂ ਕੰਟਰੋਲ ਜੀ ਇਦਾਂ ਦੀ ਹਾਂਜੀ ਪਤਾ ਨਹੀਂ ਹਮੇ ਤੁਸੀਂ ਦੱਸੋਗੇ ਜੀ ਕੀ ਮਾਨਤਾ ਹੈ। ਬਿਲਡਿੰਗ ਨਾਲ ਵੀ ਰਿਲੇਟਡ ਹੈ ਕਹਿੰਦੇ ਨੇ। ਉਧਰ ਨੂੰ ਮੂੰਹ ਹੋ ਗਿਆ ਸੀਗਾ ਮੰਦਿਰ ਦਾ, ਜਿੱਧਰ ਨੂੰ ਨਾਮਦੇਵ ਜੀ ਬੈਠੇ ਸੀ ਪਿੱਛੇ ਬੈਕ ਸਾਈਡ ਜਾ ਕੇ। ਨਹੀਂ ਚਲੋ ਆਪਾਂ ਉਹ ਗੱਲ ਨੂੰ ਨਹੀਂ, ਆਪਾਂ ਤਾਂ ਮੇਨ ਗੱਲ ਤਾਂ ਦੇਖੋ ਭਗਤੀ ਦੀ ਹੈਗੀ ਆ, ਮੇਨ ਗੱਲ ਭਗਤੀ ਦੀ। ਹਾਂਜੀ ਹਾਂ ਆਪਾਂ ਮੇਨ ਮੁੱਦੇ ਤੇ ਆਈਏ। ਆਪਾਂ ਜਿਹੜਾ ਹੈਗੇ ਉਹਦੇ ਨਾਲ ਤਾਂ ਆਪਾਂ ਨੂੰ ਨਿੱਘ ਨਹੀਂ ਨਾ ਹੋਣਾ ਉਸ ਗੱਲ ਦੇ ਨਾਲ। ਆਪਾਂ ਨੂੰ ਕਾਹਦਾ ਨਿੱਘ ਆ ਜਾਣਾ ਉਹਦੇ ਨਾਲ?
ਆਪਾਂ ਨੂੰ ਤਾਂ ਨਿੱਘ ਆਉਣਾ ਹੈ, ਆਪਣੇ ਵੱਲ ਦਿਓਰਾ ਤਾਂ ਹੀ ਫਿਰਨਾ ਹੈ ਜੇ ਆਪਾਂ ਭਗਤੀ ਕਰਾਂਗੇ ਤੇ ਬਸ ਆਹ ਗੱਲ ਹੈ। ਠੀਕ ਹੈ ਜੀ, ਥੈਂਕ ਯੂ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ। ਹਾਂਜੀ ਗੋਰਕੀ ਸਾਹਿਬ। ਉਹ ਗੋਰਕੀ ਸਾਹਿਬ ਤਾਂ ਕਿਤੇ ਲੰਬੀ ਉਹਦੇ ਚਲੇ ਗਏ। ਮਿਊਟ ਕਰ ਗਏ ਜੀ, ਮਿਊਟ ਕਰ ਲਿਆ ਉਹਨਾਂ ਨੇ। ਹਾਂ ਮਿਊਟ ਕਰ ਲਿਆ। ਨਹੀਂ ਪਰ ਸੁਣਦਾ ਹੈ, ਮਿਊਟ ਕਰਨ ਦੇ ਨਾਲ ਸਾਡੀ ਗੱਲ ਤਾਂ ਸੁਣ ਰਹੇ ਆ, ਸੰਗਤ ਵੇਟ ਹੋਰਾਂ ਕਰ ਪਰਾਂ ਚਲੇ ਗਏ ਹੋਣਗੇ ਜੀ ਕਿਤੇ। ਨਹੀਂ ਨਹੀਂ ਵੀਰ ਜੀ ਜਦ ਤੱਕ ਸਲਾਈ ਦੇ ਦਿਓ ਜੀ। ਹਾਂਜੀ ਹਾਂਜੀ ਵੀਰ ਜੀ ਮੈਂ ਇਹ ਪੁੱਛਣਾ ਸੀ ਤੁਹਾਨੂੰ, ਜਿਵੇਂ ਆਪਾਂ ਨਿਤਨੇਮ ਸਵੇਰੇ ਕਰਦੇ ਆ, ਨਿਤਨੇਮ 5 ਬਾਣੀਆਂ ਤੇ ਰਹਿਰਾ ਸਾਹਿਬ ਆਪਾਂ ਸ਼ਾਮ ਨੂੰ ਕਰਦੇ ਆ ਸੂਰਜ ਸਿੱਪਣ ਤੋਂ ਬਾਅਦ। ਜੇਕਰ ਆਪਾਂ ਸਿੱਖਣਾ ਹੋਵੇ ਪਾਠ ਨੂੰ, ਜਿਵੇਂ ਜਾਂ ਦੁਪਹਿਰੇ ਕਰ ਸਕਦੇ ਆ ਨਿਤਨੇਮ ਨੂੰ ਔਰ ਰਹਿਰਾਸ ਨੂੰ? ਵੀਰ ਜੀ ਕਿਸੇ ਵੀ ਟਾਈਮ ਕਰ ਸਕਦੇ ਹੋ ਵੀਰ ਜੀ, ਕਿਸੇ ਵੀ ਟਾਈਮ ਕਰ ਸਕਦੇ ਹੋ। ਸਾਰੀ ਬਾਣੀ ਜਿਹੜੀ ਹੈ ਨਿਤਨੇਮੀ ਹੈ, ਸਾਰੀ ਬਾਣੀ ਜਿਹੜੀ ਹੈਗੀ ਇੱਕੋ ਹੀ ਹੈਗੀ ਬਾਣੀ, ਕਿਤੋਂ ਮਰਜੀ ਪੜ੍ਹ ਲਓ ਵੀਰ ਜੀ। ਪਰ ਵਿਚਾਰਨਾ ਹੈ ਨਿਤਨੇਮ ਵੀ ਜਿਹੜਾ ਹੈਗਾ ਇੱਕੋ ਹੀ ਕੰਮ ਕਰਨ ਨੂੰ ਕਹਿ ਰਿਹਾ। ਜੇ ਆਪਾਂ ਉਹ ਕੰਮ ਕਰਦੇ ਹਾਂ ਧਿਆਨ ਸਿਮਰਨ ਤਾਂ ਆਪਣਾ ਨਿਤਨੇਮ ਕੀਤਾ ਸਫਲ ਆ, ਨਹੀਂ ਤਾਂ ਫਿਰ ਜਿਹੜਾ ਹੈਗਾ ਉਹ ਤਾਂ ਤੋਤਾ ਰਟਨ ਹੋ ਜਾਏਗਾ ਭਾਈ। ਠੀਕ ਹੈ ਜੀ, ਜਾਣੀ ਕਿ ਦੁਪਹਿਰੇ ਵੀ ਆਪਾਂ ਸਿੱਖ ਸਕਦੇ ਆ ਰਹਿਰਾਸ ਨੂੰ? ਬਿਲਕੁਲ ਪੜ੍ਹਨਾ ਹੋਵੇ ਤਾਂ ਪੜ੍ਹ ਸਕਦੇ ਆ। ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨੌ ਵੜੇ ਵਿਚਾਰ, ਜਦੋਂ ਉਹਦੇ ਪਰਮੇਸ਼ਰ ਦੇ ਨਾਂ ਦੀ ਵਡਿਆਈ ਹੁੰਦੀ ਹੋਵੇ ਨਾ, ਉਹੀ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਅਸਲ ਦੇ ਵਿੱਚ ਤਾਂ। ਬਿਲਕੁਲ ਜਿਸ ਬਾਕੀ ਤਾਂ ਫਿਰ ਜਿਵੇਂ ਵੀ ਆ। ਨਹੀਂ ਜੀ ਸਿੱਖਣ ਵਾਸਤੇ ਕਹਿ ਰਹੇ ਆ, ਅਗਰ ਸਿੱਖਣ ਵਾਸਤੇ ਬੈਠਣਾ ਹੋਵੇ ਤਾਂ ਦੁਪਹਿਰੇ ਬੈਠ ਸਕਦੇ ਆ। ਬਿਲਕੁਲ ਬੈਠ ਸਕਦੇ ਆ ਵੀਰ ਜੀ ਤੁਸੀਂ। ਤਾਂ ਪੜ੍ਹਨ ਵਾਸਤੇ ਹੀ ਹੈ ਜੀ, ਕੋਈ ਜ਼ਰੂਰੀ ਥੋੜਾ ਵੀ ਆਪਾਂ ਨੇ। ਧੰਨਵਾਦ ਜੀ, ਧੰਨਵਾਦ। ਠੀਕ ਹੈ ਜੀ, ਬਹੁਤ ਇਹ ਨਿਤਨੇਮ ਜਿਹੜਾ ਹੈਗਾ ਇਹ ਵੀ ਦੁਪਹਿਰੇ ਕਰ ਸਕਦੇ ਹੋ ਵੀਰ ਜੀ, ਉਸ ਸਵੇਰੇ ਨਾਮ ਅਭਿਆਸ ਕਰ ਸਕਦੇ ਹੋ। ਕੋਈ ਉਹਦੇ ਨਾਲ ਕੀ ਹੈ, ਉਹ ਤਾਂ ਮੇਨ ਚੀਜ਼ ਜਿਹੜੀ ਹੈਗੀ ਆ। ਦੇਖੋ ਜਿਹੜੇ ਨਿਤਨੇਮ ਨੇ, ਆਪਾਂ ਨਿਤਨੇਮ ਜੇ ਪਿਆਰ ਨਾਲ ਪੜ੍ਹੀਏ ਤੇ ਨਿਤਨੇਮ ਕੀ ਕਹਿੰਦਾ ਹੈ ਕਰਨ ਵਾਸਤੇ? ਨਿਤਨੇਮ ਵੀ ਤਾਂ ਕਈ ਤਾਂ ਕਹਿੰਦਾ ਆਖਾਂ ਜੀਵਾਂ ਵਿਸਰੇ ਮਰ ਜਾਉ, ਰਹਿਰਾਸ ਤਾਂ ਆਹੀ ਕਹਿੰਦੀ ਹੈ। ਦੇਖੋ ਮਾਲਕ ਬਣ, ਹਾਂ ਉਹ ਵੀ ਜਿਹੜਾ ਹੈਗਾ ਦੇਖੋ। ਹਾਂਜੀ ਹਾਂਜੀ ਇਹ ਜਿਹੜੇ ਭੈਣ ਜੀ ਪੁੱਛਦੇ ਸੀਗੇ ਇਹ ਗੱਲ ਜਿਹੜੀ ਹੈਗੀ ਆ ਵੀ ਬਿਲਡਿੰਗ ਦੀ, ਹਾਂਜੀ ਇਹ ਗੁਰੂ ਗ੍ਰੰਥ ਸਾਹਿਬ ਇਹਦੀ ਜਿਹੜੀ ਹੈ ਨਾ ਜੀ ਜੈਸ ਕਰਦੇ ਨੇ, ਕਹਿੰਦੇ ਨੇ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤਪੁਜ ਪਿਓ ਅਪਾਰਲਾ, ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾੜ ਲਾ। ਹਾਂ ਬਿਲਕੁਲ ਸਹੀ। ਇਹ ਦੇਹਰਾ ਜਿਹੜਾ ਹੈਗਾ ਆ ਘਮਾਤਾ ਸੀਗਾ ਮਾਲਿਕ ਨੇ। ਬਿਲਕੁਲ ਠੀਕ ਹੈ। ਇਹ ਜਿਹੜੀ ਨਾ ਜੀ ਹਾਂ ਗੁਰਬਾਣੀ ਦੇ ਵਿੱਚ ਇਹਦੀ ਜੀ ਗੱਲ ਦੀ ਜਿਹੜੀ ਜੈਸ ਕੀਤੀ ਗਈ ਹੈਗੀ ਆ। ਜਿਹੜੇ ਭੈਣ ਜੀ ਪੁੱਛਦੇ ਸੀ, ਬਾਕੀ ਬਿਲਡਿੰਗ ਜਿਹੜੀ ਹੈਗੀ ਮੈਂ ਵੀ ਦਰਸ਼ਨ ਕਰਕੇ ਆਏ ਆ। ਵਸਤੂ ਕਲਾ ਦੇ ਮੁਤਾਬਕ ਬਣੀਓ ਬਿਲਡਿੰਗ ਜਿਹੜੀ ਨਾ ਜੀ ਬੜੀ ਉੱਚੀ ਲੰਬੀ, ਇਹ ਘੁੰਮੀਓ ਆ। ਬਿਲਕੁਲ ਚਲੋ ਬਹੁਤ ਵਧੀਆ ਵੀਰ ਜੀ। ਬੜੀ ਨਹੀਂ ਘੁੰਮੀ ਜੀ, ਉਹ ਬਹੁਤ ਘੁੰਮੀ ਹੋਈ ਹੈ ਜੀ। ਉਹਦਾ ਚੜ੍ਹਦੇ ਬੰਦੇ ਮੂੰਹ ਸੀ ਛਿਪਦੇ ਕੰਨੀ ਨੂੰ ਹੋ ਗਿਆ। ਨਿੱਜਰ ਸਾਹਿਬ ਉਹ ਤੁਸੀਂ ਵੀ ਨਿੱਜਰ ਸਾਹਿਬ ਜਦੋਂ ਤੁਸੀਂ ਕਿਹਾ ਨਾ ਉਹ ਭਗਤ ਜਨਾ ਕੋ ਦੇਹਰਾ ਫਿਰੇ, ਹਾਂਜੀ ਤੇ ਮੈਂ ਉਹ ਗੱਲ ਸੁਣੀ ਸੀ। ਅਸਲ ਚ ਪਤਾ ਕੀ ਦੇਖੋ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਕੋਈ ਭਗਤ ਭਗਤੀ ਕਰਦਾ ਹੈ ਤੇ ਫਿਰ ਪ੍ਰਮਾਤਮਾ ਵੀ ਉਹਦੀ ਸਪੋਰਟ ਜ਼ਰੂਰ ਕਰਦਾ ਹੈ। ਇਹ ਚੀਜ਼ ਦੇ ਕੌਤਕ ਹੋ ਜਾਂਦੇ ਆ ਨਿੱਜਰ ਸਾਹਿਬ। ਬਿਲਕੁਲ ਹਾਂਜੀ ਹਾਂਜੀ ਹਾਂ ਕੁਛ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨਾ ਉੱਥੇ, ਫਿਰ ਉਹ ਜਿੱਦਾਂ ਪ੍ਰਹਲਾਦ ਸੀ, ਉਹ ਵੇਖੇ ਨਾ ਉਹ ਇਹਨੂੰ ਰਾਜੇ ਹਰਨਾਕਸ਼ ਦੇ ਰੂਪ ਚ ਵੀ ਉਹ ਚੀਜ਼ਾਂ ਬਿਲਕੁਲ ਸਹੀ ਗੱਲ ਹੈ। ਹਾਂ ਬਿਲਕੁਲ ਇਹਨਾਂ ਨਾਮ ਸਟਨ ਚੀਜ਼ਾਂ ਚ ਕਬੀਰ ਜੀ ਨਹੀਂ ਕਹਿੰਦੇ ਕਿ ਮੇਰੀ ਉਹ ਮਾਲਾ, ਮੇਰੀ ਉਹ ਚੇਨ ਟੁੱਟ ਗਈ, ਬਿਲਕੁਲ ਅਟੈਕ ਨਹੀਂ ਕਰਨ ਦਿਆ। ਇਹ ਚੀਜ਼ਾਂ ਜਿਹੜੀਆਂ ਨਾ ਦੇਖੋ ਆਪਣੀ ਸਵਾਚ ਚ ਕਰੋ। ਮੈਂ ਚੀਜ਼ ਨੂੰ ਮੰਨਦਾ ਨਹੀਂ ਹੈ, ਇਹ ਤੇ ਮੈਂ ਕਹਿੰਦਾ ਕਿ ਆਮ ਤੌਰ ਤੇ ਸਧਾਰਨ ਤੌਰ ਤੇ ਬੰਦੇ ਨੂੰ ਸ਼ਕਤੀ ਨਹੀਂ ਮਿਲਦੀ, ਬਟ ਇਹ ਹੈ ਕਿ ਸਟਨ ਚੀਜ਼ ਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਇਲਾਈਨ ਹੋ ਜਾਂਦੇ ਜੋ ਤੇ ਤੁਹਾਡੇ ਚ ਪਾਵਰਾਂ ਆ ਜਾਂਦੀਆਂ। ਹੁਣ ਇੱਥੇ ਇਸ ਕਰਕੇ ਨਹੀਂ ਆਪਾਂ ਜ਼ਿਕਰ ਕਰਦੇ, ਉਹਦਾ ਕਾਰਨ ਇਹ ਹੁੰਦਾ ਵਾ ਕਿ ਫਿਰ ਬੰਦਾ ਨਾ ਉਹ ਮਿਸਗਾਈਡ ਨਾ ਹੋ ਜਾਏ, ਪਾਵਰਾਂ ਵੱਲ ਲੱਗ ਜਾਂਦਾ, ਫਿਰ ਪਾਵਰਾਂ ਵੱਲ ਧਿਆਨ ਹੋ ਜਾਂਦਾ। ਹਾਂ ਔਰ ਮੈਂ ਇਸ ਕਰਕੇ ਮਨਾ ਕਰਦਾ, ਖਾਸ ਕਰਕੇ ਮੈਂ ਹਮੇਸ਼ਾ ਹੀ ਕਥਾ ਕਿਤੇ ਸ਼ਕਤੀ ਦੀ ਗੱਲ ਆਉਂਦੀ ਹੈ ਤੇ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਹਿ ਦਿੰਦਾ ਵੀ ਕੋਈ ਸ਼ਕਤੀ ਸ਼ੁਕਤੀ ਤੁਹਾਨੂੰ ਕੁਝ ਨਹੀਂ ਮਿਲਦੀ, ਤੁਸੀਂ ਆਪਣਾ ਨਾਮ ਜਪੋ ਤੇ ਸੰਸਾਰ ਤੋਂ ਨਿਕਲੋ, ਕਿਉਂਕਿ ਉਹ ਜਿਹੜੀ ਚੀਜ਼ ਹੈ ਨਾ ਉਹ ਅਨਨੈਸੈਸਰੀ ਹੈ। ਉਹ ਚੀਜ਼ ਨੇ ਤੁਹਾਨੂੰ ਉਹਨੂੰ ਹੈਂਡਲ ਨਹੀਂ ਕਰ ਪਾਉਣਾ, ਤੁਸੀਂ ਕਿੱਥੋਂ ਕਰੋਗੇ? ਤੁਸੀਂ ਇਸੇ ਕਹਿੰਦਾ ਕਿ ਉਹਨੂੰ ਸਮਰਪਣ ਕਰ ਦੋਗੇ ਤੇ ਤੁਸੀਂ ਲਾਈਟ ਰਹੋਗੇ ਆਪਣਾ ਸੰਸਾਰ ਤੋਂ ਜੀਵਨ। ਬਾਕੀ ਕੰਮ ਕਰਕੇ ਜੋ ਮਰਜ਼ੀ ਚੀਜ਼ ਪ੍ਰਾਪਤ ਕਰ ਲਓ। ਬਾਕੀ ਜੇ ਆਪਾਂ ਉਹ ਚੀਜ਼ਾਂ ਲਿਜਾਂਦੇ ਆ
ਤੇ ਫਿਰ ਉਹ ਤੇ ਕਹਿੰਦੇ ਨਾ ਕਿ ਸਾਧੂ ਬੋਲੇ ਸਹਿਜ ਭਾਏ ਤੇ ਸਾਧ ਦਾ ਬੋਲਾ ਬਿਰਤ ਨਾ ਜਾਏ। ਫਿਰ ਤੁਸੀਂ ਭਗਤੀ ਕਰੋਗੇ ਤੇ ਤੁਹਾਡੇ ਕੋਲ ਪਾਵਰ ਆਊਗੀ, ਫਿਰ ਤੁਸੀਂ ਬੋਲੋਗੇ ਤੇ ਉਹ ਹੋ ਜਾਣਾ। ਤੁਸੀਂ ਚੰਗਾ ਕੀਤਾ ਕਿਹਾ ਤੇ ਉਹ ਵੀ ਹੋ ਜਾਣਾ, ਤੁਸੀਂ ਮੰਦਾ ਕਿਹਾ ਤੇ ਉਹ ਵੀ ਹੋ ਜਾਣਾ ਵਾ। ਇਸ ਕਰਕੇ ਇਹ ਚੀਜ਼ ਪਾਵਰ ਆ, ਕਿਉਂਕਿ ਹੁਣ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਬੋਲਤਾ। ਤੇ ਪਰ ਉਹ ਤੇ ਹੁਣ ਬੰਦੂਕ ਥੋੜੀ ਵੇਂਦੀ ਆ ਕਿ ਕਿਤੇ ਸਮਾਨ ਨਾਲ ਚਲਾਈ ਜਾਂ ਕਿ ਬੰਦੇ ਵਾਲੇ ਵੇਖ ਕੇ ਚਲਾਈ। ਨਜ਼ਰ ਸਾਹਿਬ ਉਹ ਕਹਿੰਦੀ ਆ ਨਾ, ਉਹ ਤੇ ਜਿੱਦਾਂ ਘੋੜਾ ਨੱਪੇਗਾ ਉਧਰ ਹੀ ਤੁਰ ਪੈਣੀ। ਇਸੇ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਮਤਲਬ ਨਹੀਂ, ਇਹ ਸਾਡਾ ਟਾਰਗੇਟ ਨਹੀਂ ਹੈਗਾ। ਔਰ ਬਾਣੀ ਚ ਵੀ ਖਾਸ ਕਰਕੇ ਮਨਾ ਕੀਤਾ ਹੈ। ਬਿਲਕੁਲ ਬਿਲਕੁਲ ਕੀਤਾ। ਹਾਂਜੀ ਹਾਂ ਠੀਕ ਹੈ ਜੀ। ਬਾਕੀ ਸ਼ਕਤੀਆਂ ਚਾਹੀਦੀਆਂ ਤੇ ਕੋਈ ਨਹੀਂ, ਦੇ ਦਾਂਗੇ ਜਿਹਨੂੰ ਚਾਹੀਦੀਆਂ। ਜਪਜੀ ਸਾਹਿਬ ਦੇ ਅੰਦਰ ਵੀ ਆਉਂਦਾ ਜੀ ਕਰਮਖੰਡ ਕੀ ਬਾਣੀ ਜੋਰ, ਉਹ ਸ਼ਕਤੀਆਂ ਦਾ ਹੀ ਹੈ ਉੱਥੇ ਕਰਮਖੰਡ ਦੇ ਵਿੱਚ, ਜਿਹੜਾ ਕਿਰਪਾ ਦਾ ਖੰਡ ਹੈ। ਪਰ ਉਹ ਆਪਾਂ ਉਸ ਪਾਸੇ ਕਿਉਂ ਜਾਣਾ? ਹਾਂ ਵੀਰ ਜੀ। ਬਾਕੀ ਕੋਈ ਨਹੀਂ ਜੇ। ਹਾਂ ਵੀਰ ਜੀ, ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਵੀ ਕਹਿੰਦੇ ਹੈਗੇ ਆ, ਗੁਰੂ ਪਿਤਾ ਸਿੱਧ ਅਵਰਾ ਸਾਧ। ਰਿੱਧ ਸਿੱਧ ਅਵਰਾ ਸਾਧ। ਬਿਲਕੁਲ ਸਹੀ। ਇਹ ਚੀਜ਼ਾਂ ਹੈ ਨੇ, ਮੈਂ ਨਹੀਂ ਕਹਿੰਦਾ ਨਹੀਂ ਹੈਗੀਆਂ। ਤੁਸੀਂ ਦਿੰਦੇ ਨਹੀਂ, ਸਾਰਾ ਕੁਝ ਤੇ ਸ਼ਕਤੀ ਦੇ ਨਾਲ ਬਣਿਆ ਤੇ ਸ਼ਕਤੀਆਂ ਤੇ ਬ੍ਰਹਮ ਚ ਹੁੰਦੀਆਂ ਨੇ। ਤੁਸੀਂ ਉਹਦੀ ਪੂਜਾ ਕਰ ਲਓ, ਤੁਹਾਨੂੰ ਮਿਲ ਜਾਂਦੀ ਆ। ਪਰ ਉਹ ਜਿਹੜੀ ਚੀਜ਼ ਹੈ ਨਾ, ਉਹ ਏਡੀ ਵਧੀਆ ਨਹੀਂ ਹੈਗੀ। ਇਸ ਕਰਕੇ ਉਹ ਮਤਲਬ ਗ੍ਰੰਥਾਂ ਚ ਉਹ ਚੀਜ਼ ਤੋਂ ਮਨਾ ਕੀਤਾ। ਬਿਲਕੁਲ ਸਹੀ। ਚਲੋ ਕੋਈ ਗੱਲ ਨਹੀਂ, ਬਾਕੀ ਥੋੜੀ ਬਹੁਤੀ ਮੇਰੀ ਵੀ ਜਾਏ ਤੇ ਨੁਕਸਾਨ ਵੀ ਕੋਈ ਨਹੀਂ। ਨਿੱਜਰ ਸਾਹਿਬ ਕੋਈ ਨਹੀਂ ਵੀਰ ਜੀ। ਠੀਕ ਹੈ ਜੀ। ਓਕੇ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਹੈ। ਵੈਸੇ ਸੰਗਤ ਵੇਲੇ ਸ਼ਕਤੀਆਂ ਪ੍ਰਾਪਤ ਕਰਨਾ ਚਾਹੁੰਦੀ ਥੋੜੀ ਬਹੁਤੀਆਂ। ਇਹ ਫੁੱਲ ਹੈਗੇ ਨੇ, ਇਹ ਫੁੱਲ ਨੇ। ਮਤਲਬ ਜਦੋਂ ਆਪਾਂ ਪਰਮਾਤਮਾ ਦੇ ਚਰਨਾਂ ਨਾਲ ਚੱਲਦੇ ਆ ਤੇ ਉਹ ਸਹਿ ਸੁਭਾਈ ਆ ਜਾਂਦੀਆਂ ਨੇ ਚੀਜ਼ਾਂ। ਪਰ ਉਹ ਜਿਹੜਾ ਸਾਧਕ ਹੁੰਦਾ ਹੈ, ਉਹਨੂੰ ਕਿਤੇ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਬਹੁਤ ਮਜ਼ਬੂਤ ਹੁੰਦਾ, ਉਹਨੂੰ ਇਹ ਚੀਜ਼ਾਂ ਪ੍ਰਭਾਵਿਤ ਨਹੀਂ ਕਰਦੀਆਂ। ਬਾਕੀ ਓਦਾਂ ਹੀ ਤੁਰੀਆਂ ਫਿਰਦੀਆਂ, ਇਹ ਤੁਹਾਡੇ ਮਗਰ ਲੱਗ ਜਾਂਦੀਆਂ ਓਦਾਂ ਹੀ। ਬਟ ਉਹ ਬੰਦਾ ਮੰਗਦਾ ਹੀ ਨਹੀਂ, ਉਹਦੇ ਮਨ ਚ ਇੱਛਾ ਨਹੀਂ ਹੈਗੀ। ਭਾਵੇਂ ਸ਼ਕਤੀਆਂ ਕੋ ਹੋਣ ਵੀ ਨਾ 2-4 ਇੱਕ ਅੱਧੀ, ਉਹ ਵਰਤੋਂ ਨਹੀਂ ਕਰਦਾ ਕਿਉਂਕਿ ਉਹ ਲੋੜ ਨਹੀਂ ਉਹਨੂੰ, ਉਹਦੇ ਅੰਦਰ ਇੱਛਾ ਨਹੀਂ ਹੈਗੀ ਹੁਣ। ਇਸ ਕਰਕੇ ਉਹ ਮਿਲਦੀਆਂ ਵੀ ਉਹਨੂੰ ਹੈ ਜਿਹੜਾ ਬੰਦਾ ਇੱਛਾ ਤੋਂ ਮੁਕਤ ਹੈਗਾ। ਤੇ ਇਸ ਕਰਕੇ ਇਹ ਚੀਜ਼ਾਂ ਹੁੰਦਾ ਹੈ। ਬਾਕੀ ਆਪਾਂ ਤੇ ਇਹੋ ਕਹਿੰਦੇ ਆ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਚੀਜ਼ ਕੋਈ ਏਡੀ ਵਧੀਆ ਚੀਜ਼ ਨਹੀਂ। ਪਰ ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਨਿੱਕਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ ਨੇ। ਦਾਨ ਬੱਚੇ ਸਮਝ ਕੇ ਮਾਫ ਕਰੋ ਕਿ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾਉਂਦੀ ਹੈ, ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀ ਹੈ। ਇੱਕ ਹੋਰ ਆਪਣੀ ਬੱਚੀ ਦੀ ਅਰਦਾਸ ਕਰ ਰਹੀ ਹੋ। ਆਪ ਜਾਨੀ ਜਾਣ ਜੋ ਮਿਹਰ ਕਰੋ ਮੇਰੇ ਮਾਲਿਕ, ਉਸ ਬੱਚੀ ਤੇ ਮਿਹਰ ਕਰੋ। ਉਹਨਾਂ ਨੂੰ ਥੋੜੀ ਐਂਗਜ਼ਾਇਟੀ ਦੀ ਪ੍ਰੋਬਲਮ ਹੈ, ਉਹ ਇੰਡੀਆ ਆ ਰਹੇ ਨੇ ਤੇ ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਹੁਣ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।